ਸਤਿ ਸ਼੍ਰੀ ਅਕਾਲ। ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਹੈਲਥ ਟਾਕ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਮੈਂ ਸ਼ੇਖਰ ਰਾਏ। ਸੋ ਇਹ ਉਹ ਪ੍ਰੋਗਰਾਮ ਹੈ ਜਿਸ ਦੇ ਵਿੱਚ ਤੁਹਾਡੀ ਸਿਹਤ ਨਾਲ ਸੰਬੰਧਿਤ ਗੱਲਬਾਤ ਕਰਦੇ ਹਾਂ। ਅੱਜ ਵੀ ਖਾਸ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਤੇ ਵਿਸ਼ਾ ਹੈ ਤੁਹਾਡੀ ਮਾਨਸਿਕ ਸਿਹਤ ਦੇ ਨਾਲ ਸੰਬੰਧਿਤ। ਆਮ ਤੌਰ ਦੇ ਉੱਤੇ ਅਸੀਂ ਸਰੀਰਕ ਦੇਖਭਾਲ ਤੇ ਆਪਣੀ ਫਿਰ ਵੀ ਥੋੜ੍ਹੀ ਬਹੁਤੀ ਕਰ ਲੈਂਦੇ ਹਾਂ, ਹਾਲਾਂਕਿ ਉਸ ਦੇ ਬਾਰੇ ਵੀ ਅਸੀਂ ਹਮੇਸ਼ਾ ਅਕਸਰ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਦੇ ਹਾਂ ਕਿ ਅਸੀਂ ਆਪਣੀ ਸਿਹਤ ਵੱਲ ਖਾਸ ਧਿਆਨ ਨਹੀਂ ਦਿੰਦੇ, ਔਰ ਸਾਡਾ ਇਹ ਪ੍ਰੋਗਰਾਮ ਤੁਹਾਨੂੰ ਇਨਕਰੇਜ ਕਰਨ ਦੇ ਲਈ ਹੈ ਕਿ ਤੁਸੀਂ ਆਪਣੀ ਸਿਹਤ ਵੱਲ ਧਿਆਨ ਦਿਓ। ਪਰ ਜਦੋਂ ਮਾਨਸਿਕ ਸਿਹਤ ਦੀ ਗੱਲ ਆਉਂਦੀ ਹੈ ਤਾਂ ਸ਼ਾਇਦ ਅਸੀਂ ਹੋਰ ਵੀ ਜ਼ਿਆਦਾ ਇਗਨੋਰ ਕਰਦੇ ਹਾਂ, ਔਰ ਆਮ ਤੌਰ ਦੇ ਉੱਤੇ ਜਦੋਂ ਸਾਨੂੰ ਡਿਪਰੈਸ਼ਨ ਜਾਂ ਫਿਰ ਸਾਨੂੰ ਬਹੁਤ ਜ਼ਿਆਦਾ ਟੈਨਸ਼ਨ ਸਟ੍ਰੈਸ ਰਹਿਣਾ ਸ਼ੁਰੂ ਹੁੰਦਾ ਹੈ ਤਾਂ ਇਸ ਨੂੰ ਅਸੀਂ ਸਟੇਟ ਆਫ ਮਾਈਂਡ ਸਮਝਦੇ ਹਾਂ ਕਿ ਅਸੀਂ ਕਿਸੇ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਹੈ ਜਿਹਦੇ ਕਰਕੇ ਸਾਡੇ ਆਲੇ ਦੁਆਲੇ ਕੁਛ ਨਾ ਕੁਛ ਇੱਦਾਂ ਦੀ ਘਟਨਾਵਾਂ ਘਟ ਰਹੀਆਂ ਨੇ ਜੋ ਸਾਨੂੰ ਸਟ੍ਰੈਸ ਦੇ ਰਹੀਆਂ ਨੇ। ਸੋ ਅਸੀਂ ਉਹਨਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਰਹਿੰਦੇ, ਸਟ੍ਰੈਸ ਹੋਰ ਜ਼ਿਆਦਾ ਵੱਧਦਾ ਜਾਂਦਾ ਹੈ, ਡਿਪਰੈਸ਼ਨ ਜਿਹੜਾ ਹੈ ਵੱਧਦਾ ਹੈ। ਕੀ ਆਪਣੇ ਆਪ ਦੇ ਵਿੱਚ ਸਟ੍ਰੈਸ ਜਾਂ ਡਿਪਰੈਸ਼ਨ ਬਿਮਾਰੀ ਹੈ? ਇਸ ਦੇ ਬਾਰੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਤੇ ਉਹਦੇ ਨਾਲ ਹੀ ਨਾਲ ਇਸ ਬਾਰੇ ਵੀ ਗੱਲ ਕਰਾਂਗੇ ਕਿ ਡਿਪਰੈਸ਼ਨ ਜਾਂ ਫਿਰ ਸਟ੍ਰੈਸ ਦੇ ਨਾਲ ਹੋਰ ਕਿਹੜੀਆਂ ਬਿਮਾਰੀਆਂ ਸਾਨੂੰ ਹੋ ਸਕਦੀਆਂ ਨੇ। ਆਯੁਰਵੇਦ ਦਾ ਇਸ ਦੇ ਵਿੱਚ ਕੀ ਰੋਲ ਹੈਗਾ ਔਰ ਕਿਸ ਤਰੀਕੇ ਦੇ ਨਾਲ ਆਯੁਰਵੈਦਿਕ ਇਲਾਜ ਦੇ ਨਾਲ ਤੁਸੀਂ ਆਪਣੇ ਸਟ੍ਰੈਸ ਤੇ ਡਿਪਰੈਸ਼ਨ ਨੂੰ ਠੀਕ ਕਰ ਸਕਦੇ ਹੋ। ਫਿਰ ਚਾਹੇ ਸਿਚੁਏਸ਼ਨ ਕੋਈ ਵੀ ਹੋਵੇ, ਤੁਸੀਂ ਆਪਣੇ ਆਪ ਨੂੰ ਚੰਗਾ ਮਹਿਸੂਸ ਕਰੋਗੇ ਔਰ ਉਸ ਸਿਚੁਏਸ਼ਨ ਦੇ ਨਾਲ ਲੜਨ ਦੇ ਲਈ ਆਪਣੇ ਦਿਮਾਗ ਦਾ ਸਹੀ ਇਸਤੇਮਾਲ ਵੀ ਕਰ ਪਾਓਗੇ। ਸੋ ਇਹ ਸਾਰੀਆਂ ਗੱਲਾਂ ਬਾਤਾਂ, ਜਿਹੜੀ ਸਾਰੀ ਜਾਣਕਾਰੀ ਹੈ ਤੁਹਾਨੂੰ ਦੇਣ ਦੇ ਲਈ ਸਾਡੇ ਨਾਲ ਸਾਡੇ ਸ਼ੋਅ ਦੇ ਵਿੱਚ ਮੌਜੂਦ ਨੇ ਚੰਡੀਗੜ੍ਹ ਆਯੁਰਵੇਦ ਐਂਡ ਪੰਚਕਰਮਾ ਸੈਂਟਰ ਦੇ MD ਅਤੇ ਸਟੇਟ ਅਵਾਰਡੀ ਵੈਦ ਜਗਜੀਤ ਸਿੰਘ ਜੀ, ਜੋ ਕਿ ਹਮੇਸ਼ਾ ਤੁਹਾਨੂੰ ਪੂਰੇ ਤਰਕ ਦੇ ਨਾਲ ਜਾਣਕਾਰੀ ਦਿੰਦੇ ਨੇ। ਸੋ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸ਼ੇਖਰ ਜੀ, ਤੁਹਾਡਾ ਔਰ ਸਾਰੇ ਦਰਸ਼ਕਾਂ ਨੂੰ ਮੇਰੀ ਬਹੁਤ ਹੀ ਸਤਿਕਾਰ ਭਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰ, ਜਿੰਨਾ ਕੁ ਮੈਨੂੰ ਅੰਦਾਜ਼ਾ ਸੀਗਾ ਵੈਦ ਸਾਹਿਬ, ਉਨਾ ਕੁ ਮੈਂ ਦਰਸ਼ਕਾਂ ਨੂੰ ਐਕਸਪਲੇਨ ਕੀਤਾ ਕਿ ਅਸੀਂ ਇਹਨੂੰ ਸਟੇਟ ਆਫ ਮਾਈਂਡ ਸਮਝਦੇ ਹਾਂ, ਪਰ ਕਈ ਵਾਰ ਸਾਨੂੰ ਇਹ ਲੱਗਦਾ ਹੀ ਨਹੀਂ ਹੈ ਕਿ ਬਿਮਾਰੀ ਹੈ। ਪਰ ਆਯੁਰਵੇਦ ਇਸ ਦੇ ਵਿੱਚ ਕੀ ਰੋਲ ਨਿਭਾ ਸਕਦਾ ਹੈ, ਕਿਸ ਤਰੀਕੇ ਦੇ ਨਾਲ ਸਾਨੂੰ ਸਟ੍ਰੈਸ ਫਰੀ ਕਰ ਸਕਦਾ ਹੈ, ਜਾਂ ਇਹ ਕਹਿ ਲਓ ਕਿ ਸਾਡੇ ਦਿਮਾਗ ਨੂੰ ਉਹ ਸ਼ਕਤੀ ਦੇ ਸਕਦਾ ਹੈ ਕਿ ਅਸੀਂ ਆਪਣੀਆਂ ਮੁਸ਼ਕਲ ਸਥਿਤੀਆਂ ਪਰਿਸਥਿਤੀਆਂ ਦੇ ਨਾਲ ਵੀ ਜਿਹੜਾ ਹੈ ਉਹ ਉਹਨਾਂ ਦੇ ਵਿੱਚੋਂ ਬੜੇ ਆਸਾਨੀ ਦੇ ਨਾਲ ਨਿਕਲ ਜਾਈਏ, ਉਹਨਾਂ ਦਾ ਵੀ ਹੱਲ ਕੱਢ ਸਕੀਏ। ਸ਼ੇਖਰ ਜੀ, ਤੁਸੀਂ ਬਿਲਕੁਲ ਠੀਕ ਕਿਹਾ ਹੈਗਾ। ਕੱਲਾ ਸਟ੍ਰੈਸ ਜਾਂ ਡਿਪਰੈਸ਼ਨ ਹੀ ਨਹੀਂ, ਬਲਕਿ ਹਾਈ ਬਲੱਡ ਪ੍ਰੈਸ਼ਰ ਹੋਣਾ, ਥਾਇਰਾਇਡ ਹੋਣਾ, ਸ਼ੂਗਰ ਹੋਣੀ ਸਟਾਰਟਿੰਗ ਦੇ ਵਿੱਚ, ਇਹ ਸਾਰੀਆਂ ਲਾਈਫ ਸਟਾਈਲ ਡਿਸਆਰਡਰਸ ਨੇ। ਓਕੇ। ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ, ਅੱਜ ਕੱਲ੍ਹ ਬਹੁਤ ਲੋਕ ਆ ਕੇ ਦੱਸਦੇ ਨੇ ਜੀ ਵੀ ਜੀ ਸਾਨੂੰ ਸਟਾਰਟਿੰਗ ਹਜੇ ਸਟਾਰਟ ਹੋਈ ਸੀ, ਸਾਨੂੰ ਡਾਇਬਟੀਜ਼ ਸ਼ੁਰੂ ਹੋਈ ਸੀ, ਬਲੱਡ ਪ੍ਰੈਸ਼ਰ ਉੱਪਰ ਨੀਚੇ ਹੋਣ ਲੱਗ ਗਿਆ ਸੀ, ਅਸੀਂ ਜੀ ਆਪਦਾ ਖਾਣ ਪੀਣ ਠੀਕ ਕਰਿਆ ਤੇ ਅਸੀਂ ਠੀਕ ਹੋ ਗਏ। ਖਾਣ ਪੀਣ ਨਾਲ ਹੀ ਉਹੀ ਆਹਾਰ ਵਿਹਾਰ ਜਿਹੋ ਜਿਹੀ ਚੀਜ਼ ਆਪਾਂ ਡਿਸਕਸ ਕਰਦੇ, ਮਤਲਬ ਅਸੀਂ ਇਹ ਵੀ ਦੇਖਦੇ ਹੁੰਦੇ ਹਾਂ ਵੀ ਜੋ ਖਾਵਾਂਗੇ, ਜਿੱਦਾਂ ਦਾ ਖਾਵਾਂਗੇ, ਕਹਿੰਦੇ ਕਿ ਜਿੱਦਾਂ ਦਾ ਖਾਈਏ ਅੰਨ ਉਹੋ ਜਿਹਾ ਹੋਵੇ ਮਨ, ਤਾਂ ਉਹ ਕਹਾਵਤ ਇੱਦਾਂ ਹੀ ਆ। ਇਹ ਜਿਹੜਾ ਡਿਪਰੈਸ਼ਨ ਹੈ ਨਾ ਜੀ, ਜਦੋਂ ਆ ਕੇ ਕੋਈ ਮਰੀਜ਼ ਜਾਂ ਉਹਨਾਂ ਦਾ ਅਟੈਂਡੈਂਟ ਮੈਨੂੰ ਇਹ ਕਹਿੰਦੇ ਨੇ ਜੀ ਕਿ ਮੈਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੈ, ਅੱਛਾ, ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਇਹੀ ਕਹਿਣਾ ਵੀ ਇਸ ਨਾਮ ਨੂੰ ਅੱਜ ਤੋਂ ਡਿਲੀਟ ਕਰ ਦਿਓ। ਦੇਖੋ ਨਾ, ਤੁਸੀਂ ਦੇਖੋ ਡਿਪਰੈਸ਼ਨ ਨਾਮ ਲੈਣ ਨਾਲ ਨਾ ਬੰਦੇ ਨੂੰ ਇਹ ਲੱਗਣ ਲੱਗਦਾ ਕਿ ਮੈਂ ਤਾਂ ਬਿਮਾਰ ਹਾਂ। ਠੀਕ ਹੈ ਜੀ। ਮੈਂ ਕਿਹਾ ਤੁਸੀਂ ਸਟ੍ਰੈਸ ਕਹਿ ਲਓ, ਥੋੜਾ ਐਂਗਜ਼ਾਇਟੀ ਕਹਿ ਲਓ, ਥੋੜਾ ਇਹਦਾ ਸੁਧਰਾ ਰੂਪ ਕਹਿ ਲਓ, ਤੁਹਾਨੂੰ ਹੈ ਵੀ ਡਿਪਰੈਸ਼ਨ ਦਾ ਬਹੁਤ ਨੈਕਸਟ ਲੈਵਲ ਪਰ ਇਹ ਵੀ ਤੁਸੀਂ ਨਾ ਇਹਨੂੰ ਡਿਪਰੈਸ਼ਨ ਕਹਿ ਕੇ ਐਂ ਬਣਾ ਲੈਂਦੇ ਹੋ ਜੇ ਪਤਾ ਨਹੀਂ ਤੁਹਾਨੂੰ ਕੀ ਹੋ ਗਿਆ ਹੁੰਦਾ ਹੈ। ਇਹ ਲਾਈਫ ਸਟਾਈਲ ਡਿਸਆਰਡਰ ਹੈ। ਲੰਬਾ ਟਾਈਮ ਕਿਸੇ ਵੀ ਕੰਮ ਦੇ ਵਿੱਚ ਜ਼ਿਆਦਾ ਮੈਂਟਲੀ ਖੁੱਭਣਾ ਜਾਂ ਇੱਕ ਲੈਵਲ ਤੋਂ ਜ਼ਿਆਦਾ ਖੁੱਭਣਾ ਜਾਂ ਕਿਸੇ ਚੀਜ਼ ਦੀ ਚਿੰਤਾ ਇੱਕ ਲੈਵਲ ਤੋਂ ਵੱਧ ਕਰਨੀ। ਆਪਾਂ ਕਈ ਵਾਰ ਕਹਿੰਦੇ ਵੀ ਉਹਨੂੰ ਨਰਵਸਨੈਸ ਹੋ ਗਈ, ਮੈਨੂੰ ਤਾਂ ਮੇਰੇ ਤੋਂ ਐਕਸੀਡੈਂਟ ਹੋ ਗਿਆ, ਜਾਂ ਨਰਵਸਨੈਸ ਹੋ ਗਈ, ਮੈਂ ਉੱਥੇ ਗੱਲ ਦਾ ਠੀਕ ਜਵਾਬ ਨਹੀਂ ਦੇ ਸਕਿਆ। ਤੁਸੀਂ ਦੇਖੋ, ਸਮਝ ਹੀ ਨਹੀਂ ਆਇਆ ਮੈਂ ਕੀ ਗੱਲ ਕਰਾਂ। ਕਈਆਂ ਨੂੰ ਐਗਜ਼ਾਮ ਜਾ ਕੇ ਨਰਵਸਨੈਸ ਹੋ ਜਾਂਦੀ ਹੈ। ਇਹ ਉਹਦਾ ਇੱਕ ਟਾਈਪ ਹੈ। ਓਕੇ। ਕਿਸੇ ਚੀਜ਼ ਦਾ ਪ੍ਰੋਲੋਂਗ ਕਰਨਾ, ਕਿਸੇ ਥੋੜ੍ਹੀ ਬਹੁਤ ਪ੍ਰੋਬਲਮ ਦਾ ਪ੍ਰੋਲੋਂਗ ਕਰਨਾ, ਜ਼ਿਆਦਾ ਵਧਾਉਣਾ, ਉਹਨੂੰ ਚਾਹੇ ਆਪਾਂ ਸਟ੍ਰੈਸ ਕਹਿ ਲਓ, ਐਂਗਜ਼ਾਇਟੀ ਕਹਿ ਲਓ, ਜਾਂ ਅੱਗੇ ਉਹਨੂੰ ਜਿਹਨਾਂ ਨੂੰ ਕਈ ਨੂੰ ਨਾ ਆਦਤ ਹੁੰਦੀ ਹੈ ਅਨਵਾਇਡ ਕਰਨ ਦੀ ਬਿਮਾਰੀਆਂ ਦੀ, ਇਹਨੂੰ ਡਿਪਰੈਸ਼ਨ ਕਹਿ ਲਓ। ਇੱਕ ਉਹ ਹਿੰਦੀ ਦਾ ਸ਼ਬਦ ਹੈਗਾ ਮਨਨ ਕਰਨਾ, ਮਤਲਬ ਅਸੀਂ ਉਸ ਦੇ ਉੱਤੇ ਮੈਡੀਟੇਸ਼ਨ ਕਰਨਾ, ਮਤਲਬ ਉਹ ਅਸੀਂ ਜਿੱਦਾਂ ਮੈਡੀਟੇਸ਼ਨ ਕਰਦੇ ਹਾਂ ਉਸ ਤਰੀਕੇ ਦੇ ਨਾਲ ਅਸੀਂ ਆਪਣੀ ਪ੍ਰੋਬਲਮਸ ਨੂੰ ਕਈ ਵਾਰ ਸੋਚਣਾ ਸ਼ੁਰੂ ਕਰ ਦਿੰਦੇ ਹਾਂ। ਸੋਚਣਾ ਬਹੁਤ ਅੱਛੀ ਗੱਲ ਹੈ। ਮੈਡੀਟੇਸ਼ਨ ਬਲਕਿ ਬੰਦੇ ਨੂੰ ਹਲਕਾ ਕਰਦੀ ਹੈ, ਪਰ ਉਸ ਨੂੰ ਇਸ ਲੈਵਲ ਤੇ ਜਾ ਕੇ ਡੀਪ ਸੋਚਣਾ, ਜਿਵੇਂ ਮੈਂ ਦੱਸਦਾ, ਕਈ ਲੋਕਾਂ ਨੂੰ ਆਦਤ ਹੁੰਦੀ ਹੈ ਜੀ ਵੀ ਮੈਂ ਅਗਰ ਡਰਾਈਵ ਕਰਾਂਗਾ ਤਾਂ ਜਿਵੇਂ ਉਹਦਾ ਐਕਸੀਡੈਂਟ ਹੋਇਆ ਸੀ, ਮੈਨੂੰ ਤਾਂ ਆਏ ਨਾ ਹੋ ਜਾਵੇ, ਜਾਂ
ਦੇਖੋ ਜੀ, ਉਹਨੂੰ ਕੋਲੈਸਟਰੋਲ ਹੋਇਆ ਸੀਗਾ, ਉਹਦੀ ਡੈਥ ਹੋ ਗਈ ਸੀ। ਮੇਰਾ ਵੀ ਕੋਲੈਸਟਰੋਲ ਹਾਈ ਰਹਿਣ ਲੱਗ ਗਿਆ ਜੀ, ਉਹਨੂੰ ਜ਼ਿਆਦਾ ਦਿਮਾਗ ਤੇ ਬੋਝ ਪਾ ਲੈਣਾ। ਇਹਦੀਆਂ ਕਾਰਨ ਤਾਂ ਇਹਦੇ ਵਿੱਚ ਇਹਦੇ ਬਹੁਤ ਨੇਗੇ ਜੀ। ਸਭ ਤੋਂ ਬੜਾ ਮੈਂ ਜ਼ਿਆਦਾਤਰ ਅੱਜ ਕੱਲ੍ਹ ਸਮਾਜ ਵਿੱਚ ਦੇਖਦਾ ਨਾ ਜੀ, ਹਰੇਕ ਬੰਦਾ ਆਪਦੀ ਲਾਈਫ ਦੇ ਇੱਕ ਪਲੈਨਿੰਗ ਬਣਾਉਂਦਾ ਹੈ। ਇੱਕ ਹੁੰਦਾ ਪਲੈਨਿੰਗ, ਇੱਕ ਹੁੰਦੇ ਖਿਆਲੀ ਪਲਾਓ। ਖਿਆਲੀ ਪਲਾਓ ਬਣਾਉਣ ਵਾਲੇ ਦੇ ਜਦੋਂ ਪਲਾਓ ਜਿਹੜੇ ਨੇ ਠੀਕ ਪੱਕਦੇ ਨਹੀਂ ਜਾਂ ਉਹਨਾਂ ਦੇ ਏਮਸ ਪੂਰੇ ਜਿਹੜੇ ਨੇਗੇ ਉਹ ਨਹੀਂ ਪੂਰੇ ਹੁੰਦੇ ਜੀ, ਉਹ ਫਿਰ ਨਾ ਇੱਕ ਆਪਦੇ ਆਪ ਨੂੰ ਆਈਸੋਲੇਟ ਮਹਿਸੂਸ ਕਰਨ ਲੱਗ ਜਾਂਦੇ ਨੇ ਘਰਦਿਆਂ ਨਾਲੋਂ, ਸਮਾਜ ਨਾਲੋਂ, ਦੋਸਤਾਂ ਮਿੱਤਰਾਂ ਨਾਲੋਂ। ਵੀ ਦੇਖੀ ਇਹ ਬੜੀਆਂ ਡੀਂਗਾਂ ਮਾਰਦਾ ਸੀ ਪਰ ਇਹਦਾ ਕੰਮ ਤਾਂ ਇਹ ਹੋਇਆ ਨਹੀਂ ਗਾ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਕੋਈ ਲਾਈਫ ਦੇ ਗੋਲ ਸੈੱਟ ਕਰਨਾ ਕੋਈ ਮਾੜੀ ਗੱਲ ਨਹੀਂ, ਲੇਕਿਨ ਉਹਨਾਂ 'ਚ ਇੰਨਾ ਖੁੱਭਣਾ ਵੀ ਜੇ ਉਹ ਨਹੀਂ ਹੋਏ, ਕੰਪਲੀਟ ਨਹੀਂ ਹੋਏ, ਤਾਂ ਉਹਨਾਂ ਨੂੰ ਆਪਦੇ ਮਨ 'ਤੇ ਲੈ ਕੇ ਜੀ ਆਪਦੇ ਆਪ ਨੂੰ ਇੰਨਾ ਗ੍ਰਸਤ ਕਰ ਲੈਣਾ ਕਿ ਬਲੱਡ ਪ੍ਰੈਸ਼ਰ ਹਾਈ ਕਰ ਲੈਣਾ, ਸ਼ੂਗਰ ਸਟਾਰਟ ਹੋ ਜਾਣੀ, ਸ਼ੂਗਰ ਦਾ ਲੈਵਲ ਵਧਣਾ ਸ਼ੁਰੂ ਹੋ ਜਾਣਾ ਜੀ, ਨੀਂਦ ਇਨਸੋਮਨੀਆ ਹੋ ਜਾਣਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਜੀ, ਇਹ ਆਪਾਂ ਉਹਨੂੰ ਐਂਗਜ਼ਾਇਟੀ। ਦੇਖੋ ਇੱਕ ਬੰਦਾ ਨਾ ਡਿਸਿਪਲਿਨ ਲਾਈਫ ਜੀਂਦਾ ਹੈਗਾ ਜੀ, ਇੰਨੇ ਵਜੇ ਉੱਠ ਕੇ ਸੈਰ ਕਰਨਾ ਹੈ, ਇੰਨੇ ਵਜੇ ਬ੍ਰੇਕਫਾਸਟ ਕਰਨਾ ਹੈ, ਇਹ ਬੜੀਆਂ ਅੱਛੀਆਂ ਆਦਤਾਂ ਨੇ ਜੀ। ਔਰ ਉਹਦੇ ਮੁਤਾਬਕ ਹੀ ਉਹ ਸਾਰਾ ਦਿਨ ਆਪਦਾ ਦਿਨਚਰੀਆ, ਰਿਤੂ ਮੁਤਾਬਕ, ਗਰਮੀ ਮੁਤਾਬਕ, ਸਰਦੀ ਮੁਤਾਬਕ ਕੱਪੜੇ ਪਹਿਨਣੇ, ਉਹੋ ਜਿਹੀ ਖਾਣਾ ਪੀਣਾ। ਜੇ ਦੁਪਹਿਰ ਦਾ ਖਾਣਾ ਹਜਮ ਹੋ ਗਿਆ ਤਾਂ ਸ਼ਾਮ ਨੂੰ ਖਾਣਾ ਹੈਵੀ ਖਾਣਾ, ਨਹੀਂ ਤਾਂ ਸ਼ਾਮ ਨੂੰ ਖਾਣਾ ਨਾ ਖਾਣਾ। ਹੁਣ ਲੇਕਿਨ ਇਹਨਾਂ ਚੀਜ਼ਾਂ ਨੂੰ ਦੇ ਇੰਨਾ ਅਧੀਨ ਹੋ ਜਾਣਾ ਵੀ ਤੁਸੀਂ ਕਿਸੇ ਜਰਨੀ 'ਤੇ ਗਏ ਹੋ ਜੀ, ਤੁਸੀਂ ਕਿਸੇ ਫੰਕਸ਼ਨ 'ਚ ਗਏ ਹੋ, ਉੱਥੇ ਜਾ ਕੇ ਵੀ ਜੇ ਮੰਨ ਲਓ ਥੋੜ੍ਹਾ ਜ਼ਿਆਦਾ ਖਾਇਆ ਗਿਆ ਤਾਂ ਉਹਨੂੰ ਇਹ ਸੋਚੀ ਵੀ ਮੈਂ ਤਾਂ ਇਹ ਖਾ ਗਿਆ, ਮੈਨੂੰ ਤਾਂ ਇਹ ਹੋ ਜਾਏਗਾ, ਮੈਨੂੰ ਤਾਂ ਆਹ ਬਿਮਾਰੀ ਹੋ ਜਾਏਗੀ, ਦਿਮਾਗ 'ਤੇ ਬਿਠਾ ਲਿਆ ਤੁਸੀਂ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਜੀ, ਇਹ ਆਪਾਂ ਖੁਦ ਅਨਵਾਇਡ ਕਰਦੇ ਹਾਂ। ਹੁਣ ਆਯੁਰਵੇਦ ਦਾ ਆਪਾਂ ਜਿਹੜਾ ਦੋਸ਼ਾਂ ਦੀ ਗੱਲ ਕਰਦੇ ਹੁੰਦੇ ਹਾਂ, ਉਹ ਕੀ ਹੁੰਦਾ ਹੈਗਾ ਜੀ? ਏਅਰ ਐਲੀਮੈਂਟ। ਵਾਤ ਜਿਹੜਾ ਦੋਸ਼ ਹੈ ਉਹ ਕੁਪਤ ਹੁੰਦਾ, ਉਹ ਡਿਸਟਰਬ ਹੁੰਦਾ ਹੈਗਾ ਜ਼ਿਆਦਾ ਸੋਚਣ ਦੇ ਨਾਲ ਜਾਂ ਟੈਨਸ਼ਨ ਲੈਣ ਨਾਲ। ਕੋਈ ਵੀ ਕਾਰਨ ਲਾ ਲਓ ਜੀ, ਧਨ ਲੋਸ ਹੋ ਜਾਣਾ, ਯਸ਼ ਲੋਸ ਹੋ ਜਾਣਾ, ਕੋਈ ਸਿਹਤ ਦਾ ਲੋਸ ਹੋ ਜਾਣਾ, ਠੀਕ ਹੈ ਜੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇਗੀਆਂ ਦੁਬਾਰਾ ਰਿਵਾਈਵ ਹੋ ਸਕਦੀਆਂ ਨੇ ਆਪਦੇ ਆਪ ਨੂੰ ਕਰਮਠ ਹੋਣ ਨਾਲ, ਆਪਦੇ ਆਪ ਨੂੰ ਡਿਸਿਪਲਿਨ 'ਚ ਰਹਿ ਕੇ, ਆਪਦੇ ਆਪ ਨੂੰ ਲਾਈਫ ਸਟਾਈਲ ਨੂੰ ਚੇਂਜ ਕਰਕੇ। ਸਭ ਚੀਜ਼ਾਂ ਆਪਾਂ ਇਹ ਦੁਬਾਰਾ ਰਿਵਾਈਵ ਹੋ ਸਕਦੀਆਂ ਨੇ। ਸਿਹਤ ਸਭ ਤੋਂ ਪਹਿਲਾਂ ਤਾਂ ਕਹਿੰਦੇ ਵੀ ਜੇ ਵੈਲਥ ਲੋਸ ਹੋ ਗਈ ਕੋਈ ਗੱਲ ਨਹੀਂ, ਲੇਕਿਨ ਸਿਹਤ ਜਿਹੜੀ ਹੈ ਨਾ ਉਹ ਤੁਹਾਡੀ ਜੇ ਸਹੀ ਹੈ, ਤੁਹਾਡੇ ਪੈਰਾਮੀਟਰ ਸਹੀ ਕੰਮ ਕਰ ਰਹੇ ਨੇ, ਤੁਹਾਡੇ ਟੌਕਸਿਕ ਪ੍ਰੋਪਰ ਨਿਕਲ ਰਹੇ ਨੇ, ਤੁਹਾਨੂੰ ਖਾਣਾ ਠੀਕ ਹਜਮ ਹੋ ਰਿਹਾ ਹੈਗਾ, ਤਾਂ ਤੁਹਾਨੂੰ ਸਭ ਚੀਜ਼ਾਂ ਜਿਹੜੀਆਂ ਨੇ ਅੱਛੀਆਂ ਲੱਗਣਗੀਆਂ। ਮੇਰੇ ਖਿਆਲ ਨਾਲ ਬਹੁਤ ਸਾਰੇ ਦਰਸ਼ਕ ਜਿਹੜੇ ਦੇਖ ਰਹੇ ਹੋਣਗੇ ਉਹ ਸੋਚਦੇ ਹੋਣਗੇ ਕਿ ਜਿਹਦਾ ਲਾਸ ਹੋਇਆ ਹੁੰਦਾ ਉਹਨੂੰ ਪਤਾ ਹੁੰਦਾ, ਪਰ ਅਸੀਂ ਇੱਥੇ ਸ਼ਾਇਦ ਵੈਦ ਸਾਹਿਬ ਜੋ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਸਾਡੀ ਗੱਲ ਤੋਂ ਜੋ ਨਤੀਜਾ ਨਿਕਲਦਾ ਉਹ ਇਹ ਹੈ ਕਿ ਜੋ ਤੁਹਾਡਾ ਨੁਕਸਾਨ ਹੋ ਗਿਆ ਉਹ ਤੇ ਤੁਸੀਂ ਵਾਪਸ ਹੁਣ ਲਿਆ ਨਹੀਂ ਸਕਦੇ, ਪਰ ਉਹਦੇ ਬਾਰੇ ਜ਼ਿਆਦਾ ਸੋਚਣ ਦੇ ਨਾਲ ਤੁਸੀਂ ਆਪਣੇ ਸਰੀਰਕ ਜਾਂ ਮੈਂਟਲੀ ਜੋ ਨੁਕਸਾਨ ਕਰੋਗੇ ਉਹ ਹਾਲੇ ਤੁਹਾਡੇ ਕੰਟਰੋਲ 'ਚ ਹੈ, ਤਾਂ ਉਹ ਨੁਕਸਾਨ ਨਾ ਕਰੋ। ਮੈਂ ਇਸ ਤੋਂ ਵੀ ਅਗਲੀ ਗੱਲ ਕਹਿਣਾ ਜੀ, ਜੋ ਤੁਹਾਡਾ ਨੁਕਸਾਨ ਹੋ ਗਿਆ ਉਹ ਵੀ ਵਾਪਸ ਆ ਸਕਦਾ ਹੈ, ਲੇਕਿਨ ਉਸ ਸਪਿਰਿਚੁਅਲ ਪਾਵਰ ਤੇ ਔਰ ਆਪਣੇ ਆਪ ਤੇ, ਤੁਹਾਡੇ ਅੰਦਰ ਵੀ ਇੱਕ ਸਪਿਰਿਚੁਅਲ ਪਾਵਰ ਹੈ ਜਿਹਨੂੰ ਆਪਾਂ ਮਨ ਕਹਿੰਦੇ ਆ, ਆਤਮਾ ਕਹਿੰਦੇ ਆ, ਉਹ ਤੇ ਭਰੋਸਾ ਰੱਖੋ, ਵਿਚਲਿਤ ਨਾ ਹੋਵੋ। ਮੈਂ ਜ਼ਿਆਦਾਤਰ ਲੋਕਾਂ ਨੂੰ ਦੇਖਿਆ ਜੀ, ਮੇਰੇ ਕੋਲ ਪੇਸ਼ੈਂਟ ਵੀ ਆਉਂਦੇ ਨੇਗੇ, ਉਹ ਕੀ ਕਰਦੇ ਨੇਗੇ, ਬਹੁਤ ਜਲਦੀ ਨਾ ਵਿਚਲਿਤ ਹੋ ਜਾਂਦੇ ਨੇਗੇ, ਇੰਬੈਲੈਂਸ, ਆਪਾ ਖੋਣਾ ਹੋ ਜਾਂਦਾ ਹੈਗਾ। ਉਹ ਸੋਚਦੇ ਵੀ ਨਹੀਂ ਇਹ ਆਇਓ ਕਿਉਂ ਨਹੀਂ ਹੋਇਆ। ਇੱਥੇ ਥੋੜ੍ਹਾ ਮੈਂ ਰਿਲੀਜੀਅਸ ਟੱਚ ਵੀ ਦੇਣਾ ਚਾਹੁੰਦਾ ਵੀ ਉਸ ਦੇ ਬਿਨਾਂ, ਉਸ ਪਰਮਾਤਮਾ ਦੇ ਬਿਨਾਂ ਇੱਕ ਪੱਤਾ ਨਹੀਂ ਹਿਲਦਾ ਜੀ। ਜਿਹੜੇ ਲੋਕ ਇਹ ਸੋਚਦੇ ਨੇ ਕਿ ਮੈਂ ਇੰਨਾ ਕੁਛ ਅਚੀਵ ਕਰ ਲਿਆ, ਉਹ ਵੀ ਗਲਤ ਸੋਚਦੇ ਨੇ। ਉਹ ਸਭ ਕੁਝ ਲਿਖਿਆ ਹੋਇਆ ਉਸ ਪਰਮਾਤਮਾ ਦੀ ਕਿਰਪਾ ਨਾਲ ਹੋਇਆ ਤੁਹਾਡਾ। ਜਿਹੜੇ ਕਹਿੰਦੇ ਮੈਂ ਇੰਨਾ ਲੋਸ ਕਰ ਲਿਆ, ਇਹ ਵੀ ਸਭ ਲਿਖਿਆ ਹੋਇਆ। ਤੁਸੀਂ ਕੁਛ ਵੀ ਨਹੀਂ ਕੀਤਾ, ਨਾ ਤੁਸੀਂ ਬਹੁਤ ਕੁਝ ਅਚੀਵ ਕੀਤਾ, ਨਾ ਤੁਹਾਨੇ ਕੋਈ ਲੋਸ ਕੀਤਾ। ਇਹ ਸਭ ਕੁਛ ਉਸ ਦੀ ਆਪਦੀ ਖੇਡ ਹੈ ਜਿਹੜੀ ਆਪਾਂ ਉਰੇ ਖੇਡਣ ਆਏ ਹੋਏ ਹਾਂ ਜੀ। ਤੁਸੀਂ ਸਿਰਫ ਇਮਾਨਦਾਰੀ ਨਾਲ, ਓਨੈਸਟੀ ਨਾਲ, ਜੋ ਤੁਹਾਡੀਆਂ ਰਿਸਪੋਂਸੀਬਿਲਿਟੀਜ਼ ਨੇ, ਕਿਹਦੇ ਪ੍ਰਤੀ? ਆਪਦੇ ਪੇਰੈਂਟਸ ਪ੍ਰਤੀ, ਆਪਦੇ ਬੱਚਿਆਂ ਪ੍ਰਤੀ, ਆਪਣੇ ਲਾਈਫ ਪਾਰਟਨਰ ਪ੍ਰਤੀ, ਸਮਾਜ ਪ੍ਰਤੀ, ਜਿਵੇਂ ਮੈਂ ਡਾਕਟਰ ਹਾਂ, ਆਪਦੇ ਪੇਸ਼ੈਂਟ ਪ੍ਰਤੀ ਜੋ ਤੁਹਾਡੀਆਂ ਜ਼ਿੰਮੇਵਾਰੀਆਂ ਨੇ ਉਹਨੂੰ ਓਨੈਸਟਲੀ ਨਿਭਾਉਂਦੇ ਰਹੋ। ਤੁਹਾਨੂੰ ਕਦੇ ਐਂਗਜ਼ਾਇਟੀ, ਇਹ ਡਿਪਰੈਸ਼ਨ ਦਾ ਖੈਰ ਨਾਮ ਹੀ ਬਹੁਤ ਹੋਏਗਾ, ਇਹ ਸਟ੍ਰੈਸ ਨਹੀਂ ਹੋਏਗਾ। ਹੁਣ ਇੱਕ ਆਪਾਂ ਨੋਰਮਲ ਗੱਲ ਲੈਂਦੇ ਹਾਂ। ਮੈਂ ਤੁਹਾਡੇ ਤੋਂ ਇੱਕ ਸਵਾਲ ਵੀ ਕਰਨਾ ਸੀ, ਪਹਿਲਾਂ ਤੁਸੀਂ ਸਵਾਲ ਸ਼ਾਇਦ ਤੁਹਾਡੀ ਗੱਲ ਉਧਰ ਵੀ ਰਿਲੇਟ ਕਰਦੀ ਹੋਵੇ। ਜਿਵੇਂ ਕਿ ਮੈਂ ਸਟਾਰਟਿੰਗ 'ਚ ਹੀ ਕਿਹਾ ਸੀਗਾ ਕਿ ਲੋਕੀ ਨੂੰ ਸਟੇਟ ਆਫ ਮਾਈਂਡ ਸਮਝ ਲੈਂਦੇ ਨੇ। ਹੁਣ ਅਸੀਂ ਅੱਜ ਇਹੀ ਦਰਸ਼ਕਾਂ ਨੂੰ ਦੱਸਣਾ ਚਾਹ ਰਹੇ ਸੀ ਕਿ ਇਹ ਬਿਮਾਰੀ ਹੈ ਕਿਵੇਂ, ਅਤੇ ਜੇ ਬਿਮਾਰੀ ਕੀ ਇਹ ਇਕੱਲੀ ਇਹ ਖੁਦ ਬਿਮਾਰੀ ਹੈ ਜਾਂ ਫਿਰ ਇਹ ਬਿਮਾਰੀਆਂ ਨੂੰ ਇਨਵਾਈਟ ਵੀ ਕਰਦੀ ਹੈ।
ਸੋ ਜੋ ਵੀ ਤੁਸੀਂ ਗੱਲ ਦੱਸ ਰਹੇ ਉਸ ਦੇ ਨਾਲ ਇਹਦਾ ਵੀ ਜਵਾਬ। ਲੌਜੀਕਲੀ ਸ਼ੇਖਰ ਜੀ, ਜਦੋਂ ਅਸੀਂ ਕਿਸੇ ਚੀਜ਼ ਨੂੰ ਇੱਕ ਲਿਮਟ ਤੋਂ ਜ਼ਿਆਦਾ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਜੀ, ਜਾਂ ਆਪਣਾ ਇੱਕ ਪ੍ਰੈਸਟੀਜ ਬਣਾ ਲੈਂਦੇ ਹਾਂ, ਮੈਂ ਕਹਿੰਦਾ ਕੋਈ ਮਾੜੀ ਗੱਲ ਨਹੀਂ ਹੈ। ਇੱਕ ਲਿਮਟ ਤੱਕ ਜੇ ਤੁਸੀਂ ਤਾਂ ਹੀ ਅੱਗੇ ਕੁਝ ਬਣ ਸਕੋਗੇ ਜੇ ਤੁਹਾਡਾ ਗੋਲ, ਤੁਹਾਡਾ ਏਮ ਤੁਹਾਨੇ ਹਾਈ ਰੱਖਿਆ ਹੋਏਗਾ। ਲੇਕਿਨ ਹਮੇਸ਼ਾ ਇਹ ਮਨ ਵਿੱਚ ਰੱਖੋ ਵੀ ਜੇ ਮੰਨ ਲਓ ਇਹਦੇ ਵਿੱਚ ਅਸੀਂ ਥਿੜਕਦੇ ਹਾਂ ਜਾਂ ਸਾਡਾ ਕੰਪਲੀਟ ਨਹੀਂ ਹੁੰਦਾ, ਤਾਂ ਉੱਥੇ ਇਹ ਮਨ ਨੂੰ ਸਮਝਾਓ ਵੀ ਪਤਾ ਨਹੀਂ ਪ੍ਰਮਾਤਮਾ ਨੇ ਇਸ ਤੋਂ ਵੀ ਜ਼ਿਆਦਾ ਮੇਰੇ ਲਈ ਕੋਈ ਅੱਛੀ ਚੀਜ਼ ਸੋਚੀ ਹੋਈ ਹੈ। ਇਹ ਮੈਂ ਪ੍ਰੈਕਟੀਕਲੀ ਤੁਹਾਨੂੰ ਲਾਈਫ ਦੀਆਂ ਗੱਲਾਂ ਦੱਸ ਰਿਹਾ ਮੇਰੇ ਕੋਲ, ਕਿਉਂਕਿ ਮੇਰੇ ਕੋਲ ਫੁੱਟਫਾਲ ਹੈ। ਮੈਂ ਪਤਾ ਨਹੀਂ ਕਿੰਨਾ ਲੱਖਾਂ ਲੋਕਾਂ ਨੂੰ ਦੇਖ ਚੁੱਕੇ ਹਾਂ, ਲੱਖਾਂ ਲੋਕਾਂ ਨਾਲ ਡਿਸਕਸ ਕਰ ਚੁੱਕੇ ਹਾਂ, ਕਿੰਨੇ ਪੇਸ਼ੈਂਟ ਮੈਂ ਇੰਨੇ ਸਾਲਾਂ ਵਿੱਚ ਦੇਖ ਚੁੱਕੇ ਹਾਂ। ਇਹ ਹਮੇਸ਼ਾ ਇਹ ਸੋਚੋ ਵੀ ਜੇ ਤੁਹਾਨੂੰ ਇਹ ਚੀਜ਼ ਅਚੀਵ ਨਹੀਂ ਹੋਈ ਨਾ, ਤਾਂ ਹੋ ਸਕਦਾ ਪਰਮਾਤਮਾ ਨੇ ਤੁਹਾਨੂੰ ਇਸ ਤੋਂ ਅੱਛੀ ਕੋਈ ਚੀਜ਼ ਦੇਣੀ ਹੈ ਜੀ। ਆਪਾਂ ਦੇਖੋ ਐਂਗਜ਼ਾਇਟੀ ਜਾਂ ਡਿਪਰੈਸ਼ਨ ਕਿਸ ਚੀਜ਼ ਦਾ, ਹਮੇਸ਼ਾ ਇਸ ਚੀਜ਼ ਦਾ ਲੈਂਦੇ ਹਾਂ। ਹੁਣ ਮੰਨ ਲਓ ਕਿਸੇ ਨੂੰ ਬਿਮਾਰੀ ਹੋ ਗਈ ਹੈ ਜੀ, ਮੈਂ ਹਮੇਸ਼ਾ ਦੱਸਦਾ ਹੁੰਦਾ ਔਰ ਇਹ ਪ੍ਰੈਕਟੀਕਲੀ ਇਹ ਗੱਲ ਤੁਸੀਂ ਵੀ ਜਿਹੜੇ ਮੇਰੀ ਗੱਲ ਦਰਸ਼ਕ ਗੱਲ ਸੁਣ ਰਹੇ ਨੇ ਇਸ ਚੀਜ਼ ਨੂੰ ਇੰਡੋਰਸ ਕਰਨਗੇ ਵੀ ਕੋਈ ਐਸੀ ਬਿਮਾਰੀ, ਕੋਈ ਐਸਾ ਏਲਮੈਂਟ ਇਸ ਸ੍ਰਿਸ਼ਟੀ 'ਤੇ ਨਹੀਂ ਹੈ ਜਿਹਦਾ ਇਲਾਜ ਨਹੀਂ ਹੈ, ਜਿਹਦਾ ਹੱਲ ਨਹੀਂ ਹੈ। ਸਿਰਫ ਉਸ ਨੂੰ ਲੱਭਣਾ, ਔਰ ਤਾਂ ਹੀ ਠੀਕ ਲੱਭ ਸਕਦੇ ਹੋ ਜੇ ਪ੍ਰੈਜੈਂਸ ਆਫ ਮਾਈਂਡ ਹੋਏਗਾ ਤੁਹਾਡਾ। ਅਗਰ ਤੁਸੀਂ ਉਹਦੇ ਮਨ ਨੂੰ ਇੰਬੈਲੈਂਸ ਕਰ ਲਿਆ, ਮਾਨਸਿਕ ਤੌਰ 'ਤੇ ਇੰਬੈਲੈਂਸ ਕਰ ਲਿਆ, ਜਿਹਨੂੰ ਆਪਾਂ ਡਿਪਰੈਸ਼ਨ ਕਹਿੰਦੇ ਹਾਂ, ਜਿਹਨੂੰ ਆਪਾਂ ਐਂਗਜ਼ਾਇਟੀ ਕਹਿੰਦੇ ਹਾਂ, ਜਿਹਨੂੰ ਆਪਾਂ ਸਟ੍ਰੈਸ ਕਹਿੰਦੇ ਹਾਂ, ਤਾਂ ਤੁਸੀਂ ਉਹਦਾ ਹੱਲ ਨਹੀਂ ਲੱਭ ਸਕਦੇ। ਤੁਸੀਂ ਬਲਕਿ ਹੋਰ ਡੀਪ ਹੋਈ ਚਲੇ ਜਾਂਦੇ ਹੋ। ਘਰ ਦੇ ਵਿੱਚ ਕਈ ਵਾਰ ਆਈਸੋਲੇਸ਼ਨ, ਕੋਈ ਘਰ ਦੇ ਵਿੱਚ ਨਸ਼ਾ ਕਰ ਰਿਹਾ, ਆਪਾਂ ਚਲੋ ਨਸ਼ੇ ਦੀ ਗੱਲ ਲੈ ਲਓ ਜੀ, ਤਾਂ ਨਸ਼ਾ ਕਰਨ ਵਾਲਾ ਤਾਂ ਅਧੀਨ ਹੋ ਜਾਂਦਾ ਉਹਦੇ, ਉਹ ਤਾਂ ਡਿਪਰੈਸ਼ਨ ਜਾਂ ਸਟ੍ਰੈਸ ਲੈਂਦਾ ਹੈਗਾ ਕਿਉਂਕਿ ਉਹਦਾ ਇੱਕ ਸਟੇਜ ਆ ਜਾਂਦੀ ਹੈ। ਲੇਕਿਨ ਜਿਹੜੇ ਘਰ ਦੇ ਹੁੰਦੇ ਨੇ, ਚਾਹੇ ਉਹਦੀ ਵਾਈਫ ਹੈ, ਪੇਰੈਂਟਸ ਨੇ, ਬਰਦਰ ਸਿਸਟਰ ਨੇਗੇ, ਉਹ ਵੀ ਇੱਕ ਹਰ ਵਕਤ ਮਾਨਸਿਕ ਤੌਰ 'ਤੇ ਬਿਮਾਰ ਰਹਿਣਾ ਸ਼ੁਰੂ ਹੋ ਜਾਂਦੇ ਨੇ ਉਹਦੀ ਹਾਲਤ ਦੇਖ ਕੇ, ਘਰ ਦਾ ਫਿਊਚਰ ਦੇਖ ਕੇ। ਲੇਕਿਨ ਮੈਂ ਫਿਰ ਤੁਹਾਨੂੰ ਕਹਿ ਰਿਹਾ ਵੀ ਉਹ 'ਤੇ ਭਰੋਸਾ ਰੱਖ ਕੇ ਹਰੇਕ ਚੀਜ਼ ਨੂੰ ਚੈਲੰਜ, ਲਾਈਫ ਦੇਖੋ ਇੱਕ ਆਪਣੀ ਚੈਲੰਜ ਹੈ, ਹਰ ਰੋਜ਼ ਆਪਣੇ ਅੱਗੇ ਨਵੇਂ ਚੈਲੰਜ ਹੁੰਦੇ ਨੇਗੇ। ਜੇ ਤੁਸੀਂ ਉਸ ਨੂੰ ਚੈਲੰਜ ਮੰਨ ਕੇ ਸਾਰੇ ਲੋਕ ਕੋਸ਼ਿਸ਼ ਕਰੋਗੇ ਤਾਂ ਉਹ ਨਸ਼ਾ ਵੀ ਛੁੱਟ ਜਾਏਗਾ, ਔਰ ਉਸੇ ਤਰ੍ਹਾਂ ਲਾਈਫ ਜਿਹੜੀ ਹੈ ਤੁਹਾਡੀ ਬੜੀ ਪ੍ਰੈਕਟੀਕਲੀ ਫਰੂਟਫੁਲ ਹੋ ਜਾਏਗੀ। ਤਾਂ ਲੇਕਿਨ ਜੇ ਤੁਸੀਂ ਇਹੀ ਸੋਚ ਕੇ ਆਪਦੇ ਆਪ ਨੂੰ ਮਾਨਸਿਕ ਤੌਰ 'ਤੇ ਬਿਮਾਰ ਕਰ ਲਿਆ, ਸਿਮਿਲਰਲੀ ਘਰ ਦੇ ਵਿੱਚ ਕਿਸੇ ਵੀ ਮੈਂਬਰ ਨੂੰ ਕੋਈ ਬਿਮਾਰੀ ਹੋ ਜਾਂਦੀ ਹੈ, ਟਿਊਬਰਕਲੋਸਿਸ ਹੋ ਗਿਆ, ਕੈਂਸਰ ਹੋ ਗਿਆ, ਕੋਈ ਲੰਬੀ ਬਿਮਾਰੀ ਹੋ ਜਾਂਦੀ ਹੈ, ਹੌਸਪੀਟਲ ਜਾਣਾ ਪੈ ਰਿਹਾ ਹੈ, ਰੋਜ਼ ਟੈਸਟ ਹੋ ਰਹੇ ਨੇਗੇ, ਧਨ ਦਾ ਲਾਸ ਹੋ ਰਿਹਾ ਹੈਗਾ, ਪਰਮਾਤਮਾ ਨਾ ਕਰੇ ਕਿਸੇ ਨਾਲ ਇਸ ਤਰ੍ਹਾਂ ਹੋਵੇ, ਲੇਕਿਨ ਹੋ ਰਿਹਾ ਨਾ, ਤਾਂ ਉਹ ਪਰ ਜਿਹੜੀ ਸਪਿਰਿਚੁਅਲ ਪਾਵਰ ਹੈ ਉਹ ਤੁਹਾਡੇ ਅੰਦਰ ਹੈ। ਮੈਂ ਬਾਰ-ਬਾਰ ਤੁਹਾਨੂੰ ਇਹ ਨਹੀਂ ਕਿਹਾ ਵੀ ਤੁਸੀਂ ਕਿਸੇ ਧਾਰਮਿਕ ਸਥਾਨਾਂ ਜਾ ਕੇ ਮੱਥੇ ਟੇਕੋ, ਉਹ ਇੱਕ ਅਲੱਗ ਗੱਲ ਹੈ, ਆਪਾਂ ਸਾਰੇ ਟੇਕ ਦਿਆਂਗੇ, ਪਰ ਜਿਹੜਾ ਤੁਹਾਡੇ ਅੰਦਰ ਪਰਮਾਤਮਾ ਬੈਠਾ ਨਾ, ਉਹਦੀ ਗੱਲ ਨੂੰ ਸੁਣੋ। ਪ੍ਰੈਜੈਂਸ ਆਫ ਮਾਈਂਡ ਦੇ ਨਾਲ ਉਹ ਬਿਮਾਰੀ ਦਾ ਹੱਲ ਵੀ ਤੁਹਾਨੂੰ ਤੁਹਾਡੇ ਕੋਲ ਹੀ ਮਿਲੇਗਾ ਜੀ। ਤੁਹਾਨੂੰ ਆਪਦੇ ਆਪੇ ਇਸ ਤਰ੍ਹਾਂ ਦੀ ਜੀ। ਸਾਡੇ ਨਾਲ ਇੱਕ ਦਰਸ਼ਕ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਬੇਟੇ। ਹਾਂਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਆਪਣਾ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ? ਹਾਂਜੀ, ਮੈਂ ਆਪਦੇ ਬੇਟੇ ਬਾਰੇ ਪੁੱਛਣਾ ਜੀ। ਤੇ ਮੇਰਾ ਨਾਮ ਤਾਂ ਪਰਮਜੀਤ ਹੈ ਜੀ, ਤੇ ਮੇਰੇ ਬੇਟੇ ਦੀ ਉਮਰ 44 ਸਾਲ ਹੈ ਜੀ, 45 ਦੀ ਹੋ ਜੂਗੀ ਜੀ ਹੁਣ। ਤੇ ਉਹਨਾਂ ਬਾਰੇ ਪੁੱਛਣਾ, ਉਹ ਕੰਮ ਤੇ ਹੈ ਜੀ। ਉਹਨਾਂ ਨੂੰ ਨਾ ਸਿਰ ਦੁਖਦਾ, ਜਮਾਂ ਉੱਪਰਲਾ ਪਾਸਾ ਸਿਰ ਦਾ, ਤਾਲਗੇ ਤੋਂ ਮਗਰ ਨੂੰ। ਤੇ ਇੱਕ ਉਹਦੀ ਜੋਬ ਵੀ ਕੰਪਿਊਟਰ ਦੀ, ਸਾਡੇ ਦੀ ਕਾਲਾਂ ਲੈਣੀਆਂ, ਤੇ ਥੋੜੀ ਜੀ ਪਿਛਲੇ ਸਾਲ ਦਾ ਦੁਖਦਾ ਜੀ। ਚਿੰਤਾ ਵੀ ਸੀਗੀ ਕਿਉਂਕਿ ਸਾਡੀ ਨੂੰਹ ਸਿੱਕ ਹੋ ਗਈ ਸੀਗੀ, ਤੇ ਉਹਦੇ ਬਾਰੇ ਪੁੱਛਣਾ। ਉੱਤੋਂ ਸਿਰ ਪੋਲਾ ਵੀ ਹੈ ਜਦੋਂ ਹੱਥ ਲਾਈਦਾ ਜੀ, ਤੇ ਦੁਖਦਾ ਬਹੁਤ। ਬੇਟੇ ਦਾ ਨਾਮ ਕੀ ਦੱਸਿਆ ਜੀ ਤੁਸੀਂ? ਹੈ ਜੀ, ਬੇਟੇ ਦਾ ਨਾਮ ਕੀ ਦੱਸਿਆ ਤੁਸੀਂ ਆਪਣੇ? ਬੇਟੇ ਦਾ ਨਾਮ ਰਾਜ। ਠੀਕ ਹੈ। ਅੱਛਾ, ਤੁਸੀਂ ਉਹਨਾਂ ਨਾਲ ਗੱਲ ਨਹੀਂ ਕਰਾ ਸਕਦੇ? ਜੇ ਹੁਣੇ ਨਹੀਂ ਕਰਾ ਸਕਦੇ, ਕੀ ਇੱਦਾਂ ਕਰ ਸਕਦੇ ਹੋ ਤੁਸੀਂ, ਜਿਹੜਾ ਵੈਦ ਸਾਹਿਬ ਦਾ ਨੰਬਰ ਹੈ ਉਹਨਾਂ ਦੇ ਨਾਮ ਦੇ ਬਿਲਕੁਲ ਨੀਚੇ ਲਿਖਿਆ ਹੋਇਆ 94 170 42 231, ਇਹ ਨੰਬਰ ਤੁਸੀਂ ਨੋਟ ਕਰਕੇ ਉਹਨਾਂ ਨੂੰ ਪਲੀਜ਼ ਦੇ ਦਿਓ, ਤੇ ਉਹ ਵੈਦ ਸਾਹਿਬ ਨੂੰ ਇੰਡੀਆ ਦੇ ਦਿਨ ਦੇ ਟਾਈਮ ਦੇ ਹਿਸਾਬ ਦੇ ਨਾਲ ਕਦੀ ਵੀ ਕਾਲ ਕਰ ਲੈਣ, ਕਿਉਂਕਿ ਜੇ ਉਹ ਦੱਸਣਗੇ ਤਾਂ ਉਹਨਾਂ ਤੋਂ ਸਵਾਲ ਜਵਾਬ ਵੀ ਹੋ ਸਕਣਗੇ ਉਹਨਾਂ ਦੀ ਪ੍ਰੋਬਲਮ ਬਾਰੇ। ਕਈ ਗੱਲਾਂ ਪੁੱਛਣ ਵਾਲੀਆਂ ਹੁੰਦੀਆਂ, ਬੀਪੀ ਨਾ ਹਾਈ ਰਹਿੰਦਾ ਹੋਵੇ, ਉਹਨਾਂ ਦੇ ਪੇਟ 'ਚ ਗੈਸ ਨਾ ਬਣਦੀ ਹੋਵੇ, ਉਹਨੂੰ ਐਸਿਡਿਟੀ ਨਾ ਹੁੰਦੀ ਹੋਵੇ, ਇਹ ਨਹੀਂ ਦੱਸ ਸਕਣਗੇ। ਮੇਰੀ ਅੱਛੀ ਸਲਾਹ ਇਹੀ ਹੈ। ਬਾਕੀ ਮੈਂ ਉਹਨਾਂ ਨੂੰ ਇੱਕ ਗੱਲ ਕਹਾਂਗਾ, ਪਰਮਜੀਤ ਜੀ, ਤੁਸੀਂ ਜਦੋਂ ਤੱਕ ਮੇਰੀ ਗੱਲ ਕਰਾਓਗੇ ਉਦੋਂ ਤੱਕ ਉਹਨਾਂ ਨੂੰ ਬਦਾਮ ਰੋਗਨ ਦੀ ਮਾਲਿਸ਼ ਹਫ਼ਤੇ 2-3 ਵਾਰ ਕਰਿਆ ਕਰੋ। ਉਹਨਾਂ ਦੇ ਸਿਰ ਦੇ ਵਿੱਚ ਨਾ ਜਿਹੜੇ ਤੁਸੀਂ ਤਾਲੂਆ ਦੀ ਗੱਲ ਦੱਸ ਰਹੇ ਹੋਗੇ, ਉੱਥੇ ਬਦਾਮ ਰੋਗਨ ਦੀ ਮਾਲਿਸ਼ ਕਰਿਆ ਕਰੋ। ਲੇਕਿਨ ਇੱਕ ਵਾਰ ਮੇਰੀ ਗੱਲ ਵੀ ਕਰਾ ਦਿਓ, ਮੈਂ ਸਮਝਾ ਦਾਂਗਾ ਉਹਨਾਂ ਨੂੰ। ਠੀਕ ਹੈ, ਓਕੇ, ਥੈਂਕ ਯੂ। ਠੀਕ ਹੈ ਜੀ, ਤੁਸੀਂ ਨੰਬਰ ਨੋਟ ਕਰ ਲਓ, ਵੈਦ ਸਾਹਿਬ ਦਾ ਉਹਨਾਂ ਦੇ ਨਾਮ ਦੇ ਨੀਚੇ ਲਿਖਿਆ ਹੋਇਆ ਜੀ। ਮਿਹਰਬਾਨੀ। ਠੀਕ ਹੈ ਜੀ, ਠੀਕ, ਓਕੇ ਓਕੇ।
ਚੰਗੀ ਗੱਲ ਇਹ ਸੀਗੀ ਕਿ ਇਹਨਾਂ ਦੀ ਕਾਲ ਜਿਹੜੀ ਹੈ ਅੱਜ ਦੇ ਸਾਡੇ ਟੌਪਿਕ ਦੇ ਨਾਲ ਰਿਲੇਟ ਵੀ ਕਰਦੀ ਸੀ। ਉਹਨਾਂ ਦੇ ਸਵਾਲ ਦੇ ਨਾਲ ਕਈਆਂ ਨੂੰ ਅੱਗੇ ਜਵਾਬ ਵੀ ਮਿਲਦਾ, ਜਿਵੇਂ ਕਿ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਘਰ 'ਚ ਥੋੜੀ ਟੈਨਸ਼ਨ ਵੀ ਸੀਗੀ ਨੂੰਹ ਦੇ ਬਿਮਾਰ ਹੋਣ ਕਰਕੇ, ਤੇ ਪਰ ਇਹ ਸੀਗਾ ਕਿ ਉਹਨਾਂ ਦੇ ਬੇਟੇ ਨਾਲ ਗੱਲ ਨਹੀਂ ਹੋ ਪਾ ਰਹੀ ਸੀ। ਤਾਂ ਜਿਹੜੇ ਵੀ ਕਾਲਰ ਕਾਲ ਕਰਨ, ਚੰਗੀ ਗੱਲ ਹੈ ਕਿ ਅੱਜ ਦੇ ਟੌਪਿਕ ਦੇ ਨਾਲ ਰਿਲੇਟਡ ਹੋਵੇ, ਉਹ ਵੀ ਠੀਕ ਹੈ। ਬਾਕੀ ਅਗਰ ਕੋਈ ਹੋਰ ਪ੍ਰੋਬਲਮ ਹੋਏਗੀ ਉਹਦਾ ਵੀ ਜਵਾਬ ਦਿੱਤਾ ਜਾਏਗਾ। ਜੀ ਵੈਦ ਸਾਹਿਬ, ਤੁਸੀਂ ਗੱਲ ਕਰ ਰਹੇ ਸੀਗੇ। ਮੈਂ ਇਹ ਦੱਸ ਰਿਹਾ ਸੀਗਾ ਜੀ ਵੀ ਜਿਹੜੀ ਇਹ ਕੋਈ ਵੀ ਚੈਲੰਜ ਤੁਹਾਡੇ ਲਾਈਫ 'ਚ ਆਉਂਦਾ ਨਾ, ਉਹਨੂੰ ਆਪਦੇ ਮਾਨਸਿਕਤਾ ਦੇ ਨਾਲ, ਆਪਦੇ ਮਾਨਸਿਕਤਾ ਨੂੰ ਬੈਲੈਂਸ ਰੱਖ ਕੇ ਤੁਸੀਂ ਉਸ ਚੈਲੰਜ ਨੂੰ ਸੋਲਵ ਕਰ ਸਕਦੇ ਹੋ। ਆਪਾਂ ਰੋਜ਼ ਲਾਈਫ ਵਿੱਚ ਦੇਖਦੇ ਹਾਂ ਸ਼ੇਖਰ ਜੀ, ਕੋਈ ਬਿਮਾਰੀ ਨਹੀਂ, ਦੇਖੋ ਕਈ ਕਾਰਨ ਹੁੰਦੇ ਨੇਗੇ। ਕੋਈ ਘਰ ਦੇ ਵਿੱਚ ਟੈਨਸ਼ਨ ਹੋ ਗਈ ਆ, ਨਵਾਂ ਵਿਆਹ ਹੋਇਆਗਾ ਉਹ ਟੈਨਸ਼ਨ, ਜਾਂ ਵਾਈਫ ਦੀ ਮਦਰ ਨਾਲ ਨਹੀਂ ਬਣ ਰਹੀ ਉਹ ਟੈਨਸ਼ਨ। ਇਹ ਸਭ ਚੀਜ਼ਾਂ ਮੂਮੈਂਟਲੀ ਨੇਗੀਆਂ। ਇਹਨਾਂ ਨੂੰ ਵਧਾਉਣਾ ਘਟਾਉਣਾ ਤੁਹਾਡੇ ਆਪਦੇ ਹੱਥ 'ਚ, ਔਰ ਜਿਨ੍ਹਾਂ ਦਾ ਕੋਈ ਨਹੀਂ ਬਣ ਰਹੀ ਉਹ ਉਹਨਾਂ ਦੇ ਹੱਥ 'ਚ ਹੁੰਦਾ। ਇਹ ਮੈਂ ਤੁਹਾਨੂੰ ਪ੍ਰੈਕਟੀਕਲ ਗੱਲਾਂ ਦੱਸ ਰਿਹਾ। ਜ਼ਿਆਦਾਤਰ ਟੈਨਸ਼ਨ ਜਾਂ ਜਿਹੜਾ ਸਟ੍ਰੈਸ ਹੈ ਇੱਥੋਂ ਸ਼ੁਰੂ ਹੁੰਦਾ ਜੀ। ਫਿਰ ਜਿਹੜਾ ਹੁਣ ਆ ਗਿਆ, ਮੰਨ ਲਓ ਕਈਆਂ ਨੂੰ ਬਲੱਡ ਪ੍ਰੈਸ਼ਰ ਹਾਈ ਹੋਣ ਲੱਗ ਗਿਆ, ਗੈਸ ਜ਼ਿਆਦਾ ਬਣਨ ਲੱਗ ਗਈ, ਕੋਈ ਖਾਸ ਗੱਲ ਨਹੀਂ ਹੈ, ਇਹ ਲਾਈਫ ਸਟਾਈਲ ਡਿਸਆਰਡਰ ਹੈ। ਬਲੱਡ ਪ੍ਰੈਸ਼ਰ ਥੋੜ੍ਹਾ, ਲੇਕਿਨ ਹੁੰਦਾ ਕੀ ਹੈ ਕਿ ਬਲੱਡ ਪ੍ਰੈਸ਼ਰ 2 ਸਾਲ ਬਾਅਦ ਠੀਕ ਹੋ ਜਾਂਦਾ ਹੈ, ਡਿਪਰੈਸ਼ਨ ਦੀ ਦਵਾਈ ਹੁਣ ਸ਼ੁਰੂ ਕਰ ਦਿੰਦੇ ਹਾਂ। ਇੱਕ ਜਿਹੜਾ ਨਾ ਜੀ ਇਹਦੇ 'ਚ ਹੋਰ ਮੈਂ ਦੇਖਿਆ ਹੈਗਾ ਨੈਗੇਟਿਵ ਮੇਜਰ ਰੋਲ, ਉਹ ਹੈ ਈਜ਼ੀ ਗੋਇੰਗ ਲਾਈਫ ਨੂੰ ਬਣਾਉਣ ਦਾ। ਵੀ ਜਿਹੜੀ ਚੈਲੰਜ ਸਾਡੇ ਸਾਹਮਣੇ ਆਇਆ, ਕੋਈ ਬਿਮਾਰੀ ਹੋ ਗਈ ਕਿਸੇ ਨੂੰ, ਕੋਈ ਨਸ਼ਾ ਕਰਨ ਲੱਗ ਗਿਆ, ਕੋਈ ਲਾਸ ਹੋ ਗਿਆ, ਕੋਈ ਪ੍ਰਮੋਸ਼ਨ ਨਹੀਂ ਮਿਲੀ ਜੌਬ ਦੇ ਵਿੱਚ, ਤਾਂ ਅਸੀਂ ਆਪਦੇ ਆਪ ਨੂੰ ਈਜ਼ ਕਰਨ ਵਾਸਤੇ ਕੋਈ ਨਾ ਕੋਈ ਟਰੰਕਲਾਈਜ਼ਰ ਜਾਂ ਸੈਡੇਟਿਵ ਮੈਡੀਸਨ ਖਾਣੀ ਸ਼ੁਰੂ ਕਰ ਦਿੰਦੇ ਹਾਂ ਜੀ। ਉਹ ਟੋਟਲੀ ਗਲਤ ਕਰਦੇ ਆ। ਉਹ ਹੈ ਅਸਲੀ ਡਿਪਰੈਸ਼ਨ ਨੂੰ ਵਧਾਉਣ ਦਾ ਪਹਿਲਾ ਪੜਾਅ। ਅੱਛਾ। ਬਜਾਏ ਉਸ ਨੂੰ ਇਹ ਮੰਨ ਕੇ ਵੀ ਇਹ ਮੇਰੇ ਹੱਥ 'ਚ ਨਹੀਂ ਸੀ, ਜੇ ਮੇਰੇ ਹੱਥ 'ਚ ਹੁੰਦਾ ਮੇਰੀ ਪ੍ਰਮੋਸ਼ਨ ਵੀ ਹੋ ਜਾਂਦੀ, ਮੇਰੇ ਹੱਥ 'ਚ ਹੁੰਦਾ ਇਹ ਬਿਮਾਰੀ ਨਾ ਹੁੰਦੀ। ਇਹ ਤਾਂ ਕੋਈ ਨਾ ਕੋਈ ਹੱਲ ਉਹ ਉੱਪਰ ਵਾਲਾ ਆਪ ਹੀ ਦੇਖ, ਜੇ ਮੈਂ ਸਹੀ ਹਾਂ ਤਾਂ ਆਪ ਹੀ ਦੇਖੇਗਾ। ਲੇਕਿਨ ਜਦੋਂ ਅਸੀਂ ਉਹਨੂੰ ਬਜਾਏ, ਜੇ ਇੱਕ ਦਿਨ ਨੀਂਦ ਨਹੀਂ ਆਈ, ਸਿੰਪਲ ਚੀਜ਼ਾਂ ਨਾਲ ਨੀਂਦ ਲਿਆਉਣ ਲਈ ਪਿਚੁਟਰੀ ਗਲੈਂਡ ਨੂੰ ਥੋੜ੍ਹਾ ਮੋਟੀਵੇਟ ਕਰ ਲਓ, ਜਾਂ ਥੋੜ੍ਹਾ ਜਿਹਾ ਤੁਸੀਂ ਕੋਈ ਵੈਸੇ ਕੋਈ ਇਕੱਲੀ ਮੈਂ ਕਹਿਣਾ ਖੁਰਾਸਨੀ ਅਜਵਾਇਣ ਖਾ ਕੇ ਸੌਂ ਜਾਓ, ਤੁਹਾਨੂੰ ਨੀਂਦ ਵਧੀਆ ਆ ਜਾਏਗੀ। ਗਰਮ ਦੁੱਧ ਦਾ ਗਲਾਸ ਵਿੱਚ 1 ਚਮਚ ਦੇਸੀ ਘੀ ਪਾ ਕੇ ਸੌਂ ਜਾਓ, ਤੁਹਾਨੂੰ ਨੀਂਦ ਵਧੀਆ ਆ ਜਾਏਗੀ। ਅਸੀਂ ਉਹ ਚੀਜ਼ਾਂ ਲੈਣ ਦੀ ਬਜਾਏ, ਨੈਚੁਰਲ ਚੀਜ਼ਾਂ ਲੈਣ ਦੀ ਬਜਾਏ ਸ਼ੇਖਰ ਜੀ, ਅਸੀਂ ਜਦੋਂ ਇਹ ਜਿਹੜੀਆਂ ਨੀਂਦ ਦੀਆਂ ਪਿਲਸ ਨੇਗੀਆਂ ਇਹ ਲੈਣੀ ਸ਼ੁਰੂ ਕਰ ਦਿੰਦੇ ਹਾਂ, ਉਹ ਸਾਡੀ ਮਾਨਸਿਕਤਾ ਨੂੰ ਵੀ, ਸਾਡੇ ਸਰੀਰਕ ਤੌਰ 'ਤੇ ਵੀ ਦੋਨੋਂ ਪਾਸੇ ਹਾਰਮ ਪਹੁੰਚਾਉਂਦੀਆਂ ਨੇ। ਸਰੀਰਕ ਤੌਰ 'ਤੇ ਸਾਨੂੰ ਦੂਜੇ ਦਿਨ ਭੁੱਖ ਨਹੀਂ ਲੱਗੇਗੀ, ਕੌਨਸਟੀਪੇਸ਼ਨ ਹੋ ਜਾਏਗੀ, ਗੈਸ ਬਣਨ ਲੱਗ ਜਾਏਗੀ। ਫਿਰ ਅਸੀਂ ਬਜਾਏ ਉਸ ਦਵਾਈ ਨੂੰ, ਜਿਹੜੀ ਅਸੀਂ ਗਲਤ ਤਰੀਕੇ ਪਏ ਆਂਗੇ, ਉਸ ਨੂੰ ਠੀਕ ਕਰਨ ਦੀ ਬਜਾਏ ਅਸੀਂ ਆਪਦੇ ਆਪ ਨੂੰ ਉਹਨਾਂ ਦੇ ਅਧੀਨ ਕਰ ਲੈਂਦੇ ਹਾਂ ਜੀ। ਔਰ ਮੇਰੇ ਕੋਲ ਦੇਖੋ ਸਭ ਤਰ੍ਹਾਂ ਦੇ ਪੇਸ਼ੈਂਟ ਆਉਂਦੇ ਨੇਗੇ, ਲੇਕਿਨ ਜਿਹੜੇ ਇਹੋ ਜਿਹੇ ਪੇਸ਼ੈਂਟ ਆਉਂਦੇ ਨੇਗੇ ਵੀ ਇੰਨੀਆਂ ਦਵਾਈਆਂ ਖਾ ਰਹੇ ਹੁੰਦੇ ਨੇਗੇ, 1 ਦਵਾਈ 2 ਦਵਾਈ 3 ਗੋਲੀਆਂ ਡਾਕਟਰ ਨੇ ਸ਼ੁਰੂ ਕਰਾਤੀਆਂ ਜੀ। ਉਹ ਜਦੋਂ ਮੈਨੂੰ ਇਹ ਗੱਲ ਸਮਝਾਉਣਾ ਨਾ, ਪਤਾ ਕੀ ਕਹਿੰਦੇ ਨੇ ਵੀ ਜੀ ਹੁਣ ਅਸੀਂ ਇੰਨੇ ਕਿ ਇਹਨਾਂ ਦੇ ਅੰਡਰ ਹੋ ਚੁੱਕੇ ਹਾਂ ਦਵਾਈਆਂ ਦੇ, ਵੀ ਹੁਣ ਸਾਨੂੰ ਇਹਦੇ ਬਿਨਾਂ ਨੀਂਦ ਨਹੀਂ ਆ ਸਕਦੀ। ਮਤਲਬ ਉਸ ਦੇ ਉੱਤੇ ਡਿਪੈਂਡੈਂਸੀ ਬਣ ਜਾਂਦੀ ਹੈ। ਸੋ ਉਸ ਦੇ ਸਾਈਡ ਇਫੈਕਟ ਅਲੱਗ ਤੋਂ। ਸ਼ੇਖਰ ਜੀ ਕਈ ਵਾਰ ਤਾਂ ਮੈਂ ਤੁਹਾਨੂੰ ਕੀ ਦੱਸਾਂ, ਇਹੋ ਜਿਹੇ ਪੇਸ਼ੈਂਟ ਦੇਖਦੇ ਹਾਂ ਜਿਸ ਕਾਰਨ ਡਿਪਰੈਸ਼ਨ ਸਟ੍ਰੈਸ ਸ਼ੁਰੂ ਹੋਇਆ ਸੀ, ਉਹ ਕਾਰਨ ਠੀਕ ਹੋ ਗਿਆ, ਲੇਕਿਨ ਉਹ ਜਿਹੜੀ ਉਹਨਾਂ ਨੇ ਆਪਦੇ ਨੂੰ ਬਿਮਾਰੀ ਪਾ ਲਈ, ਉਹ ਦਵਾਈਆਂ ਖਾ ਕੇ, ਉਹ ਨਹੀਂ ਹੁਣ ਠੀਕ ਹੋ ਰਿਹਾ। ਅੱਛਾ, ਮੈਂ ਇੱਥੇ ਇੱਕ ਐਗਜ਼ਾਮਪਲ ਆਮ ਤੌਰ ਦੇ ਉੱਤੇ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਉਹ ਇਹ ਦੇਖਣ ਨੂੰ ਮਿਲਦੀ ਹੈ ਜਿਸ ਘਰ ਪਰਿਵਾਰ ਦੇ ਵਿੱਚ ਕਮਾਈ ਦੇ ਸਾਧਨ ਨਹੀਂ ਹੁੰਦੇ, ਉਹ ਕਈ ਵਾਰੀ ਉਹਨਾਂ ਘਰਾਂ ਦੇ ਵਿੱਚ ਲੋਕੀ ਜਿਹੜੇ ਨੇ ਉਹ ਡਰਿੰਕ ਕਰਨ ਦੇ ਆਦੀ ਹੋ ਜਾਂਦੇ ਨੇ, ਸ਼ਰਾਬ ਪੀਣ ਲੱਗ ਜਾਂਦੇ ਨੇ। ਮੁੜ ਕੇ ਹੌਲੀ ਹੌਲੀ ਉਹ ਜਿਹੜਾ ਸਾਰੇ ਘਰ ਦਾ ਬੋਝ ਜਿਹੜਾ ਹੈਗਾ ਉਹ ਘਰ ਦੀ ਫੀਮੇਲ ਦੇ ਉੱਤੇ, ਥੋੜ੍ਹੇ ਬੱਚੇ ਬੜੇ ਹੁੰਦੇ ਨੇ ਉਹਨਾਂ ਦੇ ਉੱਤੇ। ਸੋ ਉਹ ਹੌਲੀ ਹੌਲੀ ਘਰ ਦੀ ਨੁਹਾਰ ਨੂੰ ਬਦਲ ਲੈਂਦੇ ਆ। ਬੱਚੇ ਥੋੜ੍ਹੇ ਬੜੇ ਹੋ ਗਏ, ਕਮਾਈਆਂ ਕਰਨ ਲੱਗ ਗਏ, ਪਰ ਉਹ ਜਿਹੜੇ ਅੰਕਲ ਜੀ ਸ਼ਰਾਬ ਪੀਣ ਲੱਗੇ ਸੀ ਟੈਨਸ਼ਨ ਦੇ ਵਿੱਚ, ਉਹ ਟਿਲ ਐਂਡ ਉਹ ਸ਼ਰਾਬ ਹੀ ਪੀਂਦੇ ਰਹਿੰਦੇ ਨੇ। ਸੋ ਉਹ ਉਹਦੇ ਆਦੀ ਹੋ ਜਾਂਦੇ ਨੇ। ਇਹ ਇੱਕ ਪਰਿਵਾਰ ਦੇ ਉੱਤੇ ਵੀ ਅਲੱਗ ਬਰਡਨ ਬਣ ਜਾਂਦਾ। ਮੈਂ ਉਹੀ ਕਹਿ ਰਿਹਾ ਨਾ ਜੀ ਵੀ ਇਹ ਇੱਕ ਪਰਿਵਾਰ ਦੇ ਅਕਸਰ ਇਹ ਚੀਜ਼ਾਂ ਘਰਾਂ ਵਿੱਚ ਹੋ ਰਹੀਆਂ ਨੇਗੀਆਂ ਜੀ। ਜੇ ਸਾਡੀ ਕੋਈ ਗੱਲ ਸੁਣ ਰਿਹਾ ਹੈਗਾ ਜਾਂ ਸਮਝ ਕੇ ਕਿਸੇ ਨੂੰ ਸਮਝਾ ਸਕਦਾ ਹੈ ਤਾਂ ਸਾਡੇ ਇਹਦਾ ਪ੍ਰੋਗਰਾਮ ਦਾ ਬਹੁਤ ਫਾਇਦਾ ਹੈਗਾ ਜੀ। ਸਾਡੇ ਨਾਲ ਇੱਕ ਦਰਸ਼ਕ ਨੇ ਜੀ, ਉਸ ਤੋਂ ਬਾਅਦ ਅੱਗੇ ਵਧਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਆਪਣਾ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ? ਹਾਂਜੀ, ਐਡਮਿੰਟਨ ਤੋਂ ਗੱਲ ਕਰ ਰਹੇ ਹਾਂ, ਹਰਬੰਸ ਜੀ। ਹਰਬੰਸ ਜੀ, ਕੀ ਸਵਾਲ ਹੈ ਤੁਹਾਡਾ? ਮੇਰਾ ਡਾਕਟਰ ਸਾਹਿਬ ਨੂੰ ਇਹ ਪੁੱਛਣਾ ਕਿ ਇੱਕ ਤਾਂ ਮੇਰਾ ਮੂੰਹ ਪਾਣੀ, ਮਤਲਬ ਮੂੰਹ 'ਚ ਪਾਣੀ ਭਰਿਆ ਰਹਿੰਦਾ ਤੇ ਉੱਪਰ ਨੂੰ ਰਹਿੰਦਾ ਗਲ ਵੀ ਮੇਰਾ, ਤੇ ਇਹ ਤੇ ਇੱਕ ਵਾਲ ਕਾਫੀ ਝੜਦੇ। ਉਮਰ ਕਿੰਨੀ ਹੈ ਤੁਹਾਡੀ ਹਰਬੰਸ ਜੀ? ਲਗਭਗ ਮੇਰੀ ਹੈਗੀ ਆ
68 68 ਇਅਰਸ। ਹੁਣ ਤੁਸੀਂ ਟੀਵੀ ਪ੍ਰੋਗਰਾਮ ਦੇਖਦੇ ਰਹੋ ਜੀ, ਤੁਹਾਡੀ ਗੱਲ ਦਾ ਜਵਾਬ ਦੇਵਾਂਗੇ। ਹਰਬੰਸ ਜੀ ਤੁਸੀਂ ਪ੍ਰੋਗਰਾਮ ਦੇਖੋ, ਤੁਹਾਨੂੰ ਜਵਾਬ ਦਿੰਦੇ ਹਾਂ ਹੁਣੇ। ਥੈਂਕ ਯੂ ਜੀ। ਤੇ ਸਤਿ ਸ਼੍ਰੀ ਅਕਾਲ ਜੀ। ਅਗਲੇ ਕਾਲਰ ਨੇ। ਹੈਲੋ। ਹਾਂਜੀ ਹੈਲੋ। ਹਾਂਜੀ ਚੌਹਾਨ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਸਤਿ ਸ਼੍ਰੀ ਅਕਾਲ, ਬਹੁਤ ਅੱਛਾ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਤੇ ਜਗਜੀਤ ਜੀ ਨੂੰ ਵੀ ਸਤਿ ਸ਼੍ਰੀ ਸਤਿ ਸ਼੍ਰੀ ਅਕਾਲ। ਅਕਾਲ। ਬਹੁਤ ਬਹੁਤ ਧੰਨਵਾਦ ਇਹਨਾਂ ਨੂੰ। ਸਤਿ ਸ਼੍ਰੀ ਅਕਾਲ ਜੀ ਚੌਹਾਨ ਸਾਹਿਬ। ਮੈਂ ਪੈਸੇ ਇਹਨਾਂ ਨੂੰ ਭੇਜ ਨਹੀਂ ਸਕਿਆ, ਦਵਾਈ ਮੈਨੂੰ ਮਿਲ ਗਈ। ਉਹ ਕੋਈ ਗੱਲ ਨਹੀਂ ਚੌਹਾਨ ਸਾਹਿਬ, ਤੁਸੀਂ ਇਹ ਜਿਹੀਆਂ ਗੱਲਾਂ ਨਾ ਕਰਿਆ ਕਰੋ, ਕੋਈ ਗੱਲ ਨਹੀਂ, ਤੁਹਾਡੇ ਬਜ਼ੁਰਗ ਹੋ, ਸਿਆਣੇ ਹੋ। ਨਹੀਂ ਇਦਾਂ ਦੀ ਇਹ ਇੱਕ ਗੱਲ ਨਹੀਂ ਜਗਜੀਤ ਜੀ, ਇਹ ਮਾੜੀ ਜੀ ਗੱਲ ਨਹੀਂ, ਇਹ ਬਹੁਤ ਤਕੜੀ ਗੱਲ ਹੈ। ਮੈਂ ਇੱਥੇ ਬੈਠਾ, ਤੁਸੀਂ ਇੰਡੀਆ ਬੈਠੇ ਹੋ, ਇਹ ਲੋਕ ਤਾਂ ਯਕੀਨ ਇੱਕ ਪੈਸੇ ਦਾ ਨਹੀਂ ਕਰਦੇ। ਨਹੀਂ ਜੀ ਨਹੀਂ। ਮੈਂ ਇਹਨੂੰ ਥੋੜਾ ਜਿਹਾ, ਮੈਂ ਤੁਹਾਨੂੰ ਜਿਹੜੀ ਮੈਂ ਪੁੱਛਣਾ ਚਾਹੁੰਦਾ, ਮੇਰੇ ਹੈ ਨਾ ਪੇਟ ਵਿੱਚ ਗੁੜ ਜੀ ਹੁੰਦੀ ਰਹਿੰਦੀ ਹਰ ਵੇਲੇ ਜੀ। ਔਰ ਕਈ ਵਾਰੀ ਮੈਂ ਜਿਹੜੇ ਖਾਣਾ ਖਾਣਾ, ਮੈਨੂੰ ਛੋਟੀਆਂ ਛੋਟੀਆਂ ਉਲਟੀਆਂ ਆ ਗਈ, ਮੇਰਾ ਖਾਣਾ ਨਿਕਲ ਜਾਂਦਾ, ਪੂਰੀ ਤਰ੍ਹਾਂ ਹਜਮ ਨਹੀਂ ਮੇਰਾ ਕੱਲ ਸ਼ਾਇਦ ਹੁੰਦਾ ਜੀ। ਤੇ ਮੈਂ ਉਹ ਪਾਣੀ ਵੀ ਪੀਣਾ ਜਿਹੜਾ ਤੁਸੀਂ ਮੈਨੂੰ ਦੱਸਿਆ ਜੀ, ਮੈਂ ਤ੍ਰਿਫਲਾ ਵੀ ਇੱਕ ਵੇਲੇ ਲੈਣਾ। ਯੈਸ, ਕੋਈ ਗੱਲ ਨਹੀਂ ਜੀ। ਤੁਸੀਂ ਜਿਹੜਾ ਪਾਣੀ ਜੀਰੇ ਦਾ ਤੇ ਸੌਂਫ ਦਾ ਪੀਨੇ, ਉਹਦੇ ਨਾਲ ਫਰਕ ਨਹੀਂ ਪਿਆ? ਉਹਦੇ ਨਾਲ ਮੈਨੂੰ ਉਹਦੀਆਂ ਉਲਟੀਆਂ ਆਇਆ, ਇਹਦੇ ਨੂੰ ਕੋਈ ਫਰਕ ਨਹੀਂ ਪਿਆ। ਇਹਦਾ ਮਤਲਬ ਤੁਹਾਡੇ ਛੋਟੇ ਛੋਟੇ ਅਲਸਰ ਹੋਣਗੇ, ਮੈਂ ਤੁਹਾਨੂੰ ਉਹਦੀ ਰੈਮਡੀ ਵੀ ਹੁਣੇ ਦੱਸਾਂਗਾ ਜੀ, ਡੋਂਟ ਵਰੀ। ਓਕੇ ਠੀਕ ਹੈ ਜੀ। ਥੈਂਕ ਯੂ ਚੌਹਾਨ ਸਾਹਿਬ ਦੇਖੋ, ਤੁਸੀਂ ਪ੍ਰੋਗਰਾਮ ਦੇਖੋ, ਤੁਹਾਨੂੰ ਜਵਾਬ ਦਿੰਦੇ ਜੀ। ਮਿਹਰਬਾਨੀ ਜੀ। ਹੁਣ ਆਪਾਂ ਜੀ ਇਹ ਦੇਖਣਾ ਚਾਹੁੰਦੇ ਹਾਂਗੇ ਵੀ ਜਿਹੜੇ ਜਿਨ੍ਹਾਂ ਨੂੰ ਡਿਪਰੈਸ਼ਨ ਹੈ, ਉਹਦੇ ਅੱਗੇ ਉਹਦੇ ਕਾਰਨ ਹੋਰ ਕੀ ਪ੍ਰੋਬਲਮਾਂ ਹੁੰਦੀਆਂ ਨੇ। ਹਾਂ, ਮਤਲਬ ਉਹਦੇ ਨਾਲ ਅੱਗੇ ਕਿਹੜੀਆਂ ਬਿਮਾਰੀਆਂ। ਲੇਕਿਨ ਮੈਂ ਫਿਰ ਇੱਥੇ ਉਹੀ ਗੱਲ ਰਿਪੀਟ ਕਰਾਂਗਾ, ਮੇਰੀ ਸਭ ਨੂੰ ਬੇਨਤੀ ਹੈ ਵੀ ਡਿਪਰੈਸ਼ਨ ਵਰਡ ਆਪਦੀ ਡਿਕਸ਼ਨਰੀ ਚੋਂ ਡਿਲੀਟ ਕਰ ਦਿਓ। ਹਰੇਕ ਬੰਦੇ ਨੂੰ ਜਿਹਨੂੰ ਤੁਸੀਂ ਦੇਖ ਰਹੇ ਹੋ ਬਹੁਤ ਹੱਸਦਾ ਹੈ, ਜਿਹਨੂੰ ਤੁਸੀਂ ਦੇਖਦੇ ਹੋ ਕਿ ਬਹੁਤ ਚੰਗਾ ਹੈ, ਜਾਂ ਤੁਹਾਨੂੰ ਲੱਗਦਾ ਕਿ ਬਹੁਤ ਜੌਬ ਕਰ ਰਿਹਾ ਹਰੇਕ ਬੰਦੇ ਨੂੰ ਕੋਈ ਨਾ ਕੋਈ ਸਟ੍ਰੈਸ ਜਿਹੜਾ ਉਹ ਰਹਿੰਦਾ ਲਾਈਫ ਦਾ। ਬਿਨਾਂ ਸਟ੍ਰੈਸ ਦੇ ਲਾਈਫ ਚੱਲ ਨਹੀਂ ਸਕਦੀ। ਜਿਹੜਾ ਬੰਦਾ ਇੰਨੀ ਤਰੱਕੀ ਕਰਦਾ ਹੈ, ਇੰਨਾ ਵਧੀਆ ਕੰਮ ਕਰ ਰਿਹਾ, ਤੁਹਾਨੂੰ ਨਜ਼ਰ 'ਚ ਨਜ਼ਰ ਆ ਰਿਹਾ ਹੈਗਾ, ਉਹ ਕੋਈ ਨਾ ਕੋਈ ਉਹਦਾ ਵੀ ਜਿਹੜਾ ਹੈ ਨਾ, ਉਹ ਜਿਹੜਾ ਆਪਣੇ ਨੂੰ ਡਿਸਿਪਲਿਨ 'ਚ ਰੱਖਿਆ ਹੋਇਆ ਹੈਗਾ, ਉਹ ਵੀ ਇੱਕ ਸਟ੍ਰੈਸ ਲੈ ਕੇ ਚੱਲਦਾ ਹੈਗਾ, ਲੇਕਿਨ ਉਹ ਡਿਪਰੈਸ਼ਨ 'ਚ ਨਹੀਂ ਜਾਂਦਾ। ਇਸ ਕਰਕੇ ਡਿਪਰੈਸ਼ਨ ਨੂੰ ਵਰਡ ਨੂੰ ਆਪਦੇ ਮਾਈਂਡ 'ਚੋਂ ਡਿਲੀਟ ਕਰ ਦਿਓ। ਅੱਛਾ, ਅੱਗੇ ਵਧਣ ਤੋਂ ਪਹਿਲਾਂ ਵੈਦ ਸਾਹਿਬ ਇੱਕ ਦੋ ਚੀਜ਼ਾਂ ਮੈਂ ਵੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ। ਮੈਨੂੰ ਐਂ ਲੱਗਦਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਲਾਈਫ ਬੜੀ ਸਮੂਥ ਚੱਲਣ ਲੱਗ ਜੇ ਤਾਂ ਵੀ ਸ਼ਾਇਦ ਉਹ ਬੜੀ ਬੋਰਿੰਗ ਹੋ ਜਾਏਗੀ। ਜਦੋਂ ਕੁਝ ਅੜਚਨਾਂ ਤੋਂ ਬਾਅਦ ਕੋਈ ਚੀਜ਼ ਦੇ ਵਿੱਚ ਕਾਮਯਾਬੀ ਮਿਲਦੀ ਹੈ, ਤੁਹਾਡੇ ਤੱਕ ਪਹੁੰਚ ਜਾਂਦੀ ਆ ਉਹ, ਤਾਂ ਉਹਦੀ ਜ਼ਿਆਦਾ ਖੁਸ਼ੀ ਹੁੰਦੀ ਹੈ। ਸੋ ਇਸ ਲਈ ਸ਼ਾਇਦ ਇਹ ਇੱਕ ਬਣਿਆ ਹੋਇਆ ਇੱਕ ਰੂਲ ਬਣਿਆ ਹੋਇਆ ਜ਼ਿੰਦਗੀ ਦਾ ਕਿ ਥੋੜ੍ਹਾ ਜਿਹਾ ਟੈਨਸ਼ਨ ਵੀ ਹੋਏਗੀ, ਪਰ ਉਸ ਤੋਂ ਬਾਅਦ ਜਦੋਂ ਸੋਲਵ ਹੋਏਗੀ ਤਾਂ ਤੁਹਾਨੂੰ ਜ਼ਿਆਦਾ ਖੁਸ਼ੀ ਹੋਏਗੀ। ਸੋ ਉਹ ਟੈਨਸ਼ਨ ਨੂੰ ਬਹੁਤ ਜ਼ਿਆਦਾ ਨਹੀਂ ਬੜਾ ਤੁਸੀਂ ਬਣਾਉਣਾ। ਪਰ ਮੈਂ ਇੱਕ ਚੀਜ਼ ਵੈਦ ਸਾਹਿਬ ਹੋਰ ਤੁਹਾਡੇ ਤੋਂ ਪੁੱਛਣਾ ਚਾਹੁੰਦਾ। ਕਈ ਲੋਕ ਇਹ ਸ਼ਿਕਾਇਤ ਕਰਦੇ ਨੇ ਕਿ ਸਾਨੂੰ ਸਮੇਂ ਦੇ ਨਾਲ ਨਾਲ ਪਹਿਲਾਂ ਜਿਵੇਂ ਖੁਸ਼ੀ ਮਹਿਸੂਸ ਹੋਇਆ ਕਰਦੀ ਸੀ, ਉਵੇਂ ਕਿਸੇ ਚੀਜ਼ ਦੀ ਖੁਸ਼ੀ ਮਹਿਸੂਸ ਨਹੀਂ ਹੁੰਦੀ। ਕੁਝ ਵੀ ਅਸੀਂ ਹਾਸਲ ਕਰਦੇ ਹਾਂ, ਕੁਝ ਵੀ ਮਿਲਦਾ ਹੈ। ਸੋ ਉਹਦਾ ਵੀ ਕਾਰਨ ਕੀ ਕੋਈ ਸਟ੍ਰੈਸ ਦੇ ਨਾਲ, ਡਿਪਰੈਸ਼ਨ ਦੇ ਨਾਲ ਲੈਣਾ ਦੇਣਾ ਹੁੰਦਾ ਹੈ, ਜਾਂ ਫਿਰ ਇੱਕ ਮੋਨੋਟਨਸ ਲਾਈਫ ਦੇ ਵਿੱਚ ਬਣ ਜਾਂਦੀ ਹੈ? ਉਹਦੇ ਉੱਤੇ ਕਿਸ ਤੇ ਡਿਪੈਂਡ ਕਰਦਾ ਹੈ? ਇਹ ਨਾ ਜੀ ਤੁਹਾਡੇ ਆਪਦੇ ਸਟੇਟਸ ਆਫ ਮਾਈਂਡ ਤੇ ਡਿਪੈਂਡ ਕਰਦਾ ਹੈਗਾ। ਤੁਸੀਂ ਗੱਲ ਕਹੀ ਹੈ ਵੀ ਅੱਜ ਕੱਲ੍ਹ ਲੋਕਾਂ ਨੂੰ ਖੁਸ਼ੀ ਨਹੀਂ ਹੁੰਦੀ, ਕਿਉਂਕਿ ਲੋਕਾਂ ਨੇ ਨਾ ਆਪਦੇ ਆਪ ਨੂੰ ਇੰਨਾ ਇਨਵੋਲਵ ਕਰ ਲਿਆ ਹੁੰਦਾ ਉਸ ਕੰਮ ਦੇ ਵਿੱਚ, ਜਿਹੜੀ ਕਿ ਕੰਮ ਵੀ ਹੋ ਗਿਆ, ਉਹਨਾਂ ਦੀ ਐਕਸਪੈਕਟੇਸ਼ਨ ਬਹੁਤ ਹਾਈ ਹੋ ਜਾਂਦੀਆਂ ਨੇ। ਠੀਕ ਹੈ ਜੀ। ਮੈਂ ਹਮੇਸ਼ਾ ਪ੍ਰੈਕਟੀਕਲੀ ਆਪ ਵੀ ਇਹ ਅਡੋਪਟ ਕਰਦਾ ਤੇ ਆਪਣੇ ਦੋਸਤ ਮਿੱਤਰਾਂ ਨੂੰ ਵੀ ਕਹਿਣਾ ਹੁੰਦਾ ਵੀ ਜੋ ਚੀਜ਼ ਮਿਲ ਗਈ ਨਾ ਉਹਨੂੰ ਸੈਲੀਬ੍ਰੇਟ ਕਰੋ। ਹਾਂਜੀ। ਜੋ ਨਹੀਂ ਮਿਲੀ ਨਾ ਉਹਦਾ ਸੋਗ ਨਾ ਬਣਾਓ। ਰਾਈਟ। ਇਹ ਤੁਹਾਡੇ ਆਪਦੇ ਤੇ ਡਿਪੈਂਡ ਕਰਦਾ ਹੈ ਸ਼ੇਖਰ ਜੀ। ਇੱਕ ਬੰਦਾ ਹੈਗਾ ਇੱਕ ਉਹ ਕਹਿੰਦਾ ਵੀ ਹਰ ਵਕਤ ਤੁਸੀਂ ਵਿਆਹ ਵਾਲਾ ਥੋੜਾ ਮਾਹੌਲ ਹੋਣਾ ਚਾਹੀਦਾ ਹੈਗਾ ਜੀ। ਠੀਕ ਹੈ ਨਾ। ਜੋ ਤੁਸੀਂ ਇਹ ਗੱਲ ਕਹਿ ਰਹੇ ਹੋ ਨਾ ਜੀ ਕਿ ਕਈ ਬੰਦਿਆਂ ਨੂੰ ਇਹ ਹੁੰਦਾ ਹੈ ਕਿ ਹੁਣ ਮੰਨ ਲਓ ਕੋਈ ਬੰਦਾ ਕੋਈ ਚੀਜ਼ ਐਕਸਪੈਕਟ ਕਰ ਰਿਹਾ, 10 ਵਿੱਚੋਂ 4 ਚੀਜ਼ਾਂ ਹੋ ਗਈਆਂ, 6 ਨਹੀਂ ਹੋਈਆਂ, 10 ਵਿੱਚੋਂ 8 ਹੋ ਗਈਆਂ। ਇਹ ਅਕਸਰ ਲੋਕਾਂ ਦੀ ਆਦਤ ਹੁੰਦੀ ਹੈ, 8 ਨੂੰ ਸੈਲੀਬ੍ਰੇਟ ਨਹੀਂ ਕਰਦੇ, ਉਹ 2 ਨੂੰ ਦੇਖੀ ਜਾਣਗੇ। ਔਰ ਫਿਰ ਤੁਸੀਂ ਉਹ ਦੇਖੋ, ਇੱਕ ਤੁਹਾਡੇ ਮੈਨੂੰ ਹੋਰ ਗੱਲ ਯਾਦ ਕਰਾਤੀ। ਤੁਸੀਂ ਅਕਸਰ ਸਮਾਜ 'ਚ ਇਹ ਦੇਖਿਆ ਹੋਵੇਗਾ ਕਿ ਛੋਟੀ ਜਿਹੀ ਗੱਲ ਹੋ ਜਾਵੇ, ਮੰਨ ਲਓ ਮੈਂ ਕਹਿੰਦਾ ਕਿਸੇ ਦੇ ਘਰੇ 1 ਘੰਟਾ ਲਾਈਟ ਚਲੀ ਗਈ, ਉਹ ਕੋਈ ਫਾਲਟ ਪੈ ਗਿਆ, ਬਾਕੀ ਲਾਈਟ ਹੈਗੀ ਹੈ, ਕਿਸੇ ਦੇ ਘਰ ਚਲੀ ਗਈ, ਤਾਂ ਉਹ ਨਾਲ ਰੱਬ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਨੇ ਵੀ ਮੈਂ ਰੱਬ ਦੇ ਕੀ ਮਾਂ ਮਾਰੇ ਨੇ, ਦੇਖੀ ਇਹ ਸਾਰੇ ਏਸੀ 'ਚ ਪਏ ਨੇਗੇ, ਮੈਂ ਰੱਬ ਦਾ ਸਾਡੀ ਹੋਵਾ ਹੈ, ਅਸੀਂ ਗਰਮੀ 'ਚ ਬੈਠੇ ਆਂਗੇ ਜੀ। ਬਈ ਦੇਖੋ ਇਹ ਮੈਕੈਨੀਕਲ ਫਾਲਟ ਹੈਗਾ, ਬੜੇ ਤੁਸੀਂ ਦੇਖਿਆ ਜਗ੍ਹਾ 'ਤੇ ਫਾਲਟ ਆ ਜਾਂਦੇ ਨੇਗੇ, ਇਹ 'ਚ ਕੀ ਬੜੀ ਗੱਲ। ਮਤਲਬ ਕਿ ਇੱਕ ਰੱਬ ਨੂੰ ਤੁਸੀਂ ਜਿਹੜਾ ਤੁਹਾਨੂੰ ਹਰ ਵਕਤ ਆਕਸੀਜਨ ਦਿੰਦਾ, ਹਰ ਵਕਤ ਸਾਹ ਦਿੰਦਾ,
ਉਹਦਾ ਥੈਂਕਫੁਲ ਹੋਣ ਦੀ ਬਜਾਏ ਜੀ ਤੁਸੀਂ ਘੰਟੇ 'ਚ ਨਿੰਦਣਾ ਸ਼ੁਰੂ ਕਰ ਦਿੰਦੇ ਹੋ। ਅੱਛਾ, ਸਰਕਾਰਾਂ ਨੂੰ ਵੀ ਦੋਸ਼ ਦੇ ਦਿੰਦੇ ਆ ਜਦ ਕੱਟ ਲੱਗਣ ਲੱਗ ਉਹ ਜਾਂਦੇ ਤਾਂ ਹੈ ਹੀ ਜੀ। ਫਿਰ ਕਹਿੰਦੇ ਪਿਛਲੀ ਵਾਲੀ ਠੀਕ ਸੀਗੀ। ਸੋ ਸ਼ੇਖਰ ਜੀ, ਛੋਟੀ ਛੋਟੀ ਗੱਲ ਨੂੰ ਨਾ ਉਹਨੂੰ, ਹੁਣ ਜੇ ਤੁਸੀਂ ਉਹਨੂੰ ਵੀ ਆਪਾਂ ਇੱਕ ਦੇਖੋ, ਉਹਨੂੰ ਪੋਜ਼ਿਟਿਵ ਬੇਸ ਕਿਵੇਂ ਲੈਣਾ ਹੈਗਾ ਜੀ, ਵੀ ਦੇਖੀਏ ਚੰਗਾ ਹੋ ਗਿਆ, ਘੰਟੇ 'ਚ ਆਪਣਾ ਫਾਲਟ ਠੀਕ ਹੋ ਗਿਆ। ਕਈ ਵਾਰ ਤਾਂ ਨਾ ਸਾਰੀ ਸਾਰੀ ਰਾਤ ਇਹ ਫਾਲਟ ਠੀਕ ਨਹੀਂ ਹੁੰਦੇ, ਸਾਰੀ ਰਾਤ ਠੀਕ ਟਾਈਮ ਤੇ ਭਲਾ ਮਕੈਨਿਕ ਆ ਗਿਆ ਹੈ ਜੀ, ਔਰ ਦੇਖੋ ਆਪਣਾ ਫ੍ਰਿਜ ਦਾ ਸਮਾਨ ਨਹੀਂ ਖਰਾਬ। ਹੁਣ ਇਹਨੂੰ ਕਿਸ ਐਕਸਟਰਾ ਸੈਲੀਬ੍ਰੇਟ ਕਰ ਲਓ ਵੀ ਆਪਣਾ ਇੰਨਾ ਬਚਾਓ ਹੋ ਗਿਆ, ਸਮਾਨ ਨਹੀਂ ਖਰਾਬ ਹੋਇਆ, 1 ਘੰਟੇ 'ਚ ਲਾਈਟ ਆ ਗਈ। ਚਾਹੇ ਉਹਨੂੰ ਇਹ ਕਹਿ ਲਓ ਵੀ ਮੈਂ ਦੇਖੀ, ਚਾਹੇ ਲਾਈਟ ਆਉਣ ਤੋਂ ਬਾਅਦ ਵੀ ਕੁੜ ਕਰੀ ਜਾਓ ਵੀ ਉਹ 1 ਘੰਟੇ ਜਿਹੜੀ ਖਰਾਬ ਰਹੀ ਹੈ। ਇੱਕ ਛੋਟੀ ਜਿਹੀ ਐਗਜ਼ਾਮਪਲ ਦਿੱਤੀ ਆ ਮੈਂ। ਮਤਲਬ ਇੱਥੇ ਥੋੜਾ ਜਿਹਾ ਜਿਹੜਾ ਆਪਣਾ ਨਜ਼ਰੀਆ ਬਦਲਣ ਦੀ ਵੀ ਲੋੜ ਹੈਗੀ ਹੈ, ਤਾਂ ਉਹਦੇ ਨਾਲ ਵੀ ਤੁਸੀਂ ਕਾਫੀ ਆਪਣੀ ਪ੍ਰੋਬਲਮਸ ਨੂੰ ਅਵੋਇਡ ਕਰ ਸਕਦੇ ਹੋ। ਹੁਣ ਹਾਂਜੀ, ਜਿਹੜੇ ਆਪਾਂ ਵਾਤ ਦੀ ਗੱਲ ਕਰ ਰਹੇ ਸੀ ਨਾ ਆਯੁਰਵੇਦ ਦੇ ਵਿੱਚ, ਜੀ, ਉਹ ਇਹੀ ਜਦੋਂ ਵਾਤ ਦੋਸ਼ ਵਧਿਆ ਹੁੰਦਾ ਨਾ, ਵਾਤ ਦਾ ਜਿਹੜਾ ਗੁਣ ਹੈ ਉਹ ਚੰਚਲ ਹੈ ਜੀ, ਔਰ ਫਾਸਟ ਗਮਨ ਕਰਨਾ ਵਾਤ ਦਾ ਕੰਮ ਹੈ, 에ਅਰ ਐਲੀਮੈਂਟ ਦਾ। ਤੇ ਉਹ ਜਿਹੜਾ ਫਿਰ ਜਦੋਂ ਇਸ ਤਰ੍ਹਾਂ ਦਾ ਲੋਕ ਬੰਦੇ ਬਾਰ-ਬਾਰ ਸੋਚੀ ਜਾਂਦੇ ਨੇ, ਬਾਰ-ਬਾਰ ਇੱਕ ਚੀਜ਼ ਦਾ ਮਨਨ ਕਰੀ ਜਾਂਦੇ ਨੇ, ਬਾਰ-ਬਾਰ ਇੱਕ ਚੀਜ਼ ਤੇ ਬਹੁਤ, ਤਾਂ ਉਹ ਸਾਡਾ ਵਾਤ ਵਾਯੂ ਵੱਧ ਜਾਂਦਾ ਹੈਗਾ। ਅੱਛਾ ਜੀ, ਗਮਨ ਤੇਜ਼ ਹੋ ਜਾਂਦਾ ਹੈ, ਤਾਂ ਉਹ ਜਿਹੜਾ ਮਨ ਹੈ ਨਾ, ਉਹ ਇਸ ਚੀਜ਼ ਨੂੰ ਹੋਰ ਬੜਾਵਾ ਦਿੰਦਾ ਹੈ। ਠੀਕ ਹੈ ਜੀ। ਹੁਣ ਆਪਾਂ ਥੋੜਾ ਇਹਨੂੰ ਇਹ ਦੱਸੀਏ ਵੀ ਇਹਦੇ 'ਚ ਤੁਸੀਂ ਕੀ ਏਲਿਮੈਂਟ ਦੇਖਦੇ ਹੋ। ਮਤਲਬ ਇਹਦੇ ਨਾਲ ਹੋਰ ਕਿਹੜੀ ਬਿਮਾਰੀਆਂ ਹੋ ਜਾਂਦੀਆਂ ਸਰੀਰ 'ਚ? ਜੇ ਮੈਂ ਹੁਣੇ ਦੱਸਿਆ ਸੀ, ਬਲੱਡ ਪ੍ਰੈਸ਼ਰ ਹਾਈ ਹੋਣਾ, ਇਨਸੋਮਨੀਆ, ਨੀਂਦ ਨਾ ਆਉਣਾ, ਡਾਇਬਟੀਜ਼ ਹੋ ਜਾਣੀ, ਔਰ ਤੁਹਾਡਾ ਇਨਡਾਈਜੈਸ਼ਨ ਹੋ ਕੇ ਤੁਹਾਨੂੰ ਐਸਿਡ ਬਣਨੇ ਸ਼ੁਰੂ ਹੋ ਜਾਣੇ। ਤੁਹਾਡੇ ਕੋਈ ਨਾ ਕੋਈ ਜ਼ਿਆਦਾ ਇਨਡਾਈਜੈਸ਼ਨ ਰਹਿਣ ਨਾਲ, ਐਸਿਡ ਬਣਨ ਨਾਲ ਉੱਥੇ ਅਲਸਰ ਬਣ ਜਾਣੇ, ਔਰ ਫਿਰ ਉਸ ਤੋਂ ਬਾਅਦ ਬੋਡੀ ਇੱਕ ਹੋਣਾ ਸ਼ੁਰੂ ਹੋ ਜਾਣਾ। ਫਿਰ ਤੁਸੀਂ ਕੋਈ ਨਾ ਕੋਈ ਜਿਹੜਾ ਹੈ ਨਾ ਆਪਦਾ ਬੋਡੀ ਵਿੱਚ ਸਪਾਜ਼ਮ, ਕਿਉਂਕਿ ਵਾਯੂ ਵੱਧ ਜਾਂਦੀ ਹੈ, ਬੋਡੀ ਵਿੱਚ ਸਪਾਜ਼ਮ ਜ਼ਿਆਦਾ ਤੁਹਾਨੂੰ ਲੱਗੇਗਾ, ਕਿਉਂਕਿ ਜਿਹੜਾ ਬੋਡੀ ਇੱਕ ਹੋਣੇ ਸ਼ੁਰੂ ਹੋ ਜਾਣਗੇ, ਥਕਾਵਟ ਮਹਿਸੂਸ ਕਰੋਗੇ, ਥੋੜ੍ਹਾ ਕੰਮ ਕਰਨ ਤੋਂ ਬਾਅਦ ਵੀ ਥੱਕ ਜਾਓਗੇ। ਫਿਰ ਤੁਸੀਂ ਜਿਹੜਾ ਹੈ ਨਾ ਉਹ ਸਟ੍ਰੈਸ ਤੋਂ ਡਿਪਰੈਸ਼ਨ ਵੱਲ ਨੂੰ ਜਾਣ ਲੱਗ ਜਾਓਗੇ ਜੀ। ਫਿਰ ਉਹੀ ਗੱਲ ਵੀ ਦੇਖੀਏ, ਮੇਰੀ ਇੰਨੀ ਉਮਰ ਹੈਗਾ, ਮੇਰੇ ਨਾਲ ਦੇ ਸਭ ਭੱਜੇ ਫਿਰਦੇ ਨੇ, ਤੇ ਮੈਨੂੰ ਪਤਾ ਨਹੀਂ ਕਿ ਇਸ ਵਿੱਚ ਰੱਬ ਨੇ ਕੀ ਕਰਤਾ, ਜਾਂ ਮੈਂ ਕੀ ਐਸੀ ਗਲਤੀ ਕਰ ਬੈਠਿਆ। ਲੇਕਿਨ ਜੇ ਤੁਸੀਂ ਥੋੜ੍ਹਾ ਜਿਹਾ ਆਪਦੇ ਅੰਦਰਲੀ ਆਵਾਜ਼ ਨੂੰ ਸੁਣ ਲਓਗੇ ਨਾ, ਤੁਹਾਨੂੰ ਡਾਇਗਨੋਜ਼ ਵੀ ਜਲਦੀ ਹੋ ਜਾਏਗਾ, ਔਰ ਤੁਹਾਨੂੰ ਕੋਈ ਦਵਾਈਆਂ ਵੀ ਨਹੀਂ ਖਾਣੀਆਂ ਪੈਣੀਆਂ, ਔਰ ਤੁਸੀਂ ਆਪਦੇ ਲਾਈਫ ਸਟਾਈਲ ਨੂੰ ਠੀਕ ਕਰਕੇ, ਆਪਦੇ ਖਾਣ ਪੀਣ ਨੂੰ ਠੀਕ ਕਰਕੇ, ਆਹਾਰ ਵਿਹਾਰ ਜਿਹੜਾ ਹਮੇਸ਼ਾ ਇੰਪੋਰਟੈਂਸ ਦਿੰਦੇ ਆ ਆਹਾਰ ਵਿਹਾਰ ਦੀ, ਤੁਸੀਂ ਇਸ ਸਟ੍ਰੈਸ ਨੂੰ, ਇਸ ਐਂਗਜ਼ਾਇਟੀ ਨੂੰ ਠੀਕ ਕਰ ਸਕਦੇ ਹੋ ਜੀ। ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਕਈ ਮੈਂ ਲਾਈਫ ਸਟਾਈਲ ਇਸ ਤਰ੍ਹਾਂ ਦੇਖੇ ਨੇ। ਮੈਂ ਪਿੱਛੇ ਕੈਨੇਡਾ ਵੀ ਜਾ ਕੇ ਆਇਆ, ਹਾਂਜੀ, ਅਮਰੀਕਾ ਵੀ ਜਾ ਕੇ ਆਇਆ, ਮੈਂ ਉੱਥੇ ਵੀ ਦੇਖਿਆ ਹੈ, ਹਰੇਕ ਬੰਦਾ ਇੱਕ ਟਾਈਮ ਨਾਲ ਬੰਨਿਆ ਹੋਇਆ। ਕੋਈ ਮਾੜੀ ਗੱਲ ਨਹੀਂ ਹੈ, ਜਿਹੜੇ ਇੱਥੇ ਕੰਮ ਨਹੀਂ ਨਾ ਕਰਦੇ, ਸਭ ਕੰਮ ਕਰਦੇ ਨੇ, ਉੱਥੇ ਜਾ ਕੇ ਕਰਨ ਲੱਗਦੇ। ਸਾਡੇ ਨਾਲ ਇੱਕ ਦਰਸ਼ਕ ਨੇ ਜੀ। ਹਾਂਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ, ਹੈ ਤਾਂ ਵੈਸੇ ਇਸ ਟੌਪਿਕ ਤੇ ਤਾਂ ਨਹੀਂ ਜਿਹੜਾ ਤੁਸੀਂ ਚਲਾ ਰਹੇ ਹੋ, ਕੋਈ ਗੱਲ ਨਹੀਂ ਜੀ। ਮੈਂ ਬਹੁਤ ਦੀ ਟਰਾਈ ਕਰ ਰਹੀ ਸੀ ਕਿ ਮੇਰੇ ਨਾ ਹਸਬੈਂਡ ਦੇ ਜਨੇਊ ਨਿਕਲਿਆ ਸੀ, ਤਕਰੀਬਨ ਅੱਜ 1 ਮਹੀਨਾ ਤੇ 7-8 ਦਿਨ ਹੋ ਚੱਲੇ ਆ ਜੀ। ਤੇ ਜਿਹੜੀ ਬਾਹਰਲੀ ਸਕਿਨ ਸੀ ਉਹ ਤਾਂ ਬਿਲਕੁਲ ਠੀਕ ਹੋ ਗਈ, ਕਿਉਂਕਿ ਅਸੀਂ ਫਟਕੜੀ ਨਾਲ ਧੋ ਲਿਆ ਤੇ ਉਸ ਤੋਂ ਬਾਅਦ ਨਾਲ ਤੇਲ ਲਗਾਉਂਦੇ ਰਹੇ। ਪਰ ਅੰਦਰ ਜਿਹੜਾ ਨਾ ਜੀ ਮੋਢਿਆਂ ਕੋਲੋਂ ਤੇ ਪੇਟ ਕੋਲੋਂ ਅੰਦਰ ਜਲਨ ਬਹੁਤ ਹੁੰਦੀ ਹੈ, ਬਾਜਬਰੇ ਤਾਂ ਬਹੁਤ ਜ਼ਿਆਦਾ ਹੀ ਹੁੰਦੇ। ਤੇ ਉਹਦੇ ਲਈ ਸਾਨੂੰ ਕੀ ਖਾਣਾ ਚਾਹੀਦਾ? ਉਮਰ ਦੱਸੋ ਉਹਨਾਂ ਦੀ ਕਿੰਨੀ ਹੈ? ਉਹਨਾਂ ਦੀ ਉਮਰ ਜੀ ਅਬਾਊਟ 74-75 ਹੈ ਜੀ। 74। ਔਰ ਉਹਨਾਂ ਨੂੰ ਕੋਈ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਦਵਾਈ ਤਾਂ ਨਹੀਂ ਖਾਂਦੇ? ਜੀ ਨਹੀਂ, ਕੁਛ ਨਹੀਂ ਹੈ, ਨਥਿੰਗ ਜੀ, ਕੁਛ ਨਹੀਂ ਹੈ। ਫਿਜ਼ੀਕਲੀ ਹੀ ਇਜ਼ ਫਿਟ, ਬਿਲਕੁਲ। ਉਹਨਾਂ ਦਾ ਨਾਮ ਕੀ ਹੈ? ਜਮੀਤ ਸਿੰਘ ਥਿਆੜਾ ਜੀ। ਹੈ ਜੀ, ਜਮੀਤ ਸਿੰਘ ਥਿਆੜਾ। ਜਮੀਤ ਸਿੰਘ ਖੈਰਾ। ਮੈਂ ਤੁਹਾਨੂੰ ਹੁਣੇ ਦੱਸਾਂਗਾ ਜੀ, ਟੀਵੀ ਦੇਖਦੇ ਰਹੋ, ਮੈਂ ਤੁਹਾਨੂੰ ਇਹਦਾ ਦੱਸਾਂਗਾ ਜਲਨ ਕਿਵੇਂ ਠੀਕ ਹੋਣੀ ਹੈ। ਡੋਂਟ ਵਰੀ, ਕੋਈ ਖਾਸ ਗੱਲ ਨਹੀਂ ਹੈ। ਓਕੇ ਜੀ, ਤੁਹਾਡਾ ਬਹੁਤ ਥੈਂਕ ਯੂ। ਹਾਂਜੀ। ਸੋ ਇਹ ਨਾ ਜੀ, ਜਦੋਂ ਆਪਾਂ ਇਸ ਚੀਜ਼ ਨੂੰ ਲੈ ਕੇ ਜ਼ਿਆਦਾ ਇਨਵੋਲਵ ਹੋ ਜਾਂਦੇ ਆਂਗੇ, ਇਨਵੋਲਵ ਨਾ ਹੋ ਕੇ ਦੇਖੋ, ਇਹਦੀਆਂ ਜਿਹੜੀਆਂ ਠੀਕ ਕਰਨ ਦੀ ਪ੍ਰਕਿਰਿਆ ਬਜਾਏ ਦਵਾਈਆਂ ਦੇ ਜੀ, ਮੈਡੀਟੇਸ਼ਨ ਜਿਹਦੀ ਆਪਾਂ ਗੱਲ ਕਰ ਰਹੇ ਸੀ, ਹਾਂਜੀ, ਯੋਗ, ਦਿਨਚਰਿਆ, ਰਾਤਰੀਚਰਿਆ ਨੂੰ ਆਯੁਰਵੇਦ ਦੇ ਅਨੁਸਾਰ ਢਾਲਣਾ, ਤੁਸੀਂ ਐਂਗਜ਼ਾਇਟੀ ਨੂੰ ਠੀਕ ਕਰ ਸਕਦੇ। ਅੱਛਾ, ਤੁਸੀਂ ਬਾਹਰ ਦੀ ਵੀ ਗੱਲ ਦੱਸ ਰਹੇ ਸੀਗੇ ਕਿ ਉਹ ਲੋਕ ਟਾਈਮ 'ਚ ਬੰਨੇ ਹੁੰਦੇ। ਮੈਂ ਉਹ ਦੱਸ ਰਿਹਾ। ਹੁਣ ਉੱਥੇ ਉਹ ਟਾਈਮ 'ਚ ਬੰਨੇ ਹੋਏ ਨੇ ਜੀ, ਵਰਕ ਕਰਦੇ ਨੇ, ਮਿਹਨਤ ਕਰਦੇ ਨੇ, ਕੋਈ ਪ੍ਰੋਬਲਮ ਨਹੀਂ ਹੈ। ਪਰ ਜਦੋਂ ਇਹ ਲੱਗਦਾ ਕਿ ਇੰਨਾ ਮੇਰੇ ਤੇ ਕਰਜ਼ਾ ਹੈ, ਇੰਨੀਆਂ ਮੈਂ ਕਿਸ਼ਤਾਂ ਉਤਾਰਨੀਆਂ ਨੇ, ਇੰਨਾ ਮੈਂ ਟੈਕਸ ਉਤਾਰਨਾ ਹੈ, ਕਿਉਂਕਿ ਉੱਥੇ ਬੜਾ ਲਿਬਰਲ ਹੈ, ਠੀਕ ਹੈ ਜੀ, ਉਹ ਜਦੋਂ ਫਿਰ ਓਵਰ ਟਾਈਮ ਕਰਦੇ ਨੇ, ਫਿਰ ਉਹ ਕਿਸੇ ਲੈਵਲ 'ਤੇ ਜਾ ਕੇ ਸਟ੍ਰੈਸ ਵਿੱਚ ਆ ਜਾਂਦੇ ਨੇ।
ਕਿਉਂਕਿ ਜੋ ਕੈਲਕੂਲੇਸ਼ਨ ਆਫ ਮਨੀ ਹੈ ਉਹ ਜ਼ਿਆਦਾ ਹੈ ਤੇ ਤੁਹਾਡਾ ਟਾਈਮ ਤੇ ਤੁਹਾਡਾ ਏਜ ਦਾ ਟਾਈਮ ਜਿਹੜਾ ਉਸ ਤੋਂ ਕਿਤੇ ਜ਼ਿਆਦਾ, ਮਤਲਬ ਉਹਦੇ 'ਚ ਤੁਸੀਂ ਕਮਾ ਨਹੀਂ ਸਕਦੇ, ਮਜਬੂਰ ਹੋ ਜਾਂਦੇ ਨੇ ਓਵਰ ਟਾਈਮ ਲਗਾਉਣ ਵਾਸਤੇ। ਅੱਛਾ, ਓਵਰ ਟਾਈਮ ਲਗਾ ਕੇ ਤੁਹਾਡਾ ਜਿਹੜੀਆਂ ਬਾਕੀ ਲਾਈਫ ਸਟਾਈਲ ਹੈ, ਯੋਗ, ਐਕਸਰਸਾਈਜ਼, ਸੈਰ, ਠੀਕ ਟਾਈਮ ਤੇ ਖਾਣਾ ਖਾਣਾ, ਠੀਕ ਟਾਈਮ ਤੇ ਲੰਚ, ਡਿਨਰ, ਬ੍ਰੇਕਫਾਸਟ ਕਰਨਾ, ਜਾਂ ਆਪਣੇ ਮਾਈਂਡ ਨੂੰ ਐਂਟਰਟੇਨ ਕਰਨਾ, ਉਹ ਸਾਰੀਆਂ ਸਕਿਪ ਹੋ ਜਾਂਦੀਆਂ ਨੇ। ਫੈਮਿਲੀ ਲਾਈਫ ਜੇ ਆਪਾਂ ਇਹ ਸੋਚੀਏ ਨਾ ਜੀ ਕਿ ਉਹ ਸੈਚਰਡੇ ਸੰਡੇ ਸਭ ਕੁਝ ਕਰ ਸਕਦੇ ਨੇ ਜੀ, ਉਹ ਪੋਸੀਬਲ ਨਹੀਂ ਹੈ। ਤੇ ਇਸ ਚੀਜ਼ ਨੂੰ ਆਪਾਂ ਜ਼ਰੂਰ ਮੱਦੇਨਜ਼ਰ ਰੱਖੋ ਕਿ ਮੈਂ ਜੋ ਕਰ ਰਿਹਾ ਠੀਕ ਹੈ, ਟੈਕਸ ਉਤਾਰ ਰਿਹਾ, ਕਿਸ਼ਤਾਂ ਦੇ ਰਿਹਾ, ਪਰ ਆਪਣੀ ਸਿਹਤ ਨੂੰ ਖਰਾਬ ਨਾ ਹੋਣ ਦਿਓ। ਇਹਨਾਂ ਚੀਜ਼ਾਂ ਨੂੰ ਆਪਦੇ ਮਨ ਦੇ ਉੱਪਰ, ਆਪਣੇ ਸਰੀਰ ਦੇ ਉੱਪਰ ਹਾਵੀ ਨਾ ਹੋਣ ਦਿਓ ਜੀ। ਇਹ ਬਹੁਤ ਜ਼ਰੂਰੀ ਹੈ। ਔਰ ਇਹੀ ਚੀਜ਼ਾਂ ਫਿਰ ਬਾਅਦ ਵਿੱਚ ਆਪਾਂ ਜੋ ਡਿਪਰੈਸ਼ਨ ਚਲੇ ਜਾਂਦੇ ਹਾਂ, ਕੋਈ ਬਿਸਕੀ ਜਾਂ ਕੁਛ ਵੀ ਚੀਜ਼ ਨੂੰ ਆਪਾਂ ਸੇਵਨ ਕਰਦੇ ਹਾਂ, ਉਹ ਬਹੁਤ ਜ਼ਿਆਦਾ ਆਪਾਂ ਆਪਦਾ ਬੋਡੀ ਦਾ ਮਾਨਸਿਕ ਤੌਰ ਤੇ ਵੀ ਸਰੀਰਕ ਤੌਰ ਤੇ ਵੀ ਨੁਕਸਾਨ ਕਰਦੇ ਹਾਂ ਜੀ। ਹੁਣ ਮੈਂ ਜਿਵੇਂ ਦੱਸਿਆ ਸੀ ਇਹ 'ਚ ਇੰਪੋਰਟੈਂਟ ਰੋਲ ਕੀ ਹੈਗਾ, ਯੋਗ, ਮਾਨਸਿਕ ਤੌਰ ਤੇ ਵੀ ਸਰੀਰਕ ਤੌਰ ਤੇ ਵੀ ਯੋਗ, ਮੈਡੀਟੇਸ਼ਨ ਸਾਨੂੰ ਹੈਲਪ ਕਰਦੇ ਨੇ ਜੀ, ਬੂਸਟ ਅਪ ਕਰਨ ਵਾਸਤੇ, ਸਾਡੀ ਥਿੰਕਿੰਗ ਨੂੰ ਨਾਰਮਲਾਈਜ਼ ਕਰਨ ਵਾਸਤੇ। ਹਲਕੀ ਐਕਸਰਸਾਈਜ਼ ਵੀ ਹੈ, ਬਰੀਦਿੰਗ ਐਕਸਰਸਾਈਜ਼ ਨੇਗੀਆਂ, ਉਹਦੇ ਨਾਲ ਸਾਨੂੰ ਪ੍ਰੋਪਰ ਆਕਸੀਜਨ ਜਾਂਦੀ ਹੈ। ਸਾਡਾ ਜਿਹੜਾ ਸਟੇਟਸ ਆਫ ਮਾਈਂਡ ਹੈ, ਸਾਡੀ ਜਿਹੜੀ ਥਿੰਕਿੰਗ ਹੈ, ਸੋਚ ਕਰਨ ਦੀ ਜਿਹੜੀ ਸਾਡੀ ਪਾਵਰ ਹੈ ਨਾ, ਉਹ ਬੈਲੈਂਸ ਹੁੰਦੀ ਹੈ। ਮਤਲਬ ਥੋੜਾ ਪੋਜ਼ਿਟਿਵ এনवायरमेंट ਕ੍ਰੀਏਟ ਹੁੰਦਾ ਸਾਡਾ। ਹਾਂਜੀ ਹਾਂਜੀ ਹਾਂਜੀ। ਸਾਡੇ ਨਾਲ ਦਰਸ਼ਕ ਨੇ ਵੈਦ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਆਪਣਾ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ? ਹਾਂਜੀ, ਮੈਂ ਸੁਰਿੰਦਰ ਮਿਸੀਸਾਗਾ ਤੋਂ ਬੋਲ ਰਹੀ ਹਾਂ ਜੀ। ਜੀ ਸੁਰਿੰਦਰ ਜੀ, ਸਵਾਲ ਕੀ ਹੈ ਤੁਹਾਡਾ? ਹਾਂਜੀ, ਮੇਰਾ ਸਵਾਲ ਹੈ ਜੀ ਸਰ ਨੂੰ, ਮੇਰੇ ਨਾ ਗੋਡੇ ਦਰਦ ਹੋਣ ਲੱਗ ਗਏ ਨੇ। ਅੱਛਾ। ਜੇ ਮੈਂ ਹਾਂਜੀ, ਜੇ ਸੈਰ ਕਰਦੀ ਹਾਂ ਤਾਂ ਜ਼ਿਆਦਾ ਦਰਦ ਹੁੰਦੇ ਨੇ। ਹਾਲੇ ਮਤਲਬ ਥੋੜੇ ਟਾਈਮ ਹੀ ਹੋਇਆ, ਤੇ ਮੈਂ ਸਰ ਨੂੰ ਇਹ ਪੁੱਛਣਾ ਚਾਹੁੰਦੀ ਸੀ ਕਿ ਸੈਰ ਕਰਨੀ ਚਾਹੀਦੀ ਜ਼ਿਆਦਾ ਜਾਂ ਨਹੀਂ? ਮਤਲਬ 1 ਘੰਟਾ ਮੈਂ ਡੇਲੀ ਕਰਦੀ ਹਾਂ, 2 ਘੰਟੇ ਕਰਦੀ ਹਾਂ ਤਾਂ ਬਹੁਤ ਜ਼ਿਆਦਾ ਦਰਦ ਹੁੰਦੀ ਹੈ। ਤੇ ਦੂਜਾ ਜੇਕਰ ਜਿਸ ਤਰ੍ਹਾਂ ਵੀ ਇਹਨਾਂ ਦਾ ਹੁਣ ਸਟਾਰਟਿੰਗ ਵਿੱਚ ਸੀ, ਇਹ ਕਿੱਦਾਂ ਠੀਕ ਹੋ ਸਕਦੇ ਨੇ? ਤੁਹਾਡੀ ਏਜ ਕਿੰਨੀ ਹੈ? ਹਾਂ, ਏਜ ਕਿੰਨੀ ਹੈ ਜੀ? ਇਹ 56 ਜੀ। 56। ਤੁਹਾਨੂੰ ਕਨਸਟੀਪੇਸ਼ਨ ਤਾਂ ਹੀ ਰਹਿੰਦੀ ਹੈ ਜੀ ਸੁਰਿੰਦਰ ਜੀ? ਹਾਂਜੀ ਹਾਂਜੀ, ਰਹਿੰਦੀ ਹੈ ਜੀ। ਔਰ ਮੈਂ ਉਹਦੇ ਲਈ ਮਤਲਬ ਜਿਸ ਤਰ੍ਹਾਂ ਤ੍ਰਿਫਲਾ ਚੂਰਨ ਜਾਂ ਮੇਥੀ ਦਾਣਾ, ਜੋ ਵੀ ਇਹ ਤੁਸੀਂ ਦੱਸਦੇ ਹੋ, ਹਾਂਜੀ, ਮੈਂ ਤੁਹਾਡਾ ਹਮੇਸ਼ਾ ਪ੍ਰੋਗਰਾਮ ਦੇਖਦੀ ਹਾਂ। ਠੀਕ ਹੈ ਜੀ। ਤੇ ਮੈਂ ਕੁਛ ਨਾ ਕੁਛ ਖਾਂਦੀ ਰਹਿੰਦੀ ਹਾਂ, ਫਿਰ ਮੈਂ ਖਾਂਦੀ ਰਹਿੰਦੀ ਹਾਂ ਤੇ ਉਹਦੇ ਨਾਲ ਮੇਰਾ ਪੇਟ ਠੀਕ ਰਹਿੰਦਾ। ਅਗਰ ਜੇ ਮੈਂ 1 ਜਾਂ 2 ਦਿਨ ਵੀ ਨਾ ਖਾਵਾਂ ਤਾਂ ਫਿਰ ਮੇਰੀ ਉਹੀ ਹਾਲਤ ਹੁੰਦੀ ਹੈ। ਮੈਂ ਸੁਰਿੰਦਰ ਜੀ, ਤੁਹਾਨੂੰ ਤੁਸੀਂ ਪੈਨ ਪੇਪਰ ਲੈ ਲਓ, ਜੋ ਗੱਲਾਂ ਦੱਸਾਂਗਾ ਨਾ ਪਲੀਜ਼ ਲਿਖ ਲਿਓ, ਤੇ ਮੈਂ ਤੁਹਾਨੂੰ ਹੁਣੇ ਤੁਹਾਡਾ ਟਰਮ ਆਏਗਾ, ਮੈਂ ਤੁਹਾਨੂੰ ਹੁਣੇ ਗੱਲਾਂ ਦੱਸਾਂਗਾ ਇਹਦੇ ਬਾਰੇ। ਠੀਕ ਹੈ ਜੀ, ਥੈਂਕ ਯੂ ਸਰ, ਥੈਂਕ ਯੂ। ਓਕੇ। ਸੋ ਅਸੀਂ ਬਾਕੀ ਦੇ ਦਰਸ਼ਕਾਂ ਨੂੰ ਵੀ ਕਹਾਂਗੇ, ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਕਾਲਰ ਆਏ ਸੀ ਉਹਨਾਂ ਨੇ ਕਿਹਾ ਸੀ ਵੀ ਮੇਰਾ ਸਵਾਲ ਜਿਹੜਾ ਹੈ ਉਹ ਤੁਹਾਡੇ ਟੌਪਿਕ ਨਾਲ ਰਿਲੇਟਡ ਨਹੀਂ ਹੈਗਾ। ਸੋ ਤੁਸੀਂ ਕਿਸੇ ਵੀ ਸਮੱਸਿਆ ਦੇ ਲਈ ਵੀ ਕਾਲ ਕਰ ਸਕਦੇ ਹੋ, ਬਟ ਅਸੀਂ ਇਹ ਕਿਹਾ ਸੀ ਕਿ ਅਗਰ ਸਮੱਸਿਆ ਨਾਲ ਸੰਬੰਧਿਤ ਕਰੋਗੇ ਜਿਹੜੀ ਅਸੀਂ ਡਿਸਕਸ ਕਰਦੇ ਪਏ ਹਾਂ, ਤਾਂ ਉਹਦੇ ਨਾਲ ਕਈ ਲੋਕਾਂ ਦੇ ਹੋਰਾਂ ਦੇ ਵੀ ਜਵਾਬ ਮਿਲਦੇ ਨੇ। ਸੋ ਵੈਲਕਮ ਹੈ, ਤੁਸੀਂ ਕਾਲ ਕਰੋ, ਆਪਣੇ ਸਵਾਲ ਕਰੋ, ਕੋਈ ਦਿੱਕਤ ਨਹੀਂ ਹੈ ਜੀ। ਸੋ ਜਿਹੜਾ ਆਪਾਂ ਗੱਲ ਕਰ ਰਹੇ ਸੀ ਨਾ ਜੀ ਕਿ ਜਿਹੜੀਆਂ ਇਹ ਏਲੀਮੈਂਟਸ ਨੇਗੀਆਂ, ਇਹਦੇ ਕਰਕੇ ਹੋ ਸਕਦੀਆਂ ਨੇਗੀਆਂ। ਹੁਣ ਆਪਾਂ ਉਹ ਸਟੇਜ ਤੇ ਆਉਂਦੇ ਹਾਂ ਵੀ ਜਿਹੜੇ ਲੋਕ ਬਹੁਤ ਹਾਈ ਡੋਜ਼ ਦੀਆਂ ਡਿਪਰੈਸ਼ਨ ਲਈ ਦਵਾਈਆਂ ਖਾ ਰਹੇ ਨੇ, ਉਹਦੇ ਨਾਲ ਉਹ ਸਾਈਡ ਇਫੈਕਟਸ ਵੀ, ਉਹਦੇ ਵਿੱਚ ਆਯੁਰਵੇਦ ਜਿਹੜਾ ਹੈ ਉਹ ਕੀ ਹੈਲਪ ਕਰੇਗਾ ਜੀ? ਆਪਾਂ ਸ਼ਿਰੋਧਾਰਾ ਬਾਰੇ ਦੱਸਦੇ ਹੁੰਦੇ ਹਾਂ। ਐਕਸਟਰਨਲ ਟ੍ਰੀਟਮੈਂਟ ਹੈ, ਪੰਚਕਰਮਾ ਦੇ ਅੰਡਰ ਆਉਂਦਾ ਹੈਗਾ ਜੀ। ਇਹਦਾ ਬਹੁਤ ਅੱਛਾ ਰੋਲ ਹੈ। ਰੈਮਡੀਜ਼ ਆਪਾਂ ਇਸ ਤੋਂ ਬਾਅਦ ਦੱਸਾਂਗੇ। ਸ਼ਿਰੋਧਾਰਾ, ਨਸਿਅਮ ਮੀਨਸ ਕਈ ਵਾਰ ਇੱਥੇ ਸਾਡੇ ਕਫ ਵੱਧ ਕੇ ਸਰੋਤਰੀ ਬਲੌਕ ਹੋ ਜਾਂਦੇ ਨੇਗੇ। ਇਹਦਾ ਆਯੁਰਵੇਦ ਦੇ ਵਿੱਚ ਬਹੁਤ ਅੱਛਾ ਐਕਸਟਰਨਲ ਟ੍ਰੀਟਮੈਂਟ ਹੈਗਾ। ਬਹੁਤ ਲੋਕਾਂ ਦੀਆਂ ਮੈਂ ਦਵਾਈਆਂ, ਜਾਂ ਜਿਹੜੇ ਕਹਿੰਦੇ ਦਵਾਈਆਂ ਖਾ ਕੇ ਵੀ ਸਾਨੂੰ ਕਈ ਮਹੀਨੇ ਨੀਂਦ ਨਹੀਂ ਆਉਂਦੀ, ਉਹਨਾਂ ਨੂੰ ਮੈਂ ਸ਼ਿਰੋਧਾਰਾ ਦੇ ਨਾਲ ਠੀਕ ਹੁੰਦੇ ਦੇਖਿਆ। ਔਰ ਇੰਨਾ ਕੁ ਪੋਪੂਲਰ ਟ੍ਰੀਟਮੈਂਟ ਹੈਗਾ ਵੀ ਜਦੋਂ ਇੱਕ ਆਪਣੇ ਫੋਰਹੈਡ 'ਤੇ ਜਿਹੜਾ ਸਾਡਾ ਸੈਂਟਰ ਹੈ ਪੂਰੇ ਮਾਈਂਡ ਦਾ, ਜਦੋਂ ਉਹ ਇੱਕ ਸਿੱਧ ਤੇਲ ਦੇ ਨਾਲ, ਧਾਰਾਂ ਦੇ ਨਾਲ ਪਾਉਂਦੇ ਆ, ਉਹਦੇ ਨਾਲ ਸਬ ਕੌਂਸ਼ੀਅਸ ਮਾਈਂਡ ਜਿਹੜਾ ਹੈ ਅਨਨੈਸੈਸਰੀ ਜਿਹੜਾ ਭਰਿਆ ਹੁੰਦਾ ਹੈਗਾ, ਉਹ ਵਾਸ਼ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਉਸ ਤੋਂ ਇਲਾਵਾ ਜਿਹੜਾ ਨਸਿਅਮ ਹੈ, ਉਹ ਜਦੋਂ ਅਸੀਂ ਦਵਾਈਆਂ ਦੇ ਨਾਲ ਨਸਿਅਮ ਮਿਲ ਕੇ ਇਨਹੇਲ ਕਰਾਉਣੇ ਦਵਾਈਆਂ ਨੂੰ, ਉਹਦੇ ਨਾਲ ਜਿਹੜੇ ਸਾਡੇ ਸਰੋਤ ਦੇ ਨੇ, ਮਾਈਕਰੋ ਚੈਨਲਸ ਨੇ, ਉਹ ਖੁੱਲ੍ਹ ਜਾਂਦੇ ਨੇਗੇ। ਥਿੰਕਿੰਗ, ਅਨਨੈਸੈਸਰੀ ਥਿੰਕਿੰਗ ਇਹਦੇ ਨਾਲ ਚੇਂਜ ਹੁੰਦੀ ਹੈ। ਫਿਰ ਬਹੁਤ ਸਾਰੇ ਲੇਪ ਨੇ ਸ਼ੇਖਰ ਜੀ, ਜਿਵੇਂ ਚੰਦਨ ਦਾ ਹੀ ਲੇਪ ਲਗਾ ਲਓ ਜੀ, ਬ੍ਰਹਮੀ ਦਾ, ਭ੍ਰਿੰਗਰਾਜ ਦਾ ਲੇਪ ਹੈਗਾ, ਇਹ ਵੀ ਸਾਰੇ ਐਕਸਟਰਨਲ ਟ੍ਰੀਟਮੈਂਟ ਨੇਗੇ। ਬ੍ਰਹਮੀ, ਜਟਾਮਾਨਸੀ, ਇਹ ਆਪਾਂ ਖਾਣ ਲਈ ਵੀ ਦਿੰਦੇ ਆਂਗੇ,
ਲੇਕਿਨ ਐਕਸਟਰਨਲ ਇਹਨਾਂ ਦੇ ਜਿਹੜੇ ਲੇਪ ਨੇਗੇ ਉਹ ਵੀ ਬਹੁਤ ਜ਼ਿਆਦਾ ਇਫੈਕਟਿਵ ਨੇਗੇ। ਜਟਾਮਾਨਸੀ ਹੈ, ਵੱਚ ਕਿਸੇ ਕੋ ਬੜੀ ਹਰਬ ਹੁੰਦੀ ਹੈ, ਵੱਚ ਉਹ ਸਿੰਗਲ ਹਰਬ ਹੈ ਲੇਕਿਨ ਇੰਨਾ ਅੱਛਾ ਬ੍ਰੇਨ ਟੌਨਿਕ ਹੈ। ਦੇਖੋ ਹੈ ਤਾਂ ਉਹੀ ਸਟੇਜ ਹੈ ਨਾ ਇੱਕ ਮਾਈਂਡ ਦੀ, ਵੀ ਕੋ ਮਾਈਂਡ ਦੀ ਸਟੇਜ ਨੂੰ ਅਸੀਂ ਸੰਭਾਲ ਨਹੀਂ ਸਕੇ ਕਿ ਲੈਵਲ ਤੋਂ ਜ਼ਿਆਦਾ ਸੋਚਣ ਲੱਗ ਗਿਆ, ਤਾਂ ਹੀ ਆਪਾਂ ਡਿਪਰੈਸ਼ਨ, ਸਟ੍ਰੈਸ ਕਹਿ ਦਿੰਦੇ ਹਾਂ, ਐਂਗਜ਼ਾਇਟੀ ਕਹਿ ਦਿੰਦੇ ਹਾਂਗੇ। ਕਿਸੇ ਕਾਰਨ ਵੀ ਹੈ ਜੀ, ਬਿਮਾਰੀ ਹੈ ਕਿਸੇ ਘਰ ਦੇ ਵਿੱਚ, ਤੁਹਾਨੂੰ ਆਪ ਨੂੰ ਕੋਈ ਬਿਮਾਰੀ ਹੈ, ਕੋਈ ਤੁਹਾਨੂੰ ਲੋਸ ਹੋ ਗਿਆ, ਕੋਈ ਤੁਹਾਡੀ ਮੀਆਂ ਬੀਬੀ ਦੀ ਨਹੀਂ ਬਣਦੀ, ਕੁਝ ਵੀ ਹੈ। ਜਦੋਂ ਤੁਸੀਂ ਉਸ ਤੋਂ ਇੱਕ ਵੱਧ ਜਾਂਦੇ ਹੋਗੇ, ਇੱਕ ਸਟੇਜ ਤੋਂ ਅੱਗੇ ਵੱਧ ਜਾਂਦੇ ਹੋਗੇ, ਜਾਂ ਤੁਹਾਨੂੰ ਕੋਈ ਬਿਜ਼ਨਸ ਵਿੱਚ ਲੋਸ ਹੋ ਗਿਆ, ਤਾਂ ਤੁਸੀਂ ਇਹਨਾਂ ਚੀਜ਼ਾਂ ਦੀ ਹੈਲਪ ਲੈ ਕੇ, ਬਜਾਏ ਕਿ ਕੋਈ ਟਰੰਕਲਾਈਜ਼ਰ, ਸੈਟ ਮੈਡੀਸਨ ਜਾਂ ਕੋਈ ਬਹੁਤ ਜ਼ਿਆਦਾ ਨੀਂਦ ਦੀਆਂ ਦਵਾਈਆਂ ਖਾਣ ਦੀ ਬਜਾਏ, ਤੁਸੀਂ ਆਯੁਰਵੇਦ ਦੀ ਹੈਲਪ ਲੈ ਕੇ ਸ਼ਿਰੋਧਾਰਾ ਕਰਵਾ ਕੇ, ਲੇਪ ਲਗਵਾ ਕੇ, ਜਾਂ ਇਹਨਾਂ ਦਵਾਈਆਂ ਦੇ ਪਾਊਡਰ, ਅੱਜ ਕੱਲ੍ਹ ਤਾਂ ਇਹ ਕੈਪਸੂਲ ਵੀ ਬਣਨ ਲੱਗ ਗਏ, ਬ੍ਰਹਮੀ, ਸ਼ੰਖ ਪੁਸ਼ਪੀ, ਵੱਚ, ਜਟਾਮਾਨਸੀ। ਦੇਖੋ ਇਹ ਸ਼ਾਸਤਰ ਕਹਿੰਦੇ ਨੇਗੇ, ਇਹ ਹਿਸਟਰੀ ਹੈ ਜਿਹਨੂੰ ਕੋਈ ਚੇਂਜ ਨਹੀਂ ਕਰ ਸਕਦਾ, ਕਿ ਜਟਾਮਾਨਸੀ, ਬ੍ਰਹਮੀ ਇਹ ਚੀਜ਼ਾਂ ਖਾ ਕੇ ਹੀ ਰਿਸ਼ੀ ਮੁਨੀਆਂ ਨੇ ਸਾਡੀ ਸ੍ਰਿਸ਼ਟੀ ਦੇ ਵਾਈ ਇਲਾਜ, ਜਾਂ ਜਿਹਨੂੰ ਆਪਾਂ ਰੂਲ ਰੈਗੂਲੇਸ਼ਨ ਕਹਿ ਦਈਏ, ਜਾਂ ਬੇਸਿਕ ਚੀਜ਼ਾਂ ਜਿਹੜੀਆਂ ਮਾਨਵ ਨੂੰ ਸਮਝਾਈਆਂ ਨੇ, ਮਾਨਵ ਨੂੰ ਸਮਝਾਈਆਂ ਨੇਗੀਆਂ, ਉਹ ਇਹ ਚੀਜ਼ਾਂ ਖਾ ਕੇ ਬੈਠਦੇ ਸੀ ਕਿ ਬਹੁਤ ਬਹੁਤ ਦਿਨ ਉਹਨਾਂ ਨੂੰ ਖਾਣਾ ਖਾਣ ਦੀ ਵੀ ਲੋੜ ਨਹੀਂ ਸੀ ਪੈਂਦੀ। ਔਰ ਕੰਸਨਟ੍ਰੇਸ਼ਨ ਕਿੰਨੀ ਜ਼ਿਆਦਾ ਉਹਨਾਂ ਦੀ ਹਾਈ ਹੋਏਗੀ, ਜਾਂ ਕਿੰਨੀ ਦਿਵਯ ਦ੍ਰਿਸ਼ਟੀ ਹੋਈ, ਜਾਂ ਕਿੰਨੀ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੋਏਗੀ, ਕਿ ਜੋ ਹਜ਼ਾਰਾਂ ਸਾਲ ਪਹਿਲਾਂ ਉਹ ਸ਼ਾਸਤਰਾਂ ਵਿੱਚ ਲਿਖੇ ਨੇਗੇ, ਉਹ ਅੱਜ ਵੀ ਉਨੀਆਂ ਪ੍ਰੈਕਟੀਕਲ ਨੇ, ਅੱਜ ਵੀ ਉਨੀਆਂ ਯਥਾਰਥ ਨੇਗੀਆਂ ਜਿਵੇਂ ਕਿ ਉਦੋਂ ਹੁੰਦੀਆਂ ਸੀ ਜੀ। ਕੋਈ ਸਾਇੰਸ, ਕੋਈ ਵੀ ਡੈਕੇਡਸ, ਕੋਈ ਵੀ ਜਿਹੜੀ ਇਹ ਆਪਣੇ ਟਾਈਮ ਦੇ ਨਾਲ ਉਹ ਆਪਾਂ ਉਹਨਾਂ ਨੂੰ ਚੇਂਜ ਨਹੀਂ ਕਰ ਸਕੇ। ਅਮੈਂਡਮੈਂਟ ਹੋਣਾ, ਚੇਂਜ, ਉਹ ਅਮੈਂਡਮੈਂਟਸ ਹੋਣੀ ਅਲੱਗ ਗੱਲ ਹੈ। ਅੱਜ ਆਪਾਂ ਹਾਈਟੈਕ ਹੋ ਗਏ, ਮੈਕੈਨਿਜ਼ਮ ਵੱਲ ਜ਼ਿਆਦਾ ਚਲੇ ਗਏ, ਪਰ ਜੋ ਸ਼ਾਸਤਰਾਂ ਚੀਜ਼ਾਂ, ਜੋ ਆਯੁਰਵੇਦ ਸ਼ਾਸਤਰਾਂ 'ਚ ਲਿਖੀਆਂ ਚੀਜ਼ਾਂ, ਉਹਨੂੰ ਅੱਜ ਤੱਕ ਆਪਾਂ ਚੇਂਜ ਨਹੀਂ ਕਰ ਸਕੇ ਜੀ। ਸੋ ਜਿੰਨੇ ਵੀ ਦਰਸ਼ਕ ਇਹਦੇ ਨਾਲ ਰਿਲੇਟਡ ਮੇਰੀ ਗੱਲ ਨੂੰ ਸੁਣ ਰਹੇ ਨੇ, ਇਹ ਹਰਬਸ ਨੂੰ, ਇਹ ਟ੍ਰੀਟਮੈਂਟ ਨੂੰ ਆਪਦੇ ਕੋਲ ਨੋਟ ਕਰ ਲਓ। ਇਹ ਪ੍ਰੋਗਰਾਮ ਨੂੰ ਤੁਸੀਂ ਦੁਬਾਰਾ ਵੀ ਦੇਖ ਸਕਦੇ ਹੋ YouTube ਦੇ ਉੱਪਰ, ਲੇਕਿਨ ਤੁਸੀਂ ਬਹੁਤ ਲੋਕਾਂ ਦਾ ਭਲਾ ਕਰ ਸਕਦੇ ਹੋ। ਮੈਂ ਇਸ ਦੇ ਨਾਲ ਬਹੁਤ ਲੋਕਾਂ ਦਾ ਭਲਾ ਕਰ ਰਿਹਾ। ਮੈਂ ਆਪਣੀ ਪ੍ਰੈਕਟਿਸ ਦੇ ਵਿੱਚ, ਡੇਲੀ ਪ੍ਰੈਕਟਿਸ ਵਿੱਚ ਕਿੰਨੇ ਲੋਕਾਂ ਨੂੰ ਸਮਝਾਉਣਾ ਵੀ ਨੀਂਦ ਨਹੀਂ ਆਉਂਦੀ, ਕੁਛ ਨਹੀਂ ਹੈ, ਖੁਰਾਸਾਨੀ ਜਮੈਣ ਖਾ ਲਓ, ਰਾਤ ਨੂੰ ਅੱਧਾ ਚਮਚ ਤੁਹਾਨੂੰ ਨੀਂਦ ਆ ਜਾਏਗੀ। ਗਰਮ ਦੁੱਧ 'ਚ ਤੁਸੀਂ ਘੀ ਪਾ ਕੇ ਲੈ ਲਓ, ਤੁਹਾਨੂੰ ਨੀਂਦ ਆ ਜਾਏਗੀ। ਘੀ ਦਾ ਦੇਖੋ ਕੀ ਹੈ, ਲੁਬਰੀਕੇਸ਼ਨ ਕਰੇਗਾ। ਜੋ ਅੰਦਰ ਡਰਾਈਨੈਸ ਹੋ ਗਈ ਹੈ ਵਾਯੂ ਕਰਕੇ, ਵਾਯੂ ਦੇ ਗਮਨ ਕਰਕੇ, ਉਹ ਤੁਹਾਡੇ ਡਰਾਈਨੈਸ ਨੂੰ ਠੀਕ ਕਰੇਗਾ, ਤੁਹਾਨੂੰ ਨੀਂਦ ਆ ਜਾਏਗੀ। ਤੁਸੀਂ ਹੋਰ ਨਹੀਂ ਤਾਂ ਪੁੜਪੜੀਆਂ 'ਚ ਕੋਈ ਵੀ ਕਰੀਮ ਲਗਾ ਕੇ ਥੋੜ੍ਹਾ ਉਹਨਾਂ ਨੂੰ ਸਹਿਲਾ ਦਿਓ, ਉਹਦੇ ਨਾਲ ਵੀ ਉਹ ਸਕ੍ਰੀਸ਼ਨ ਵੱਧ ਜਾਣਗੇ, ਤੁਹਾਨੂੰ ਨੀਂਦ ਆ ਜਾਏਗੀ। ਮਤਲਬ ਕਿ ਬਹੁਤ ਸਾਰੇ ਤਰੀਕੇ ਨੇਗੇ। ਆਪਦਾ ਨੂੰ ਇੰਨਾ ਈਜ਼ੀ ਨਾ ਕਰੋ ਕਿ ਇਹ ਤਰੀਕੇ ਅਡਾਪਟ ਕਰਨ ਦੀ ਬਜਾਏ ਤੁਸੀਂ ਪਿਲਸ ਖਾਣੇ ਸ਼ੁਰੂ ਕਰ ਦਿਓ, ਉਹ ਨੁਕਸਾਨ ਹੈ ਉਸਦਾ। ਤੁਸੀਂ ਡਿਪਰੈਸ਼ਨ ਜਾ ਕੇ ਇੰਜੈਕਸ਼ਨ ਲਾਉਣੇ ਸ਼ੁਰੂ ਕਰ ਦਿਓ। ਇਹ ਤੁਸੀਂ ਆਪਣੇ ਆਪ ਨੂੰ, ਆਪਣੀ ਕਾਇਆ ਨੂੰ, ਜੋ ਉਸ ਪਰਮਾਤਮਾ ਨੇ ਕਿੰਨੇ ਹਜ਼ਾਰਾਂ ਸਾਲ ਬਾਅਦ ਇਹ ਤੁਹਾਨੂੰ ਜਿਹੜੀ ਇਹ ਜ਼ਿੰਦਗੀ ਦਿੱਤੀ ਹੈ, ਉਹਨੂੰ ਡਿਸਟਰੋਏ ਕਰ ਦਿਓ ਜੀ। ਸਾਡੇ ਨਾਲ ਦਰਸ਼ਕ ਨੇ ਵੈਦ ਸਾਹਿਬ, ਪਲੀਜ਼। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ। ਆਪਣਾ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ? ਹਾਂਜੀ, ਮੈਂ ਬਰੈਂਪਟਨ ਤੋਂ ਗੱਲ ਕਰਦੀ। ਮੇਰਾ ਨਾਮ ਜਸਪਾਲ ਕੌਰ। ਜਸਪਾਲ ਕੌਰ, ਠੀਕ ਹੈ ਜੀ। ਉਮਰ ਕਿੰਨੀ ਹੈ ਤੁਹਾਡੀ? ਮੇਰੀ ਉਮਰ ਹੈਗੀ ਹੈ 71 ਸਾਲ। ਠੀਕ ਹੈ ਜੀ। ਸਵਾਲ ਕੀ ਹੈ ਤੁਹਾਡਾ? ਸਵਾਲ ਮੇਰਾ ਇਹ ਹੈ ਜੀ, ਮੈਂ ਨਾ ਟੈਸਟ ਕਰਾਇਆ ਸੀ ਆਪਣਾ ਬਲੱਡ, ਤੇ ਉਹਦੇ ਵਿੱਚ ਆਇਆ ਸੀ ਥੋੜਾ ਮੈਨੂੰ ਉਹਦੀ ਪ੍ਰੋਬਲਮ ਹੈ ਗਲੇ ਵਿੱਚ। ਕੀ ਹੁੰਦਾ ਮੈਂ ਫਿਰ ਭੁੱਲ ਗਈ। ਥਾਇਰਾਇਡ ਦੀ ਜੀ? ਦਿਮਾਗ ਤੇ ਤੁਹਾਨੂੰ ਥਾਇਰਾਇਡ ਤਾਂ ਨਹੀਂ? ਹਾਂਜੀ ਹਾਂ, ਹਾਂਜੀ ਹਾਂਜੀ, ਥਾਇਰਾਇਡ ਦੀ ਮੈਨੂੰ ਉਹ ਡਾਕਟਰ ਕਹਿੰਦਾ ਵੀ ਤੁਹਾਨੂੰ ਥੋੜੀ ਬਹੁਤੀ ਸ਼ਿਕਾਇਤ ਹੈ ਥਾਇਰਾਇਡ ਦੀ, 11 ਤੁਹਾਡਾ ਵੀ 9 ਹੋਣਾ ਚਾਹੀਦਾ, ਵੀ 3 ਮਹੀਨੇ ਬਾਅਦ ਫਿਰ ਮੈਂ ਟੈਸਟ ਕਰੂੰਗਾ। ਪਹਿਲਾਂ ਵੀ ਪਿਛਲੇ ਸਾਲ ਵੀ ਕਰਵਾਇਆ ਸੀ, ਉਦੋਂ ਵੀ ਉਹ ਇਸ ਤਰ੍ਹਾਂ ਕਹਿੰਦਾ ਸੀ ਵੀ ਥੋੜਾ ਜਿਹੜਾ ਥਾਇਰਾਇਡ ਉੱਪਰ ਨੀਚੇ ਹੁੰਦਾ, ਤੇ ਮੈਨੂੰ ਉਹਦੇ ਵਾਸਤੇ ਫਿਰ ਕੀ ਖਾਣਾ ਚਾਹੀਦਾ, ਮੈਂ ਪੁੱਛਣਾ ਸੀ। ਜ਼ਰੂਰ ਦੱਸਾਂਗਾ, ਥਾਇਰਾਇਡ ਠੀਕ ਹੋ ਜਾਵੇ। ਹੁਣੇ ਦੱਸਾਂਗਾ ਜਸਪਾਲ ਜੀ, ਡੋਂਟ ਵਰੀ ਜੀ। ਤੁਸੀਂ ਪ੍ਰੋਗਰਾਮ ਦੇਖੋ, ਤੁਹਾਨੂੰ ਹੁਣੇ ਜਵਾਬ ਦੇਣਗੇ ਵੈਦ ਸਾਹਿਬ ਜੀ। ਆਪਾਂ ਮੇਰੇ ਖਿਆਲ ਥੋੜੇ ਜਵਾਬ ਵੀ ਦੇ ਦਈਏ। ਹਾਂਜੀ, ਇੱਕ ਦੋ ਕਾਲਰ। ਹਾਂਜੀ ਪਲੀਜ਼। ਸਤਿ ਸ਼੍ਰੀ ਅਕਾਲ ਜੀ। ਹੈਲੋ ਹੈਲੋ, ਅਗਲੀ ਕਾਲ ਲੈਣੇ ਆ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਸਵਾਗਤ ਹੈ ਮੈਮ ਤੁਹਾਡਾ ਪ੍ਰੋਗਰਾਮ ਦੇ ਵਿੱਚ। ਆਪਣਾ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ? ਹਾਂਜੀ, ਮੇਰਾ ਨਾਮ रंजना, मैं बोल रही हूँ कि मेरा बेटा है वो शराब रात को बहुत पी लेता है, उसकी छोड़ नहीं रहा वो। ठीक है जी। शाम को 5-6 बजते हैं बस शराब को देखने लगे। क्या कोई दवाई है छोड़ने की? रंजना जी, कित्थों गल कर रहे हो तुसी?
मैं कनेडा से बोल रही हूँ। ਠੀਕ ਹੈ, ਤੁਹਾਡੇ ਬੇਟੇ ਨਾਲ ਅੱਛਾ ਉਹ ਡਰਿੰਕ ਜ਼ਿਆਦਾ ਕਰਦੇ ਨੇ। ਉਮਰ ਕਿੰਨੀ ਹੈ ਉਹਨਾਂ ਦੀ? 35। 35। ਵੈਦ ਸਾਹਿਬ ਕੁਝ ਕੋਈ ਗੱਲ ਨਹੀਂ ਜੀ, ਤੁਸੀਂ ਕੋਈ ਵਰੀ ਨਾ ਕਰੋ। ਜੇ ਮੈਂ ਦੱਸਿਆ ਸੀ ਉੱਪਰ ਵਾਲੇ ਪਰਮਾਤਮਾ ਤੇ ਭਰੋਸਾ ਰੱਖ ਕੇ ਜੋ ਮੈਂ ਤੁਹਾਨੂੰ ਇੱਕ ਰੈਮਡੀ ਦੱਸਾਂਗਾ ਉਹ ਉਹਨਾਂ ਨੂੰ ਖਵਾਉਣੀ ਸ਼ੁਰੂ ਕਰ ਦਿਓ। ਪਰਮਾਤਮਾ ਕਰੇਗਾ, ਉਹਨਾਂ ਦਾ ਸ਼ਰਾਬ ਦੇਖਣ ਨੂੰ ਦਿਲ ਨਹੀਂ ਕਰੇਗਾ। ਠੀਕ ਹੈ ਜੀ? ਜੀ ਤੁਸੀਂ ਪ੍ਰੋਗਰਾਮ ਦੇਖੋ, ਤੁਹਾਨੂੰ ਹੁਣੇ ਜਵਾਬ ਦਿੰਨੇ ਜੀ। ਅਗਲੇ ਕਾਲਰ ਨਹੀਂ ਜੀ। ਅੱਛਾ ਜੀ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਸਤਿ ਸ੍ਰੀ ਅਕਾਲ ਜੀ। ਹਾਂਜੀ ਮੈਮ, ਹਾਂਜੀ ਆਪਣਾ ਨਾਮ ਦੱਸ ਦਿਓ ਤੇ ਕਿਹੜੀ ਜਗ੍ਹਾ ਤੋਂ ਗੱਲ ਕਰ ਰਹੇ ਹੋ ਜੀ? ਅਸੀਂ ਬ੍ਰੈਂਪਟਨ ਤੋਂ ਗੱਲ ਕਰ ਰਹੇ ਹਾਂ ਜੀ। ਨਾਮ ਕੀ ਹੈ ਮੈਮ? ਨਾ ਗੁਰਦੀਪ ਕੌਰ। ਜੀ ਗੁਰਦੀਪ ਜੀ, ਉਮਰ ਕਿੰਨੀ ਤੁਹਾਡੀ? 47। 47, ਠੀਕ ਹੈ ਜੀ। ਪ੍ਰੋਬਲਮ ਕੀ ਹੈ? ਮੈਂ ਵਿੱਚ ਪਿੱਤੇ ਦਾ ਆਪਰੇਸ਼ਨ ਕਰਾਇਆ ਸੀਗਾ, 2 ਸਾਲ ਹੋ ਗਏ ਜੀ। ਉਹਦੇ ਬਾਅਦ ਵਜਨ ਵੱਧਣਾ ਲੱਗ ਗਿਆ, ਵੱਧ ਗਿਆ ਵਜਨ। ਠੀਕ ਹੈ ਜੀ। ਗੱਠਾਂ ਬਣ ਗਿਆ ਸਰੀਰ ਦੇ ਵਿੱਚ ਬਰੀਕ ਬਰੀਕ। ਠੀਕ ਹੈ, ਵੈਸਾ ਕੁਝ ਸਵਾਲ? ਹਾਂਜੀ। ਅੱਛਾ, ਹੋਰ ਦੱਸੋ ਜੀ। ਤੁਸੀਂ ਹੁਣ ਗੁਰਦੀਪ ਕੌਰ ਹੈ। ਨਹੀਂ, ਸਾਡੇ ਕੋਲੋਂ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਕੀ ਚਾਹੁੰਦੇ ਹੋ ਵੀ ਉਹ ਗੱਠਾਂ ਠੀਕ ਹੋ ਜਾਣ? ਹਾਂਜੀ ਹਾਂ, ਮੋਟਾਪਾ ਵੱਧ ਗਿਆ ਜੀ ਆਪਰੇਸ਼ਨ ਹੋਏ ਦੇ ਬਾਅਦ ਵਿੱਚ। ਮੈਂ ਹੁਣੇ ਤੁਹਾਨੂੰ ਦੱਸਾਂਗਾ ਜੀ। ਜੀ ਤੁਸੀਂ ਪ੍ਰੋਗਰਾਮ ਦੇਖੋ, ਤੁਹਾਨੂੰ ਹੁਣੇ ਵੈਦ ਸਾਹਿਬ ਦੱਸਣਗੇ ਤੁਹਾਡਾ ਨਾਮ ਲੈ ਕੇ ਜੀ। ਸੋ ਇਹ ਲਾਸਟ ਕਾਲ ਹੈ ਜੀ ਅਸੀਂ ਜੋ ਲੈ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੀ ਉਮਰ 72 ਸਾਲ ਆ, ਰਣਜੀਤ ਕੌਰ ਮੇਰਾ ਨਾਂ। ਤੇ ਮੇਰੀਆਂ ਲੱਤਾਂ ਚ ਐਂ ਵੀ ਮੈਨੂੰ ਗਠੀਆ ਤੇ ਗੰਢਾਂ ਜਿਹੀਆਂ ਬਣੀਆਂ ਤੇ ਇੱਕ ਮੇਰਾ ਲੱਕ ਰਾਤ ਨੂੰ ਪੈਂਦਾ ਲੱਗਦਾ ਨਹੀਂ ਥੱਲੇ ਮੰਜੇ ਤੇ ਪਾਸੇ। ਜਦੋਂ ਪਾਸਾ ਲੈਂਦੀ ਉਦੋਂ ਵੀ ਮੇਰੇ ਚੀਸਾਂ ਪੈਂਦੀਆਂ ਦੋਵੇਂ ਪਾਸੇ ਲੱਤਾਂ ਚ। ਤੁਸੀਂ ਕਿੱਥੋਂ ਬੋਲ ਰਹੇ ਹੋ ਜੀ ਰਣਜੀਤ ਕੌਰ ਜੀ? ਅਸੀਂ ਕੈਨੇਡਾ ਤੋਂ ਬੈਡਮਿੰਟਨ ਤੋਂ ਬੋਲਦੇ ਹਾਂ। 72 ਸਾਲ ਮੇਰੀ ਉਮਰ ਹੈ। ਬੈਡਮਿੰਟਨ ਹੋਏਗਾ। ਹਾਂਜੀ ਠੀਕ ਹੈ ਜੀ, ਠੀਕ ਹੈ। ਮੈਂ ਤੁਹਾਨੂੰ ਹੁਣੇ ਦੱਸਾਂਗਾ ਰਣਜੀਤ ਜੀ, ਤੁਹਾਨੂੰ ਇਹਦਾ ਘਰੇ ਕਿਵੇਂ ਇਲਾਜ ਕਰਨਾ ਹੈਗਾ ਹੁਣੇ ਦੱਸਾਂਗਾ ਜੀ। ਅੱਛਾ ਜੀ, ਥੈਂਕ ਯੂ। ਮਿਹਰਬਾਨੀ ਜੀ। ਪ੍ਰੋਗਰਾਮ ਦੇਖੋ ਜੀ। ਜੀ ਹੁਣ ਅਸੀਂ ਜਵਾਬ ਦੇ ਦਿੰਦੇ ਹਾਂ। ਹਰਵੰਸ ਜੀ ਸੀਗੇ ਜੀ, 68 ਈਅਰ ਦੇ, ਐਡਮਿੰਟਨ ਤੋਂ। ਮੂੰਹ 'ਚ ਪਾਣੀ ਆਉਂਦਾ ਤੇ ਹੇਅਰ ਫਾਲ ਹੋ ਰਿਹਾ। ਹਰਵੰਸ ਜੀ, ਮੈਨੂੰ ਇਹ ਲੱਗ ਰਿਹਾ ਕਿ ਸ਼ਾਇਦ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ, ਕੋਈ ਗੱਲ ਨਹੀਂ, ਇੱਥੇ ਦੁਬਾਰਾ ਦੱਸਦਾ। ਜਿਹੜਾ ਮੂੰਹ 'ਚ ਪਾਣੀ ਆ ਰਿਹਾ ਨਾ, ਉਹ ਡਿਊ ਟੂ ਐਸਿਡਿਟੀ, ਤੁਹਾਡੇ ਗੈਸ ਜ਼ਿਆਦਾ ਬਣ ਰਹੀ ਹੈ। ਥੋੜ੍ਹੇ ਜਿਹੜੇ ਗੈਸਟ੍ਰਿਕ ਜੂਸ ਨੇ ਖਾਣੇ ਨੂੰ ਡਾਈਜੈਸਟ ਕਰਨ ਵਾਲੇ, ਉਹ ਬੈਲੈਂਸ ਨਹੀਂ ਹੈਗੇ। ਜੀਰਾ ਤੇ ਸੌਂਫ ਅੱਧਾ ਚਮਚ ਲੈ ਕੇ 1 ਗਲਾਸ ਪਾਣੀ 'ਚ ਰਾਤ ਨੂੰ ਭਿਉਂ ਦਿਓ। ਸਵੇਰੇ ਨੂੰ ਪਾਣੀ ਨੂੰ ਬੋਇਲ ਕਰਕੇ ਜਦੋਂ ਅੱਧਾ ਗਲਾਸ ਰਹਿ ਜਾਵੇ, ਉਹਨੂੰ ਦੁਪਹਿਰ ਤੱਕ ਸਿਪ ਕਰਕੇ ਪੀਓ। ਅਲਸਰ ਹੋਣ, ਗੈਸ ਬਣੇ, ਐਸਿਡਿਟੀ ਹੋਵੇ, ਇਹ ਦੋਨੋਂ ਬਹੁਤ ਅੱਛੀਆਂ ਰੈਮਡੀਜ਼ ਨੇਗੀਆਂ। ਇਹ ਧਿਆਨ ਰੱਖਿਓ ਕਿ ਜੇ ਤੁਹਾਨੂੰ ਕੌਂਸਟੀਪੇਸ਼ਨ ਹੈ, ਨਾਲ ਰਾਤ ਨੂੰ ਸੌਣ ਲੱਗੇ 3 ਚਮਚ ਕੈਸਟਰੋਲ ਦੇ ਲੈ ਲਿਆ ਕਰੋ। 4 ਦਿਨ 'ਚ ਇੰਨਾ ਕੁ ਫਰਕ ਪੈ ਜਾਏਗਾ ਕਿ ਮੂੰਹ 'ਚ ਪਾਣੀ ਨਹੀਂ ਆਏਗਾ, ਤੁਹਾਨੂੰ ਅੱਗੇ ਨਾਲੋਂ ਠੀਕ ਹੋਣੇ ਸ਼ੁਰੂ ਹੋ ਜਾਓਗੇ, ਪੇਟ ਥੋੜ੍ਹਾ ਅੱਛੀ ਤਰ੍ਹਾਂ ਸਾਫ਼ ਹੋ ਜਾਏਗਾ ਜੀ। ਤੇ ਇੱਕ ਥੋੜ੍ਹਾ ਜਿਹੜਾ ਹੇਅਰ ਫਾਲ ਹੋ ਰਿਹਾ ਨਾ, ਇਹਦੇ ਵਾਸਤੇ ਭਰਿੰਗਰਾਜ ਸਾਡੇ ਹੇਅਰ ਫੋਲੀਕਲਸ ਨੂੰ ਸਟਰੈਂਥ ਦੇਣ ਵਾਸਤੇ ਬਹੁਤ ਅੱਛਾ ਹੈਗਾ। ਵੈਸੇ ਮੈਂ ਕਈ ਵਾਰ ਪਹਿਲਾਂ ਵੀ ਦੱਸਿਆ ਸੀਗਾ ਵੀ ਸਾਡਾ ਹੇਅਰ ਫਾਲ ਲਿਵਰ ਦੇ ਨਾਲ ਰਿਲੇਟਡ ਹੁੰਦਾ ਹੈਗਾ। ਤੁਹਾਡਾ ਖਾਣਾ ਠੀਕ ਹਜਮ ਨਹੀਂ ਹੋ ਰਿਹਾ, ਤਾਂ ਹੀ ਤੁਹਾਡੇ ਮੂੰਹ ਦੇ ਵਿੱਚ ਪਾਣੀ ਆ ਰਿਹਾ ਹੈਗਾ। ਤੁਸੀਂ ਉਹਦੇ ਵਾਸਤੇ ਵੀ ਜਿਹੜਾ ਹੈ ਨਾ, ਆਪਣਾ ਖਾਣੇ ਨੂੰ ਹਜਮ ਕਰਨ ਦਾ ਜਿਹੜਾ ਹੈ, ਜਦੋਂ ਤੁਸੀਂ ਕੈਸਟਰੋਲ ਲਓਗੇ ਪੇਟ ਸਾਫ਼ ਹੋਏਗਾ, ਖਾਣਾ ਠੀਕ ਹਜਮ ਹੋਏਗਾ। ਜੇ ਤੁਹਾਨੂੰ ਭਰਿੰਗਰਾਜ ਫਿਲਹਾਲ ਨਾ ਮਿਲੇ ਤਾਂ ਹਫ਼ਤੇ 'ਚ 2 ਵਾਰ ਬਦਾਮ ਰੋਗਨ ਦੀ ਅੱਛੀ ਤਰ੍ਹਾਂ ਸਕੈਲਪ ਦੇ ਉੱਪਰ ਮਾਲਿਸ਼ ਕਰ ਲਿਆ ਕਰੋ। ਜਦੋਂ ਲਿਵਰ ਠੀਕ ਕੰਮ ਕਰਨ ਲੱਗ ਗਿਆ ਤਾਂ ਜਿਹੜਾ ਕ੍ਰੀਏਟਿਵ ਸੀ ਉਹ ਠੀਕ ਹੋ ਜਾਏਗਾ। ਜਿਹੜੇ ਹੇਅਰ ਫੋਲੀਕਲ ਨੂੰ ਸਟਰੈਂਥ ਦੇਣ ਵਾਸਤੇ ਬਦਾਮ ਰੋਗਨ ਬਹੁਤ ਅੱਛੀ ਰੈਮਡੀ ਹੈ। ਚੌਹਾਨ ਸਾਹਿਬ ਦੇ ਜੀ ਗੈਸ ਬਣ ਰਹੀ ਹੈ, ਇੰਡਾਈਜੈਸ਼ਨ ਨੂੰ। ਚੌਹਾਨ ਸਾਹਿਬ, ਤੁਹਾਨੂੰ ਉਹਦੇ ਨਾਲ ਫਰਕ ਨਹੀਂ ਪਿਆ ਕਿਉਂਕਿ ਤੁਸੀਂ ਡਾਇਬਟਿਕ ਹੋ, ਤੁਹਾਡਾ ਪ੍ਰੋਸਟੇਟ ਵੀ ਵਧਿਆ ਹੋਇਆ। ਕਈ ਇਸ ਤਰ੍ਹਾਂ ਦੇ ਫੈਕਟਰਸ ਹੁੰਦੇ ਨੇਗੇ ਜਿਹੜੇ ਕਿ ਨਾ ਆਪਣੇ ਨੋਰਮਲ ਚੀਜ਼ਾਂ ਉਹ 'ਤੇ ਇਫੈਕਟ ਨਹੀਂ ਕਰਦੀਆਂ। ਮੈਂ ਤੁਹਾਨੂੰ ਅਗਲੀ ਵਾਰ ਨਾ ਜਦੋਂ ਮੈਡੀਸਨ ਭੇਜਾਂਗਾ, ਮੈਂ ਉਹਦੇ ਤੁਹਾਨੂੰ 1-2 ਚੀਜ਼ਾਂ ਪਾ ਕੇ ਭੇਜਾਂਗਾ। ਫਿਲਹਾਲ ਤੁਸੀਂ ਨਾ ਇੱਥੋਂ ਜੇ ਤੁਹਾਨੂੰ ਮਿਲ ਜਾਵੇ ਤਾਂ ਅਭੀ ਪੱਤੀ ਕਰ ਚੂਰਨ ਹੈਗਾ, ਅਭੀ ਪੱਤੀ ਕਰ, ਚਾਹੇ ਤੁਸੀਂ ਤਿਰਫਲਾ ਖਾਂਦੇ ਹੋ ਨਹੀਂ ਖਾਂਦੇ, ਇਹ ਤੁਹਾਨੂੰ ਉੱਥੋਂ ਮਿਲ ਜਾਏਗਾ ਜਿੱਥੇ ਵੀ ਤੁਸੀਂ ਰਹਿੰਦੇ ਹੋ। ਅਭੀ ਪੱਤੀ ਕਰ ਚੂਰਨ ਦਾ 1 ਚਮਚ ਸਵੇਰੇ 1 ਚਮਚ ਸ਼ਾਮ ਨੂੰ ਖਾਣਾ ਖਾਣ ਦੇ ਵਿਚਕਾਰ ਲਿਆ ਕਰੋ। ਉਹਦੇ ਨਾਲ ਜਿਹੜਾ ਤੁਹਾਨੂੰ ਗੈਸ ਬਣਦੀ ਹੈ ਜਾਂ ਤੁਹਾਨੂੰ ਇੰਡਾਈਜੈਸ਼ਨ ਮਹਿਸੂਸ ਹੁੰਦਾ ਹੈਗਾ, ਉਹ ਠੀਕ ਹੋਣਾ ਸ਼ੁਰੂ ਹੋ ਜਾਏਗਾ। ਔਰ ਜੇ ਕਿ ਤੁਹਾਨੂੰ ਉੱਥੇ ਤਾਜ਼ਾ ਆਮਲਾ ਮਿਲ ਜਾਵੇ ਤਾਂ ਸਵੇਰੇ ਉਹਨੂੰ ਕੱਟ ਕੇ, ਸਾਫ਼ ਕਰਕੇ ਕੱਟ ਕੇ, ਥੋੜ੍ਹਾ ਕਾਲੀ ਮਿਰਚ ਲਾ ਕੇ ਖਾਇਆ ਕਰੋ ਖਾਲੀ ਪੇਟ। ਵਿਟਾਮਿਨ ਸੀ ਭਰਪੂਰ ਹੁੰਦਾ ਹੈਗਾ। ਵਿਟਾਮਿਨ ਸੀ ਜਿਹੜਾ ਹੈ
ਅਬਜ਼ੋਰਬੈਂਟ ਹੁੰਦਾ ਹੈਗਾ, ਸਾਡੇ ਹਾਜ਼ਮੇ ਨੂੰ ਵਧਾਉਂਦਾ ਹੈਗਾ, ਠੀਕ ਕਰਦਾ ਹੈਗਾ, ਉਹ ਵੀ ਤੁਹਾਡੇ ਵਾਸਤੇ ਬਹੁਤ ਵਧੀਆ ਹੁੰਦਾ ਹੈਗਾ। ਔਰ ਆਮਲੇ ਤੋਂ ਬਾਅਦ ਤੁਸੀਂ ਜੇ ਇੱਕ ਬਨਾਨਾ ਪੋਟਾਸ਼ੀਅਮ ਬਹੁਤ ਜ਼ਿਆਦਾ ਰਿਚ ਹੁੰਦਾ ਉਹਦੇ ਵਿੱਚ, ਸਵੇਰੇ ਖਾਣਾ ਹੈਗਾ, ਉਹ ਵੀ ਤੁਹਾਡੇ ਹਾਜ਼ਮੇ ਨੂੰ, ਤੁਹਾਡੇ ਗੈਸ ਨੂੰ ਠੀਕ ਕਰੇਗਾ। ਔਰ ਮੇਰਾ ਖਿਆਲ ਹੈ ਤੁਸੀਂ ਇਹਦੇ ਨਾਲ ਠੀਕ ਹੋ ਜਾਓਗੇ ਜੀ। ਉਸ ਤੋਂ ਬਾਅਦ ਜਮੀਤ ਸਿੰਘ, ਉਹਨਾਂ ਦੇ ਮੈਡਮ ਦਾ ਫੋਨ ਸੀ, 74 ਸਾਲ ਦੇ ਨੇ, ਹਰਪ੍ਰੀਤ ਜੋਸਟਰ, ਜਲਨ ਹੋ ਰਹੀ ਹੈ। ਤੁਸੀਂ ਜੀ ਹੁਣ ਤੱਕ ਬਹੁਤ ਠੀਕ ਕੀਤਾ, ਇਹਦੇ ਲਈ ਕੋਈ ਐਂਟੀ ਐਲਰਜਿਕ ਜਾਂ ਕੋਈ ਦਵਾਈਆਂ ਖਾਣ ਦੀ ਲੋੜ ਨਹੀਂ ਹੁੰਦੀ। ਸਕਿਨ ਆਉਣੀ ਸ਼ੁਰੂ ਹੋ ਗਈ, ਠੀਕ ਹੋ ਗਿਆ, ਜਲਨ ਨਹੀਂ ਹਟੀ, ਇਟ ਮੀਨਸ ਉਹ ਪੂਰੀ ਬਾਹਰ ਨਿਕਲੀ ਨਹੀਂ ਹੈ। ਮੈਂ ਤੁਹਾਨੂੰ ਐਡਵਾਈਜ਼ ਕਰਾਂਗਾ 5-4 ਦਿਨ 6 ਦਿਨ ਵਾਸਤੇ ਉਹਨਾਂ ਨੂੰ ਮਨੱਕਾ ਚਬਾਉਣ ਨੂੰ ਦਿਓ। ਮਨੱਕਾ ਸਟਿਮੂਲੈਂਟ ਹੈ, ਜਿਹੜੇ ਕੋਈ ਅੰਦਰ ਸਕਿਨ ਦੇ ਕੋਈ ਦਾਣੇ ਰਹਿ ਗਏ ਨੇਗੇ ਜਿਹੜੇ ਜਲਨ ਕਰ ਰਹੇ ਨੇ, ਕਿਉਂਕਿ ਦੇਖੋ ਇਹਦਾ 12 ਦਿਨ ਦਾ ਪੀਰੀਅਡ ਹੁੰਦਾ ਹੈ ਹਰਪ੍ਰੀਤ ਜੋਸਟਰ ਦਾ, ਤੁਹਾਨੂੰ ਮਹੀਨਾ 1.5 ਮਹੀਨਾ ਹੋ ਗਿਆ, ਇਟ ਮੀਨਸ ਉਹ ਕੰਪਲੀਟ ਨਹੀਂ ਹੋਇਆ, ਉਹਦਾ ਸਰਕਲ ਕੰਪਲੀਟ ਨਹੀਂ ਹੋਇਆ। ਤਾਂ ਤੁਸੀਂ ਉਹਨੂੰ ਜਿਹੜਾ ਉਹਦੇ ਮੈਂ ਕਿਸਮਿਸ ਆਪਾਂ ਕਹਿ ਦਿੰਦੇ ਨਾ ਜੀ, ਜਾਂ ਮਨੱਕਾ, ਉਹਨਾਂ ਨੂੰ ਪਾਣੀ 'ਚ ਭਿਉਂ ਕੇ ਜਾਂ ਇਸ ਤਰ੍ਹਾਂ ਚਬਾਉਣ ਨੂੰ ਦਿਓ। ਔਰ ਪਲੱਸ ਜਲਨ ਨੂੰ ਇਮੀਡੀਏਟ ਰੋਕਣ ਵਾਸਤੇ ਉਹੀ ਫਟਕੜੀ ਨੂੰ ਖਿੱਲ ਕਰ ਲਓ, ਖਿੱਲ ਕਰਕੇ ਉਹਦੇ ਜਿਹੜਾ ਹੈ ਕੋਈ 1 ਗ੍ਰਾਮ ਸਵੇਰੇ ਸ਼ਾਮ ਥੋੜ੍ਹੇ ਸ਼ਹਿਦ 'ਚ ਮਿਲਾ ਕੇ ਦੇ ਦਿਓ, 2 ਦਿਨ ਦੇ ਵਿੱਚ ਜਲਨ ਠੀਕ ਹੋ ਜਾਏਗੀ ਜੀ। ਅੱਗੇ ਸੀਗੇ ਜੀ ਆਪਣੇ ਸੁਰਿੰਦਰ ਜੀ ਸੀ 56 ਸਾਲ ਦੇ, ਮਿਸੀਸਾਗਾ ਤੋਂ। ਇਹਨਾਂ ਦੇ ਨੀ ਜੁਆਇੰਟਸ ਵਿੱਚ ਪੇਨ ਹੈ ਜੀ ਤੇ ਕੌਂਸਟੀਪੇਸ਼ਨ ਹੈ। ਦੇਖੋ ਸੌਂਠ ਤੇ ਹਰਡ ਪੀਸ ਕੇ ਰੱਖ ਲਓ ਆਪਣੇ ਕੋਲੇ, ਸੋਨੇ ਦੇ ਸੁਹਾਗਾ ਹੈ, ਨਾਲੇ ਤਾਂ ਕੌਂਸਟੀਪੇਸ਼ਨ ਠੀਕ ਹੋ ਜਾਏਗੀ, ਹਰਡ ਲਾਈਜੀਟਿਵ ਹੈ, ਨਾਲੇ ਤੁਹਾਨੂੰ ਇਹ ਸਟਾਰਟਿੰਗ ਹੈ। ਤੁਹਾਡੇ ਨੀ ਜੁਆਇੰਟ ਜਿਹੜੇ ਨੇਗੇ 1 ਚਮਚ ਸਵੇਰੇ 1 ਚਮਚ ਸ਼ਾਮ ਨੂੰ ਲਿਆ ਕਰੋ। ਸੈਨੋਬਲ ਫਲੂਇਡ ਜਿਹੜਾ ਡਰਾਈ ਹੋ ਰਿਹਾ ਹੈਗਾ, ਜਿਹੜਾ ਲੁਬਰੀਕੇਸ਼ਨ ਦਿੰਦਾ ਹੈਗਾ, ਜਿਹਨੂੰ ਆਪਾਂ ਕਹਿੰਦੇ ਗਰੀਸ ਘਟਣੀ ਸ਼ੁਰੂ ਹੋ ਗਈ, ਉਹ ਠੀਕ ਹੋ ਜਾਏਗਾ। ਤੁਸੀਂ ਬਿਲਕੁਲ ਠੀਕ ਕਰਦੇ ਹੋ। 1 ਘੰਟਾ ਸੈਰ ਤੁਸੀਂ ਬਿਲਕੁਲ ਕਰ ਸਕਦੇ ਹੋ। ਜੇ ਤੁਸੀਂ ਸੈਰ ਛੱਡ ਦੋਗੇ ਤਾਂ ਤੁਹਾਡੇ ਸਟਿਫਨੈਸ ਵੱਧ ਜਾਏਗੀ, ਲੇਕਿਨ ਓਵਰ ਜਾਂ ਜ਼ਿਆਦਾ ਹਰੇਕ ਚੀਜ਼ ਬੁਰੀ ਹੁੰਦੀ ਹੈ। 2 ਘੰਟੇ ਸੈਰ ਨਾ ਕਰੋ ਤੁਸੀਂ ਸੁਰਿੰਦਰ ਜੀ, 1 ਘੰਟਾ ਸੈਰ ਕਰਿਆ ਕਰੋ, ਹਲਕੀ ਐਕਸਰਸਾਈਜ਼ ਕਰਿਆ ਕਰੋ, ਯੋਗ ਐਕਸਰਸਾਈਜ਼ ਕਰਿਆ ਕਰੋ, ਔਰ ਸੌਂਠ ਔਰ ਹਰਡ ਨੂੰ ਪੀਸ ਕੇ ਰੱਖ ਲਓ, 1 ਚਮਚ ਸਵੇਰੇ ਸ਼ਾਮ ਲੈਣਾ ਸ਼ੁਰੂ ਕਰ ਦਿਓ। ਫਿਰ ਵੀ ਤੁਹਾਨੂੰ ਲੱਗੇ ਕਿ ਬਾਅਦ ਮੇਰੇ ਨਾਲ ਫੋਨ 'ਤੇ ਗੱਲ ਕਰ ਲਿਓ, ਮੈਂ ਤੁਹਾਨੂੰ ਇੱਥੋਂ ਦਵਾਈ ਭੇਜ ਦਾਂਗਾ ਜਿਹੜੀ ਕਿ ਜਲਦੀ ਤੁਹਾਡੀ ਗੋਡਿਆਂ ਦੀ ਗਰੀਸ ਜਾਂ ਫਲੂਇਡ ਨੂੰ ਨੋਰਮਲਾਈਜ਼ ਕਰ ਜਾਏਗੀ, ਤੁਹਾਨੂੰ ਕੋਈ ਡਾਕਟਰ ਕੋਲ ਜਾਣਾ ਨਹੀਂ ਪਏਗਾ ਜੀ। ਉਸ ਤੋਂ ਬਾਅਦ ਹੈ ਜੀ ਜਸਪਾਲ ਕੌਰ, 71 ਸਾਲ ਦੇ ਸੀਗੇ ਜੀ, ਬਰੰਪਟਨ ਤੋਂ ਜੀ। ਇਹਨਾਂ ਨੂੰ ਜੀ ਥਾਇਰਾਇਡ ਹੋਇਆ ਜੀ, ਔਰ ਇਹ ਕਹਿੰਦੇ ਮੈਨੂੰ 2 ਸਾਲ ਤੋਂ ਮੈਂ ਚੈੱਕ ਕਰਾਉਣੀ ਆ। ਦੇਖੋ ਜਦ ਤੱਕ ਤੁਸੀਂ ਕਾਰਨ ਨੂੰ ਠੀਕ ਨਹੀਂ ਕਰੋਗੇ ਜਸਪਾਲ ਜੀ, ਤਾਂ ਤੁਹਾਨੂੰ ਇਸ ਤਰ੍ਹਾਂ ਹੀ ਜੂਝਣਾ ਪਏਗਾ। ਕਾਰਨ ਹੈ ਥਾਇਰਾਇਡ ਦਾ ਕਫਾ, ਏਅਰ ਐਲੀਮੈਂਟ। ਜਦੋਂ ਬਾਡੀ ਦੇ ਵਿੱਚ ਕਫ ਵੱਧ ਜਾਂਦਾ ਹੈ ਤਾਂ ਹੀ ਗੰਢਾਂ ਹੋਣੀ ਸ਼ੁਰੂ ਹੋ ਜਾਂਦੀਆਂ ਨੇਗੀਆਂ। ਤੁਸੀਂ ਹੈ ਠੀਕ ਹੈ, ਸ਼ੁਕਰ ਕਰੋ ਰੱਬ ਦਾ ਕਿ ਥਾਇਰਾਇਡ ਜ਼ਿਆਦਾ ਵੱਧ ਨਹੀਂ ਰਿਹਾ, ਲੇਕਿਨ ਤੁਸੀਂ ਕਾਰਨ ਨੂੰ ਠੀਕ ਕਰੋ। ਕਫ ਨੂੰ ਠੀਕ ਕਰਨ ਵਾਸਤੇ ਸਪੈਸੀਫਿਕ ਇੱਕ ਤਾਂ ਜਿਹੜਾ ਕਚਨਾਰ ਗੁੱਗਲ ਤੁਹਾਨੂੰ ਉੱਥੋਂ ਮਿਲ ਜੇਗੀ। ਕਚਨਾਰ ਗੁੱਗਲ ਦੀਆਂ 2 ਗੋਲੀਆਂ ਸਵੇਰੇ ਸ਼ਾਮ ਖਾਣੀ ਸ਼ੁਰੂ ਕਰ ਦਿਓ, ਤੁਹਾਡੇ ਥਾਇਰਾਇਡ ਦੇ ਜਿਹੜੇ ਸਕ੍ਰੀਸ਼ਨਸ ਨੇ ਉਹ ਨੋਰਮਲ ਆ ਜਾਣਗੇ। ਪਲੱਸ ਰੇਸ਼ੇ ਵਾਲੀਆਂ ਚੀਜ਼ਾਂ ਜੋ ਏਅਰ ਐਲੀਮੈਂਟ ਨੂੰ ਹੋਰ ਇਨਕਰੀਜ਼ ਕਰਨ, ਉਹ ਬੰਦ ਕਰ ਦਿਓ। ਆਪਣਾ ਖਾਣਾ ਉਨਾ ਖਾਓ ਜਿੰਨਾ ਤੁਹਾਨੂੰ ਹਜ਼ਮ ਹੋ ਜਾਵੇ। ਔਰ ਸਾਡੀ ਚੰਡੀਗੜ੍ਹ ਆਯੁਰਵੇਦ ਸੈਂਟਰ ਦੀ ਵੈਬਸਾਈਟ 'ਤੇ ਜਾ ਕੇ ਦੇਖਿਓ, ਅਸੀਂ ਇੱਕ ਬੜੀ ਅੱਛੀ ਮੈਡੀਸਨ ਬਣਾਈ ਹੈ ਥਾਇਰੋਹੀਲ। ਨਾ ਤਾਂ ਉਹ ਸਾਰੀ ਉਮਰ ਖਾਣੀ ਪੈਂਦੀ ਹੈ ਜਿਵੇਂ ਡਾਕਟਰ ਸਾਰੀ ਉਮਰ ਲਾਉਂਦੇ ਨੇ, ਅਤੇ ਨਾ ਉਹਦਾ ਕੋਈ ਸਾਈਡ ਇਫੈਕਟ ਹੈ, ਲੇਕਿਨ ਉਹਦੇ ਨਾਲ ਜਿਹੜਾ ਥੋੜ੍ਹਾ ਬਹੁਤ ਟੈਸਟ ਵਿੱਚ ਜ਼ਿਆਦਾ ਥਾਇਰਾਇਡ ਆਉਂਦਾ ਹੈਗਾ, ਉਹ ਠੀਕ ਹੋ ਜਾਏਗਾ ਜੀ ਤੁਹਾਡਾ ਜਸਪਾਲ ਜੀ। ਤੇ ਰੰਜਨਾ ਜੀ ਸੀਗੇ ਜੀ, ਜਿਨ੍ਹਾਂ ਦਾ 35 ਇਅਰਸ ਦਾ ਬੇਟਾ ਹੈ, ਉਹ ਡਰਿੰਕ ਕਰਦਾ। ਰੰਜਨਾ ਜੀ, ਮੈਂ ਤੁਹਾਨੂੰ ਕਿਹਾ ਸੀ ਪੈਨ ਕਾਗਜ਼ ਲੈ ਲਿਓ। ਮੈਂ ਕੁਟਕੀ ਇੱਕ ਹਰਬ ਦਾ ਹਮੇਸ਼ਾ ਵਿਖਿਆਨ ਕਰਦਾ ਹੁੰਦਾ ਔਰ ਦੱਸਦਾ ਹੁੰਦਾ। ਉਹ ਉਦੋਂ ਹੀ ਸ਼ਰਾਬ ਛੱਡ ਪਾਏਗਾ ਜਦੋਂ ਪ੍ਰਭੂ ਕਿਰਪਾ ਹੋਏਗੀ। ਪਰ ਜਿਹੜੇ ਤੁਹਾਡੇ ਐਫਰਟਸ ਨੇ ਨਾ, ਕੁਟਕੀ ਹਰਬ ਮੰਗਾ ਕੇ ਉਹਦਾ ਪਾਊਡਰ ਬਣਾ ਕੇ ਰੱਖ ਲਓ। ਕੜਵੀ ਹੋਏਗੀ ਪਰ ਸ਼ਰਾਬ ਨਾਲੋਂ ਕੜਵੀ ਨਹੀਂ ਹੋਏਗੀ। ਨਾ ਖਾਣ ਕਾਕਾ ਜੀ ਤੁਹਾਡੇ ਤਾਂ ਮੈਨੂੰ ਫੋਨ ਕਰ ਦਿਓ, ਮੈਂ ਇੱਥੋਂ ਕੈਪਸੂਲ ਬਣਵਾ ਕੇ ਭੇਜ ਦਾਂਗਾ ਤੁਹਾਨੂੰ। ਕੁਟਕੀ ਦਾ 1 ਚਮਚ ਸਵੇਰੇ 1 ਚਮਚ ਸ਼ਾਮ ਨੂੰ। ਟੌਕਸਿਕ ਨਿਕਲਣਗੇ, ਐਂਟੀਡੋਟ ਡਿਵੈਲਪ ਹੋਣਗੇ ਲਿਵਰ ਦੇ ਵਿੱਚ। ਜਿਹੜੇ ਸ਼ਾਮ ਨੂੰ ਨਾਅਰੇ ਮਾਰਦੇ ਨੇ ਨਾ ਡਰਿੰਕ ਕਰਨ ਵਾਸਤੇ, ਉਹ ਐਂਟੀਡੋਟ। ਜਿਹੜੇ ਬਾਕੀ ਦਰਸ਼ਕ ਵੀ ਸੁਣ ਰਹੇ ਨੇ ਮੇਰੀ ਗੱਲ ਨੂੰ ਧਿਆਨ ਨਾਲ ਸੁਣ ਲਓ, ਇਹ ਮੇਰਾ ਆਪਦਾ ਐਕਸਪੀਰੀਅੰਸ ਹੈ ਔਰ ਇਹਦਾ ਸ਼ਾਸਤਰਾਂ ਵਿੱਚ ਵੀ ਵਿਖਿਆਨ ਹੈ। ਕੁਟਕੀ ਲਿਵਰ ਦੇ ਲਈ ਡਰੱਗ ਆਫ ਚੋਇਸ ਹੈ। ਕੋਈ ਵੀ ਲਿਵਰ ਦੇ ਵਿੱਚ SGOT SGPT ਕੋਈ ਤੁਹਾਡੀ ਇੰਬੈਲੈਂਸ ਹੋ ਜਾਏਗਾ, ਹੈਪੇਟਾਈਟਸ A B C, ਇਹ ਕੁਟਕੀ ਡਰੱਗ ਆਫ ਚੋਇਸ ਹੈ। ਇਹ ਤਾਂ ਕਿ ਵੀ ਜੋ ਬੰਦਾ ਜ਼ਿਆਦਾ ਡਰਿੰਕ ਕਰਦਾ ਤਾਂ ਉਹਦਾ ਲਿਵਰ ਡੈਮੇਜ ਹੁੰਦਾ ਹੈਗਾ। ਰੰਜਨਾ ਜੀ 1 ਮਹੀਨਾ 2 ਮਹੀਨਾ 3 ਮਹੀਨੇ ਖਵਾਓ, ਇੱਕ ਉਹਨੂੰ ਪਿਆਰ ਸਤਿਕਾਰ ਜ਼ਰੂਰ ਦਿਓ। ਆਪਾਂ ਜਨਰਲੀ ਕੀ ਹੁੰਦਾ, ਦੁਖੀ ਹੋ ਕੇ ਨਾ ਡਿਸਰਿਸਪੈਕਟ ਸ਼ੁਰੂ ਕਰ ਦਿੰਦੇ ਹਾਂ, ਚਾਹੇ ਉਹਦੀ ਬੀਵੀ ਹੈ, ਤੁਸੀਂ ਮਾਂ ਹੋ, ਕੋਈ ਵੀ ਹੈ,
ਤਾਂ ਇੱਕ ਪਿਆਰ ਸਤਿਕਾਰ ਨਾਲ ਉਹਨੂੰ ਸਮਝਾਓ ਵੀ ਤੁਸੀਂ ਠੀਕ ਹੋ ਸਕਦੇ ਹੋ, ਔਰ ਇਹ ਮੇਰਾ ਜਿਹੜੀ ਰੈਮਡੀ ਹੈ ਦੇਣੀ ਸ਼ੁਰੂ ਕਰ ਦਿਓ, ਠੀਕ ਹੋ ਜਾਓਗੇ। ਫਿਰ ਵੀ ਤੁਹਾਨੂੰ ਕੋਈ ਵੀ ਇਹਦੇ ਬਾਰੇ ਰਾਏ ਲੈਣੀ ਹੈ, ਮੇਰਾ ਫ਼ੋਨ ਨੰਬਰ ਨੀਚੇ ਹੈਗਾ, ਤੁਸੀਂ ਮੈਨੂੰ ਕਿਸੇ ਟਾਈਮ ਵੀ ਫ਼ੋਨ ਕਰ ਸਕਦੇ ਹੋਗੇ ਜੀ। ਉਸ ਤੋਂ ਬਾਅਦ ਗੁਰਦੀਪ ਕੌਰ ਜੀ। ਗੁਰਦੀਪ ਕੌਰ ਜੀ ਬਰੰਪਟਨ ਤੋਂ ਸੀਗੇ ਜੀ, ਗਾਲ ਬਲੈਡਰ ਦਾ ਇਹਨਾਂ ਨੇ ਆਪਰੇਸ਼ਨ ਕਰਾਇਆ, 2 ਸਾਲ ਹੋ ਗਿਆ ਜੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਮੋਟਾਪਾ ਆ ਗਿਆ। ਹਾਂ, ਇਹਨਾਂ ਨੂੰ ਮੋਟਾਪਾ ਆ ਗਿਆ ਜੀ ਤੇ ਸਰੀਰ ਦੇ ਵਿੱਚ ਗੰਢਾਂ ਵੀ ਬਣੀਆਂ। ਗੁਰਦੀਪ ਜੀ ਉਹੀ ਗੱਲ ਹੈ, ਇਹ ਵੀ ਕਫ ਦੀ ਕ੍ਰੀਏਸ਼ਨ ਸੀ। ਤੁਸੀਂ ਆਪਰੇਸ਼ਨ ਤਾਂ ਕਰਵਾ ਲਿਆ, ਲੇਕਿਨ ਤੁਸੀਂ ਕਾਰਨ ਠੀਕ ਨਹੀਂ ਕਰਿਆ। ਗੰਢਾਂ ਕਿਉਂ ਬਣ ਰਹੀਆਂ ਨੇ, ਲਾਈਪੋਮਾ ਕਿਉਂ ਬਣ ਰਹੇ ਨੇ, ਸਿਸਟ ਕਿਉਂ ਬਣ ਰਹੇ ਨੇ? ਡਿਊ ਟੂ ਕਫ। ਪੜ੍ਹੋ, ਸਾਡੀ ਵੈਬਸਾਈਟ 'ਤੇ ਜਾ ਕੇ ਪੜ੍ਹਿਓ, ਵਾਤ ਪਿੱਤ ਕਫ ਦੀ ਸਿੰਪਲ ਇੰਟਰੋਡਕਸ਼ਨ ਦੇਖਿਓ। ਜਦ ਤੁਸੀਂ ਕਫ ਨੂੰ ਪੜ੍ਹੋਗੇ ਨਾ, ਜੇ ਤੁਸੀਂ ਕਫ ਨੂੰ ਠੀਕ ਕੀਤਾ ਹੁੰਦਾ, ਬੈਲੈਂਸ ਕੀਤਾ, ਨਾ ਗੰਢਾਂ ਹੁੰਦੀਆਂ ਨਾ ਮੋਟਾਪਾ ਹੁੰਦਾ। ਜੇ ਮੈਂ ਹੁਣੇ ਦੱਸ ਕੇ ਹਟਿਆ, ਗੰਢਾਂ ਅੱਗੇ ਨਾ ਵਧਣ, ਕਚਨਾਰ ਗੂਗਲ ਜਾਂ ਸਾਡੀ ਵੈਬਸਾਈਟ 'ਤੇ ਜਾ ਕੇ ਤੁਸੀਂ ਕਿਤੇ ਬੈਠ ਕੇ ਆਰਡਰ ਕਰ ਸਕਦੇ ਹੋ। ਕਫਾ ਬੈਲੈਂਸ ਨਾਮ ਦੀ ਟੈਬਲੇਟ ਬਣਾਈ ਹੈ ਅਸੀਂ, ਨਾਮ ਵੀ ਇਹੋ ਜਿਹੇ ਰੱਖੇ ਨੇਗੇ ਕਿ ਇੱਕ ਆਮ ਬੰਦਾ ਉਹਨੂੰ ਸਮਝ ਕੇ ਆਰਾਮ ਨਾਲ ਆਰਡਰ ਕਰ ਸਕੇ। ਔਰ ਨਾਲੇ ਤੁਸੀਂ ਉਹਦੇ 'ਚ ਦੇਖਿਓ, ਅਸੀਂ ਮੋਟਾਪੇ ਵਾਸਤੇ ਬੜੇ ਵਧੀਆ ਪਾਊਡਰ ਬਣਾਏ ਨੇ। ਪੰਚਸਕਾਰ ਚੂਰਨ ਰਾਤ ਨੂੰ 1 ਚਮਚ ਲੈਣਾ ਹੈਗਾ, ਟੌਕਸਿਕ ਨਿਕਲਣਗੇ, ਐਲੀਮੈਂਟਰੀ ਠੀਕ ਹੋਏਗਾ, ਤੁਹਾਡੀ ਡਰਾਈਨੈਸ ਐਲੀਮੈਂਟਰੀ ਸਿਸਟਮ ਦੀ ਠੀਕ ਹੋਏਗੀ, ਕੌਨਸਟੀਪੇਸ਼ਨ, ਤੁਹਾਨੂੰ ਮੋਸ਼ਨ ਜ਼ਿਆਦਾ ਖੁੱਲ੍ਹ ਕੇ ਆਉਣਗੇ, UTI ਕੇਅਰ, ਯੂਰੀਨਰੀ ਟਰੈਕ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਬਸਟਰਕਸ਼ਨ ਹੈਗਾ ਜਾਂ ਟੌਕਸਿਕ ਕੱਢਣ ਲਈ ਇਹੀ 3 ਰਸਤੇ ਨੇਗੇ, ਪਸੀਨਾ, ਯੂਰੀਨੇਸ਼ਨ ਔਰ ਤੁਹਾਡਾ ਟੋਇਲਟ। ਉਹਦੇ ਨਾਲ ਤੁਹਾਨੂੰ ਬਾਥਰੂਮ ਖੁੱਲ੍ਹ ਕੇ ਆਏਗਾ। ਪਾਣੀ ਜ਼ਿਆਦਾ ਪੀਓ, ਤੁਹਾਡਾ ਮੋਟਾਪਾ ਵੀ ਠੀਕ ਹੋਣਾ ਸ਼ੁਰੂ ਹੋ ਜਾਏਗਾ, ਕਿਉਂਕਿ ਤੁਸੀਂ ਕਾਰਨ ਨੂੰ ਠੀਕ ਕਰ ਰਹੇ ਹੋ। ਅੱਜ ਤੁਸੀਂ ਮੋਟਾਪੇ ਲਈ ਕੋਈ ਦਵਾਈਆਂ ਇਸ ਤਰ੍ਹਾਂ ਲੈ ਕੇ ਖਾ ਲਓਗੇ, ਮੋਟਾਪਾ ਘਟੇਗਾ ਨਹੀਂ, ਪਰ ਕਫ ਤੁਹਾਡੇ ਹੋਰ ਨਵੇਂ ਐਲੀਮੈਂਟ ਬਾਡੀ ਵਿੱਚ ਪੈਦਾ ਕਰਦਾ ਜਾਏਗਾ ਜੀ। ਫਿਰ ਅੱਗੇ ਆ ਗਈ ਜੀ ਰਣਜੀਤ ਕੌਰ ਜੀ, 72 ਸਾਲ ਦੇ ਸੀਗੇ, ਕੈਨੇਡਾ। ਹਾਂਜੀ, ਇਹਨਾਂ ਨੂੰ ਜੀ ਗਠੀਆ ਸਟਿਫਨੈਸ। ਦੇਖੋ ਰਣਜੀਤ ਜੀ, ਗਠੀਆ ਤਾਂ ਮੈਂ ਨਹੀਂ ਕਹਿ ਸਕਦਾ, ਹੋ ਸਕਦਾ ਤੁਹਾਨੂੰ ਡਾਕਟਰਾਂ ਨੇ ਡਾਇਗਨੋਸ ਕੀਤਾ ਹੋਵੇ, ਪਰ ਇਹ ਡਿਊ ਟੂ ਵਾਯੂ ਹੁੰਦਾ ਹੈਗਾ। ਵਾਯੂ ਔਰ ਕਫ ਜਦੋਂ ਕੰਬਾਈਨਡ ਹੁੰਦੇ ਤਾਂ ਇਹ ਹਾਲ ਹੁੰਦਾ ਕਿ ਚੱਲਿਆ ਨਹੀਂ ਜਾਂਦਾ, ਸਟਿਫਨੈਸ ਵੱਜਦੀ ਹੈ ਬਾਡੀ ਦੇ ਵਿੱਚ। ਮੈਂ ਤੁਹਾਨੂੰ ਇਹੀ ਕਹਾਂਗਾ, ਜਿਹੜਾ ਮੈਂ ਹੁਣੇ ਦੱਸ ਕੇ ਹਟਿਆ ਨਾ ਨੁਸਖਾ, ਸੁੰਡ ਔਰ ਹਰੜ ਵਾਲਾ, ਉਹ ਪੀਸ ਕੇ ਰੱਖ ਲਓ, ਥੋੜ੍ਹੀ ਜਿਹੀ ਕਾਲੀ ਮਿਰਚ ਪਾ ਲਿਓ ਉਹਦੇ ਵਿੱਚ। ਜਿੰਨਾ ਮੰਨ ਲਓ 200 ਗ੍ਰਾਮ ਤੁਸੀਂ ਲਓਗੇ ਸੁੰਡ ਔਰ ਹਰੜ, ਤਾਂ ਤੁਸੀਂ 20 ਗ੍ਰਾਮ ਕਾਲੀ ਮਿਰਚ ਪਾ ਲਿਓ। 1 ਚਮਚ ਸਵੇਰੇ ਸ਼ਾਮ ਲੈਣਾ ਸ਼ੁਰੂ ਕਰ ਦਿਓ। ਸਟਿਫਨੈਸ ਵੀ ਠੀਕ ਹੋਣੀ ਸ਼ੁਰੂ ਹੋ ਜਾਏਗੀ, ਦਰਦ ਵੀ ਠੀਕ ਹੋਣਾ ਸ਼ੁਰੂ ਹੋ ਜਾਏਗਾ। ਔਰ ਜੇ ਤੁਹਾਡੇ ਕਿਤੇ ਉੱਥੇ ਨੇੜੇ ਕੋਈ ਪੰਚਕਰਮਾ ਸੈਂਟਰ ਹੈ, ਤਾਂ 14 ਦਿਨ ਦੀ ਥੈਰੇਪੀ ਕਰਵਾ ਲਓ। ਉਹ ਸਿੱਧ ਤੇਲਾਂ ਦੇ ਨਾਲ, PPS ਜਾਂ ਪੋਟਲੀ, ਜਿਹਨੂੰ ਪੱਤਰ ਪੋਟਲੀ ਪਿੰਡ ਸਵੇਦ ਅਸੀਂ ਕਹਿ ਦਿੰਦੇ ਹਾਂ, ਉਹਦੇ ਨਾਲ ਤੁਹਾਡੀ ਜਿਹੜੀ ਸਰਕੂਲੇਸ਼ਨ ਰੁਕੀ ਹੋਈ ਆ ਜਾਂ ਮਾਈਕਰੋ ਚੈਨਲ ਵਿੱਚ ਜਿਹੜੀ ਵਾਯੂ ਰੁਕੀ ਹੋਈ ਹੈ, ਉਹ ਚੱਲਣੀ ਸ਼ੁਰੂ ਹੋ ਜਾਏਗੀ ਔਰ ਤੁਸੀਂ ਬਿਲਕੁਲ ਠੀਕ ਹੋ ਜਾਓਗੇ। ਫਿਰ ਵੀ ਤੁਹਾਨੂੰ ਕੋਈ ਕੰਸਲਟ ਕਰਨਾ ਜਾਂ ਕੋਈ ਦਵਾਈ ਮੰਗਵਾਉਣੀ ਹੈ, ਮੇਰਾ ਫ਼ੋਨ ਨੰਬਰ 94 170 42231 ਸਕਰੀਨ 'ਤੇ ਨੀਚੇ ਚੱਲ ਰਿਹਾ ਹੈਗਾ। ਤੁਸੀਂ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਮੈਨੂੰ ਕਿਸੇ ਟਾਈਮ ਵੀ ਫ਼ੋਨ ਕਰ ਸਕਦੇ ਹੋ। ਸੋ ਵੈਦ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਵੀ ਦਿੱਤੀ ਹੈ ਔਰ ਸਟ੍ਰੈਸ ਔਰ ਡਿਪਰੈਸ਼ਨ ਬਾਰੇ ਅੱਜ ਜੋ ਤੁਸੀਂ ਡਾਊਟਸ ਕਲੀਅਰ ਕੀਤੇ ਨੇ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਸੀਗੇ। ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀ ਕਿ ਲੋਕੀ ਨੂੰ ਸਟੇਟ ਆਫ ਮਾਈਂਡ ਸਮਝ ਕੇ ਆਪਣੇ ਹਾਲਾਤਾਂ ਦੇ ਨਾਲ ਲੜਦੇ ਰਹਿੰਦੇ ਨੇ, ਪਰ ਆਪਣੇ ਲਾਈਫ ਸਟਾਈਲ ਵੱਲ ਧਿਆਨ ਨਹੀਂ ਦਿੰਦੇ ਤੇ ਇਸ ਨੂੰ ਬਿਮਾਰੀ ਨਹੀਂ ਸਮਝਦੇ ਤਾਂ ਇਲਾਜ ਵੀ ਨਹੀਂ ਕਰਵਾਉਂਦੇ। ਮੈਂ ਤਾਂ ਬਲਕਿ ਇਹ ਕਹਾਂਗਾ ਜੀ ਕਿ ਜੇ ਆਪਣੇ ਅੱਜ ਆਪਣੇ ਪ੍ਰੋਗਰਾਮ ਨੂੰ ਸੁਣ ਕੇ ਕੋਈ 2 4 5 10 ਲੋਕ ਹੀ ਠੀਕ ਹੋ ਜਾਣ, ਠੀਕ ਰਸਤੇ 'ਤੇ ਆਣ, ਤਾਂ ਮੈਂ ਕਹਾਂਗਾ ਪਰਮਾਤਮਾ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀ ਹੈ। ਮੈਂ ਫਿਰ ਲੇਕਿਨ ਲਾਸਟ ਦੀ ਗੱਲ ਕਹਿਣੀ ਚਾਹੁੰਦਾ ਵੀ ਤੁਹਾਨੂੰ ਕੋਈ ਡਾਊਟ ਹੈ, ਜੋ ਮੈਂ ਗੱਲਾਂ ਦੱਸੀਆਂ ਨੇਗੀਆਂ, ਤੁਸੀਂ ਕਿਸੇ ਟਾਈਮ ਵੀ ਮੈਨੂੰ ਫੋਨ 'ਤੇ ਗੱਲ ਕਰ ਸਕਦੇ ਹੋ, ਪਰ ਆਪਣੀ ਲਾਈਫ ਨੂੰ ਠੀਕ ਰਸਤੇ 'ਤੇ ਲੈ ਕੇ ਆਓ। ਬਹੁਤ ਲੇਸ ਮਾਤਰਾ ਦਾ ਹੀ ਫਰਕ ਹੈਗਾ ਨੈਗੇਟਿਵ ਥਿੰਕਿੰਗ ਔਰ ਪੋਜ਼ਿਟਿਵ ਥਿੰਕਿੰਗ ਦਾ ਜੀ। ਨੈਗੇਟਿਵ ਥਾਟਸ ਨੂੰ ਪੋਜ਼ਿਟਿਵ ਥਾਟਸ ਵਿੱਚ ਲੈ ਕੇ ਆਓ, ਤੁਸੀਂ ਦੇਖਿਓ ਤੁਹਾਨੂੰ ਲਾਈਫ ਬੜੀ, ਇਹੀ ਲਾਈਫ ਜਿਹੜੀ ਤੁਹਾਨੂੰ ਬੁਰੀ ਲੱਗ ਰਹੀ ਹੈ ਨਾ, ਇਹੀ ਕਲਰਫੁਲ ਲੱਗੇਗੀ। ਬਹੁਤ ਬਹੁਤ ਧੰਨਵਾਦ ਵੈਦ ਸਾਹਿਬ। ਔਰ ਮੈਂ ਦਰਸ਼ਕਾਂ ਨੂੰ ਇਹੀ ਕਹਾਂਗਾ ਜੀ ਕਿ ਵੈਦ ਸਾਹਿਬ ਦਾ ਨੰਬਰ ਪੂਰੇ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਉਹ ਸਕਰੀਨ ਦੇ ਉੱਤੇ ਚੱਲ ਰਿਹਾ ਸੀਗਾ। ਸੋ ਅਗਰ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਡਿਪਰੈਸ਼ਨ ਜਾਂ ਫਿਰ ਕਿਸੇ ਪਰੇਸ਼ਾਨੀ ਦੇ ਕਾਰਨ ਜੋ ਹੈ ਬਹੁਤ ਜ਼ਿਆਦਾ ਸਟ੍ਰੈਸ ਦੇ ਵਿੱਚ ਹੋ, ਤਾਂ ਜ਼ਰੂਰ ਉਹਨਾਂ ਦੇ ਨਾਲ ਸੰਪਰਕ ਕਰੋ। ਉਹ ਤੁਹਾਨੂੰ ਹੈਲਪ ਕਰ ਸਕਦੇ ਨੇ ਵਿਦ ਮੈਡੀਸਨ, ਆਯੁਰਵੈਦਿਕ ਦਵਾਈ ਦੇ ਨਾਲ ਕਿਸ ਤਰੀਕੇ ਨਾਲ ਤੁਸੀਂ ਇੱਕ ਸੋਚਣ ਸ਼ਕਤੀ ਆਪਣੀ ਵਧਾ ਪਾਓਗੇ ਔਰ ਆਪਣੇ ਆਪ ਨੂੰ ਪੋਜ਼ਿਟਿਵ ਕਰ ਪਾਓਗੇ। ਸੋ ਉਸ ਦੇ ਲਈ ਤੁਸੀਂ ਹੈਲਪ ਲੈ ਸਕਦੇ ਹੋ। ਸੋ ਅਸੀਂ ਅਗਲੇ ਐਪੀਸੋਡ ਦੇ ਵਿੱਚ ਮਿਲਾਂਗੇ। ਤੁਸੀਂ ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।